प्यारे बच्चों, 10वीं क्लास ਦੀਆਂ ਵਰਕਸ਼ੀਟਸ ਦੇ ਸੋਲੂਸ਼ਨ ਜਿਸ ਤਰ੍ਹਾਂ ਕਿ ਵਰਕਸ਼ੀਟ 1 ਤੋਂ 5 ਤੱਕ, ਉਸ ਤੋਂ ਬਾਅਦ ਵਰਕਸ਼ੀਟ ਨੰਬਰ 14 ਆਲਰੇਡੀ ਮੈਂ ਅਪਲੋਡ ਕਰ ਚੁੱਕਾ ਸੋਲੂਸ਼ਨ ਇਹਨਾਂ ਦੇ। ਅੱਜ ਅਸੀਂ ਵਰਕਸ਼ੀਟ ਨੰਬਰ ਜਿਹੜੀ 6 ਵਾ ਟਰਾਈਐਂਗਲਸ ਯਾਨੀ ਕਿ ਤ੍ਰਿਭੁਜਾਂ ਬਾਰੇ ਆ, ਉਹਦਾ ਸੋਲੂਸ਼ਨ ਦੇਖਾਂਗੇ। ਚਲੋ ਦੇਖਦੇ ਹਾਂ ਇਹਦਾ ਪਹਿਲਾ ਕੁਐਸਚਨ ਕੀ ਆ। ਦੇਖੋ ਤੁਹਾਡੀ ਸਕਰੀਨ ਦੇ ਉੱਪਰ ਸਾਰੇ ਚੱਕਰ ਡੈਸ਼ ਹੁੰਦੇ ਹਨ। ਆਲ ਸਰਕਲਸ ਆਰ ਬਲੈਂਕ ਦਿੱਤੀ ਹੋਈ ਅੱਗੇ ਖਾਲੀ ਥਾਂ। ਇਹਦੇ 'ਚ ਕੀ ਭਰਾਂਗੇ ਕਿ ਉਹਨਾਂ ਨੇ ਪੁੱਛਿਆ ਕਿ ਕੀ ਸਾਰੇ ਚੱਕਰ ਸਰਬੰਗ ਸਮ ਹੁੰਦੇ ਕਿ ਸਮਰੂਪ, ਯਾਨੀ ਕਿ ਕਾਂਗੂਰੈਂਟ ਹੁੰਦੇ ਨੇ ਜਾਂ ਸਿਮੀਲਰ। ਹੁਣ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਰਬੰਗ ਸਮ ਜਾਂ ਕਾਂਗੂਰੈਂਟ ਤੇ ਸਮਰੂਪ ਯਾਨੀ ਕਿ ਸਿਮੀਲਰ ਕੀ ਹੁੰਦਾ ਵਾ। ਚਲੋ ਮੈਂ ਤੁਹਾਨੂੰ ਦੱਸਦਾ ਕਾਪੀ ਦੇ ਉੱਪਰ। ਆ ਦੇਖੋ ਬੱਚਿਓ, ਮੈਂ ਇੱਥੇ 3 ਅਲੱਗ-ਅਲੱਗ ਸਾਈਜ਼ ਦੇ ਚੱਕਰ ਬਣਾ ਲਏ। ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਜਿਹੜੇ ਸਰਬੰਗ ਸਮ ਯਾਨੀ ਕਿ ਜਿਨ੍ਹਾਂ ਨੂੰ ਅਸੀਂ ਕਾਂਗੂਰੈਂਟ ਕਹਿੰਦੇ ਹਾਂ, ਜਦੋਂ ਜਿਸ ਤਰ੍ਹਾਂ ਮੰਨ ਲਓ ਆਹ ਸਰਕਲ ਬਣਿਆ ਹੋਇਆ ਵਾ, ਇੰਨੇ ਸਾਈਜ਼ ਦਾ ਹੀ ਸਰਕਲ ਮੈਂ ਇਹਦੇ ਉੱਪਰ ਰੱਖਾਂ ਔਰ ਉਹ ਉਹਨੂੰ ਕਵਰ ਕਰੇ ਪੂਰਾ, ਤੇ ਉਹ ਕਾਂਗੂਰੈਂਟ ਹੁੰਦੇ ਨੇ ਯਾਨੀ ਕਿ ਸਰਬੰਗ ਸਮ ਹੁੰਦੇ ਨੇ। ਹੁਣ ਦੇਖੋ ਜਿਸ ਤਰ੍ਹਾਂ ਆਹ ਵਾਲਾ ਸਰਕਲ ਅਗਰ ਮੈਂ ਇੱਥੋਂ ਕਾਪੀ 'ਚੋਂ ਇਹ ਸਰਕਲ ਕੱਟ ਲਾਂ ਅਤੇ ਇਸ ਸਰਕਲ ਦੇ ਉੱਪਰ ਰੱਖਾਂ ਅਤੇ ਇਹ ਪੂਰਾ ਕਵਰ ਨਹੀਂ ਕਰੇਗਾ, ਇਹ ਅੰਦਰ ਰਹਿ ਜਾਏਗਾ। ਜਾਂ ਮੈਂ ਆਹ ਵਾਲਾ ਸਰਕਲ ਇਹਦੇ ਵਿੱਚੋਂ ਕੱਟ ਕਰਕੇ ਅਤੇ ਆਹ ਸਰਕਲ ਦੇ ਉੱਪਰ ਰੱਖਦਾ, ਜਾਂ ਇਹਨੂੰ ਕੱਟ ਕਰਕੇ ਮੈਂ ਇਹਦੇ ਉੱਪਰ ਰੱਖਦਾ, ਅਤੇ ਇਹ ਇੱਕ ਦੂਸਰੇ ਨੂੰ ਕਵਰ ਨਹੀਂ ਕਰਨਗੇ। ਯਾਨੀ ਕਿ ਜਿਹੜੇ ਸਾਰੇ ਸਰਕਲ ਨੇ ਉਹ ਸਰਬੰਗ ਸਮ ਨਹੀਂ ਹੁੰਦੇ, ਕਾਂਗੂਰੈਂਟ ਨਹੀਂ ਹੁੰਦੇ, ਕਿਉਂਕਿ ਸਾਰੇ ਸਰਕਲਸ ਦਾ ਸਾਈਜ਼ ਬਰਾਬਰ ਨਹੀਂ ਹੁੰਦਾ। ਹੁਣ ਇਹਨਾਂ ਦਾ ਸਾਈਜ਼ ਸਾਰਿਆਂ ਦਾ ਵੱਖਰਾ, ਸਰਕਲ ਇਸ ਤੋਂ ਵੱਡਾ ਵੀ ਹੋ ਸਕਦਾ ਵਾ, ਇਹ ਤੋਂ ਛੋਟਾ ਵੀ ਹੋ ਸਕਦਾ, ਇਹਨਾਂ ਤੋਂ ਵੱਡੇ ਵੀ ਹੋਰ ਵੀ ਸਰਕਲ ਬਣ ਸਕਦੇ ਆ। ਇਸ ਕਰਕੇ ਹੁਣ ਦੇਖੋ ਇਹਨਾਂ ਨੂੰ ਸਿਮੀਲਰ ਜਾਂ ਸਮਰੂਪ ਕਿਉਂ ਕਹਿੰਦੇ ਆ। ਦੇਖਣ 'ਚ ਸਰਕਲ ਇਹ ਵੀ ਚੱਕਰ ਆ, ਕੋਈ ਵੀ ਦੇਖ ਕੇ ਕਹੇਗਾ ਵੀ ਹਾਂ ਇਹ ਤਾਂ ਇੱਕੋ ਜਿਹੇ ਲੱਗਦੇ ਪਏ ਆ, ਵੀ ਇਹ ਵੀ ਗੋਲ ਆ ਅਤੇ ਇਹ ਵੀ ਗੋਲ ਆ। ਹਾਂ, ਇਹ ਬਿਲਕੁਲ ਸਹੀ ਆ। ਦੇਖਣ 'ਚ ਇੱਕੋ ਜਿਹੜੀ ਫਿਗਰ ਹੋਏਗੀ ਉਹਨਾਂ ਨੂੰ ਹੀ ਅਸੀਂ ਸਮਰੂਪ ਬੋਲਦੇ ਹਾਂ। ਇਹ ਤੁਹਾਡਾ ਪਹਿਲਾ ਕੁਐਸਚਨ ਜਿਹੜਾ ਸੀਗਾ ਕਿ ਸਾਰੇ ਚੱਕਰ ਕੀ ਹੁੰਦੇ ਨੇ। ਸਾਰੇ ਚੱਕਰ ਸਮਰੂਪ ਹੋ ਸਕਦੇ ਆ, ਦੇਖਣ 'ਚ ਇੱਕੋ ਜਿਹੇ ਲੱਗ ਸਕਦੇ ਆ ਜਿਸ ਤਰ੍ਹਾਂ ਇਹਦੇ ਵਿੱਚ ਆ, ਲੇਕਿਨ ਉਹ ਸਾਰੇ ਸਰਬੰਗ ਸਮ ਨਹੀਂ ਹੋ ਸਕਦੇ, ਕਿਉਂਕਿ ਸਾਰੇ ਸਰਕਲ ਦਾ ਸਾਈਜ਼ ਕਦੀ ਵੀ ਇੱਕ ਸਾਈਜ਼ ਨਹੀਂ ਹੋ ਸਕਦਾ। ਕੋਈ ਚੱਕਰ ਵੱਡਾ ਬਣੇਗਾ, ਕੋਈ ਛੋਟਾ ਬਣੇਗਾ। ਇਸ ਕਰਕੇ ਅਸੀਂ ਪਹਿਲੇ ਕੁਐਸਚਨ ਦਾ ਆਨਸਰ ਦੇਖੋ, ਮੈਂ ਤੁਹਾਨੂੰ ਸ਼ੀਟ ਦਿਖਾਉਣਾ ਇੱਥੇ। ਆਹ ਜਿਹੜਾ ਸਾਡਾ ਫਸਟ ਕੁਐਸਚਨ ਆ, ਇਹਦੇ 'ਚ ਕੀ ਲਿਖਾਂਗੇ, ਸਾਰੇ ਚੱਕਰ ਕੀ ਨੇ, ਸਮਰੂਪ ਯਾਨੀ ਕਿ ਸਿਮੀਲਰ। ਫਸਟ ਕੁਐਸਚਨ ਦਾ ਆਨਸਰ ਕੀ ਆ ਗਿਆ, ਸਿਮੀਲਰ, ਅਤੇ ਪੰਜਾਬੀ ਵਿੱਚ ਸਮਰੂਪ। ਇਹ ਸਾਡਾ ਫਸਟ ਕੁਐਸਚਨ ਸੀਗਾ। ਚਲੋ ਹੁਣ ਦੂਸਰਾ ਕੁਐਸਚਨ ਦੇਖੋ ਇਹਦੇ ਨਾਲ ਹੀ। ਆਹ ਦੇਖੋ ਜਿਹੜਾ ਦੂਸਰਾ ਕੁਐਸਚਨ ਆ ਉਹਦੇ 'ਚ ਕੀ ਪੁੱਛ ਰਹੇ ਆ ਕਿ ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ, ਯਾਨੀ ਕਿ ਆਲ ਟਰਾਈਐਂਗਲਸ ਆਰ ਸਿਮੀਲਰ। ਅੱਗੇ ਆਪਸ਼ਨ ਕਿਹੜੀ ਦਿੱਤੀ ਆ ਕਿ ਵਿਖਮਭੁਜੀ, ਸਮਦੋਭੁਜੀ ਕਿ ਸਮਭੁਜੀ। ਹੁਣ ਸਕੇਲਨ, ਆਈਸੋਸੈਲਸ ਕਿ ਇਕੁਈਲੇਟਰਲ। ਹੁਣ ਦੇਖੋ ਬੱਚਿਓ, ਜਿਹੜੀਆਂ ਤਿੰਨੇ ਟਰਾਈਐਂਗਲਸ ਨੇ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ। ਦੇਖੋ ਜਿਹੜੀ ਵਿਖਮਭੁਜੀ ਆ, ਆਹ ਦੇਖੋ ਬੱਚਿਓ, ਮੈਂ ਇੱਥੇ ਤਿੰਨੇ ਤਰ੍ਹਾਂ ਦੀਆਂ ਟਰਾਈਐਂਗਲਸ ਬਣਾ ਲਈਆਂ। ਇੱਕ ਬਣਾ ਲਈ ਸਮਦੋਭੁਜੀ, ਇੱਕ ਵਿਖਮਭੁਜੀ ਅਤੇ ਇੱਕ ਸਮਭੁਜੀ। ਹੁਣ ਦੇਖੋ ਜਿਹੜੀ ਸਮਦੋਭੁਜੀ ਤ੍ਰਿਭੁਜ ਵਾ, ਉਹਨਾਂ ਨੇ ਪੁੱਛਿਆ ਵੀ ਕੀ ਇਹ ਸਾਰੀਆਂ ਜਿਹੜੀਆਂ ਸਮਦੋਭੁਜੀ ਤ੍ਰਿਭੁਜ ਸਮਰੂਪ ਹੋਣਗੀਆਂ, ਵਿਖਮਭੁਜੀ ਸਮਰੂਪ ਹੋਣਗੀਆਂ ਕਿ ਜਾਂ ਸਮਭੁਜੀ। ਹੁਣ ਦੇਖੋ ਜੇ ਵਿਖਮਭੁਜੀ ਆ ਜਿਹੜੀ ਸਮਦੋਭੁਜੀ ਤ੍ਰਿਭੁਜ ਵਾ, ਮੰਨ ਲਓ ਕਿ ਮੈਂ ਇਹਦੀਆਂ ਦੋਨੋਂ ਸਾਈਡਾਂ ਇਸੇ ਸਾਈਜ਼ ਦੀਆਂ ਹੀ ਲੈ ਲਾਂ, ਜਾਂ ਉਹਨਾਂ ਦਾ ਜਿਹੜਾ ਪ੍ਰਪੋਸ਼ਨ ਵਾ, ਯਾਨੀ ਕਿ ਜੇ ਆ 2 ਆ ਤਾਂ ਮੈਂ ਉਹ 1 ਸੈਂਟੀਮੀਟਰ ਲੈ ਲਾਂ। ਪਰ ਜਿਹੜੀ ਤੀਸਰੀ ਭੁਜਾ ਵਾ ਇਹਦੀ, ਮੈਂ ਉਹ ਥੋੜ੍ਹੀ ਛੋਟੀ ਕਰਦਾ, ਤੀਸਰੀ ਭੁਜਾ ਥੋੜ੍ਹੀ ਛੋਟੀ ਕਰਦਾ, ਜਾਂ ਤੀਸਰੀ ਭੁਜਾ ਇਹਨਾਂ ਤੋਂ ਵੱਡੀ ਕਰਦਾ, ਅਤੇ ਫਿਰ ਉਹ ਜਿਹੜੀਆਂ ਤ੍ਰਿਭੁਜਾਂ ਆਪਸ ਵਿੱਚ ਜਿਹੜੀਆਂ ਸਮਰੂਪ ਨਹੀਂ ਰਹਿਣਗੀਆਂ, ਕਿਉਂਕਿ ਉਹਨਾਂ ਦੇ ਸਾਈਜ਼ ਦਾ ਫਰਕ ਪੈ ਜਾਣਾ। ਸਾਈਜ਼ ਦਾ ਫਰਕ ਤਾਂ ਪਏਗਾ, ਲੇਕਿਨ ਉਹਨਾਂ ਦਾ ਜਿਹੜੀਆਂ ਭੁਜਾਵਾਂ ਦਾ ਅਨੁਪਾਤ ਵਾ ਉਹਨਾਂ 'ਚ ਵੀ ਫਰਕ ਪੈ ਜਾਏਗਾ। ਜਦੋਂ ਇਹਨਾਂ ਭੁਜਾਵਾਂ ਦੇ ਅਨੁਪਾਤਾਂ 'ਚ ਫਰਕ ਪੈ ਜਾਏਗਾ ਅਤੇ ਫਿਰ ਸਮਦੋਭੁਜੀ ਤ੍ਰਿਭੁਜ ਸਮਰੂਪ ਨਹੀਂ ਰਹਿਣੀ। ਉਸ ਤੋਂ ਬਾਅਦ ਜਿਹੜੀ ਵਿਖਮਭੁਜੀ ਆ ਗਈ। ਹੁਣ ਵਿਖਮਭੁਜੀ ਮੰਨ ਲਓ ਇਸ ਤਰ੍ਹਾਂ ਦੀ ਬਣਾਈ ਆ, ਦੂਸਰੀ ਮੈਂ ਕੋਈ ਟਰਾਈਐਂਗਲ, ਮੈਂ ਤੁਹਾਨੂੰ ਇੱਥੇ ਫਰੀ ਹੈਂਡ ਬਣਾ ਕੇ ਦੱਸ ਦਿੰਦਾ ਵੀ ਜਿਹੜੀ ਆ ਉਹ ਕਿਤੇ ਵਿਖਮਭੁਜੀ ਇਸ ਤਰ੍ਹਾਂ ਦੀ ਬਣ ਗਈ। ਹੁਣ ਇਹ ਵਾਲੀ ਜਿਹੜੀ ਵਿਖਮਭੁਜੀ ਹੋਏਗੀ ਉਹ ਤਾਂ ਆ ਸਮਰੂਪ ਨਹੀਂ ਹੋ ਸਕਦੀਆਂ, ਕਿਉਂਕਿ ਇਹਨਾਂ ਦੇ ਸਾਰੀਆਂ ਭੁਜਾਵਾਂ ਦੇ ਜਿਹੜੇ ਸਾਈਜ਼ ਨੇ ਸਾਰੇ ਵੱਖਰੇ ਆਉਣੇ ਆ।
ਤੇ ਇਸ ਕਰਕੇ ਇਹ ਸਮਰੂਪ ਨਹੀਂ ਹੋ ਸਕਦੇ। ਸਾਈਜ਼ ਤੇ ਵੱਖਰੇ ਹੋਣਗੇ ਹੀ, ਲੇਕਿਨ ਜਿਹੜੀਆਂ ਇਹਨਾਂ ਦੀਆਂ ਸੰਗਤ ਭੁਜਾਵਾਂ ਜਿਨ੍ਹਾਂ ਨੂੰ ਅਸੀਂ ਕੋਰਸਪੋਂਡਿੰਗ ਸਾਈਡਸ ਕਹਿੰਦੇ ਆ, ਅਗਰ ਅਸੀਂ ਉਹਨਾਂ ਨੂੰ ਕੰਪੇਅਰ ਕਰਾਂਗੇ ਤਾਂ ਸੇਮ ਪ੍ਰਪੋਰਸ਼ਨ 'ਚ ਨਹੀਂ ਹੋਣੇ, ਕਿਉਂਕਿ ਇਹਨਾਂ ਦਾ ਪ੍ਰਪੋਰਸ਼ਨ ਵੀ ਸੇਮ ਹੋਣਾ ਜ਼ਰੂਰੀ ਆ। ਹੁਣ ਇਸੇ ਤਰ੍ਹਾਂ ਹੀ ਹੁਣ ਆਹ ਸਮਭੁਜੀ ਰਹਿ ਗਈ ਇੱਕ ਤੀਸਰੀ। ਮੰਨ ਲਓ ਕਿ ਇਹਦੇ ਨਾਲ ਮੈਂ ਇੱਕ ਇਸੇ ਤਰ੍ਹਾਂ ਹੀ ਇੱਕ ਹੋਰ ਸਮਭੁਜੀ ਤ੍ਰਿਭੁਜ ਬਣਾ ਦਿੰਦਾ। ਹੁਣ ਇਹਦੇ 'ਚ ਕੀ ਆ ਕਿ ਜਿਹੜੀਆਂ ਇਹਨਾਂ ਭੁਜਾਵਾਂ ਦੇ ਜਿਹੜੇ ਪ੍ਰਪੋਰਸ਼ਨ ਵਾ, ਮੈਂ ਪ੍ਰਪੋਰਸ਼ਨ ਤੁਹਾਨੂੰ ਦੱਸ ਦਿੰਦਾ ਇੱਥੇ ਲਿਖ ਕੇ। ਜਿਸ ਤਰ੍ਹਾਂ ਮੰਨ ਲਓ ਕਿ ਇੱਕ ਟਰਾਈਐਂਗਲ ਆਹ ਵਾਲੀ ਆ, ਜਾਂ ਇਹਦੇ 'ਚ ਹੀ ਕਰਦੇ ਹਾਂ ਅਸੀਂ ਜਿਹੜੀ ਸਮਭੁਜੀ ਤ੍ਰਿਭੁਜ ਵਾ। ਮੰਨ ਲਓ ਕਿ ਬਾਹਰ ਵਾਲੀ ਸਾਈਡ ਇਹਦੀ ਜਿਹੜੀ ਆ ਉਹ 4 ਵਾ, ਇਹ ਵੀ 4 ਆ ਅਤੇ ਇਹ ਵੀ 4 ਆ। ਹੁਣ ਅੰਦਰ ਵਾਲੀ ਸਾਈਡ ਜਿਹੜੀ ਆ ਉਹ 2-2 ਰਹਿ ਗਈ। ਹੁਣ ਇਹਨਾਂ ਦਾ ਪ੍ਰਪੋਰਸ਼ਨ ਜਿਹੜਾ ਵਾ ਉਹ ਬਰਾਬਰ ਹੋ ਗਿਆ। ਕੋਰਸਪੋਂਡਿੰਗ ਸਾਈਡਸ ਅਸੀਂ ਜੇ ਦੇਖੀਏ ਤੇ ਇਹਨਾਂ ਦਾ ਅਨੁਪਾਤ, ਆ ਦੂਸਰੀਆਂ ਭੁਜਾਵਾਂ ਦਾ ਅਨੁਪਾਤ ਤੇ ਇਹਨਾਂ ਦਾ ਅਨੁਪਾਤ ਸਾਰਿਆਂ ਦਾ ਬਰਾਬਰ ਆ। ਜਿਸ ਤਰ੍ਹਾਂ ਇੱਕ ਸਾਈਡ 'ਤੇ ਅਨੁਪਾਤ ਦੇਖੀਏ 2/4, ਦੂਸਰੀ ਭੁਜਾ ਦਾ ਦੇਖੀਏ 2/4, ਤੀਸਰੀ ਦਾ ਵੀ ਦੇਖੀਏ ਤੇ ਉਹ ਵੀ ਕਿੰਨਾ ਵਾ 2/4। ਯਾਨੀ ਕਿ ਕਟਿੰਗ ਕਰੀਏ ਤੇ 1/2, 1/2 ਤੇ 1/2 ਆ ਜਾਂਦਾ। ਯਾਨੀ ਕਿ ਇਹਨਾਂ ਦਾ ਆਪਸੀ ਅਨੁਪਾਤ ਜਿਹੜਾ ਵਾ ਉਹ ਕੀ ਆ, ਬਰਾਬਰ ਵਾ। ਇਸ ਕਰਕੇ ਜਿਹੜੀ ਸਮਭੁਜੀ ਤ੍ਰਿਭੁਜ ਹੋਏਗੀ, ਜਿਹੜੀ ਸਮਭੁਜੀ ਤ੍ਰਿਭੁਜ ਜਿਹੜੀ ਹੋਏਗੀ ਉਹੀ ਸਮਰੂਪ ਹੋ ਸਕਦੀ ਜੇ। ਬਾਕੀ ਬਿਖਮਭੁਜੀ ਅਤੇ ਸਮਦੋਭੁਜੀ ਆਪਸ ਵਿੱਚ ਸਮਰੂਪ ਤ੍ਰਿਭੁਜਾਂ ਕਦੀ ਵੀ ਨਹੀਂ ਹੋ ਸਕਦੀਆਂ। ਇਸ ਕਰਕੇ ਜਿਹੜਾ ਸਾਡਾ ਕੁਐਸਚਨ ਨੰਬਰ 2 ਆ ਕਿ ਸਾਰੇ ਤ੍ਰਿਭੁਜ ਸਮਰੂਪ ਹੁੰਦੇ ਨੇ, ਕਿਹੜੇ ਸਮਰੂਪ ਹੁੰਦੇ ਨੇ? ਸਿਰਫ ਸਮਭੁਜੀ ਤ੍ਰਿਭੁਜ, ਯਾਨੀ ਕਿ ਇਕੁਈਲੇਟਰਲ ਟਰਾਈਐਂਗਲਸ ਆਰ ਸਿਮਿਲਰ। ਇਹ ਸਾਡਾ ਆਨਸਰ ਹੋਏਗਾ। ਸਮਭੁਜੀ ਇਹਦੇ 'ਚ ਲਿਖ ਲੈਣਾ ਤੇ ਇਕੁਈਲੇਟਰਲ ਇੰਗਲਿਸ਼ ਮੀਡੀਅਮ ਵਾਲੇ ਬੱਚੇ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਥਰਡ ਕੁਐਸਚਨ ਦੇਖੋ ਕੀ ਕਹਿੰਦੇ ਆ, ਸਮਰੂਪ ਚਿੱਤਰਾਂ ਦੀਆਂ 2 ਉਦਾਹਰਨਾਂ ਦਿਓ। ਗਿਵ 2 ਡਿਫਰੈਂਟ ਐਗਜ਼ਾਮਪਲਸ ਆਫ ਪੇਅਰ ਆਫ ਸਿਮਿਲਰ ਫਿਗਰਸ। ਇਹਦੇ 'ਚ ਬੱਚਿਓ ਤੁਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਸਰਕਲ ਬਣਾਏ ਸੀਗੇ ਅਤੇ ਉਸੇ ਤਰੀਕੇ ਨਾਲ ਹੀ ਤੁਸੀਂ ਕੰਪਸ ਦੇ ਨਾਲ ਇੱਕ ਸਰਕਲ ਛੋਟਾ ਬਣਾ ਲਿਓ, ਇੱਕ ਸਰਕਲ ਇਹਦੇ ਬਾਹਰ ਬਣਾ ਦਿਓ। ਇਹ 2 ਡਿਫਰੈਂਟ ਐਗਜ਼ਾਮਪਲਸ ਦੇਣੀਆਂ। ਇੱਕ ਐਗਜ਼ਾਮਪਲ ਆ ਗਈ, ਦੂਸਰੀ ਸਾਈਡ 'ਤੇ ਤੁਸੀਂ ਇੱਕ ਸਕੇਅਰ ਵੀ ਬਣਾ ਸਕਦੇ ਹੋ, ਇੱਕ ਵਰਗ ਬਣਾ ਲਿਓ। ਅਤੇ ਜੇ ਵਰਗ ਨਹੀਂ ਬਣਾਉਣਾ ਹੋਏਗਾ ਤਾਂ ਫਿਰ ਇਕੁਈਲੇਟਰਲ ਟਰਾਈਐਂਗਲ ਦੀ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ। ਇਸ ਤਰ੍ਹਾਂ ਕਰਕੇ ਇਹਨਾਂ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਫਿਗਰ, ਇਹ ਵੀ ਤੁਸੀਂ ਕੰਪਸ ਨਾਲ ਬਣਾਇਓ, ਇਹ ਸਕੇਲ ਨਾਲ ਬਣਾਇਓ, ਬਿਲਕੁਲ ਮੇਜਰ ਕਰਕੇ। ਅਤੇ ਤੁਹਾਡੇ ਕੋਲ ਆ ਜਿਹੜਾ ਸਕੇਅਰ ਬਣ ਜਾਏਗਾ, ਬਿਲਕੁਲ ਆ ਵਰਗ ਬਣਾ ਲਿਓ। ਇਹ ਤੁਹਾਡੇ ਕੋਲ ਐਗਜ਼ਾਮਪਲਸ ਹੋ ਜਾਣਗੀਆਂ ਸਿਮਿਲਰ ਜਿਹੜੀਆਂ ਫਿਗਰਸ ਨੇ ਉਹਨਾਂ ਦੀ। ਇਹ ਹੋ ਗਿਆ ਤੁਹਾਡਾ ਕੁਐਸਚਨ ਨੰਬਰ 3। ਉਸ ਤੋਂ ਬਾਅਦ ਦੇਖਦੇ ਹਾਂ ਕੁਐਸਚਨ ਨੰਬਰ 4। ਆ ਦੇਖੋ, ਕਹਿੰਦੇ ਹੇਠਾਂ ਦਿੱਤੇ ਤ੍ਰਿਭੁਜ ਕਿਹੜੀ ਕਸੌਟੀ ਰਾਹੀਂ ਸਮਰੂਪ ਹਨ। ਇਹ ਕਿਹੜੀ ਕਸੌਟੀ ਇਹਦੇ ਵਿੱਚ ਵਾ ਵੀ ਜਿਹਦੇ ਨਾਲ ਇਹ ਸਮਰੂਪ ਨੇ? ਅਤੇ ਬੱਚਿਓ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਸਮਰੂਪਤਾ ਦੀਆਂ ਜਿਹੜੀਆਂ ਕਸੌਟੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਇੱਕ ਕਸੌਟੀ ਹੁੰਦੀ ਜੇ ਐਸ, ਜਿਹਨੂੰ ਅਸੀਂ ਸਾਈਡ ਯਾਨੀ ਕਿ ਭੁਜਾ ਕਹਿੰਦੇ ਆ। ਦੇਖੋ ਲਿਖਿਆ ਹੋਇਆ। ਦੂਸਰੀ ਕਸੌਟੀ ਕਿਹੜੀ ਆ? ਭੁਜਾ ਕੋਣ ਭੁਜਾ। ਇੱਥੇ ਇੰਗਲਿਸ਼ ਵਿੱਚ ਵੀ ਥੱਲੇ ਲਿਖੀਆਂ ਹੋਈਆਂ ਨੇ, ਆ ਦੇਖੋ, ਸਾਈਡ। ਦੂਸਰੀ ਇੱਥੇ ਜਿੱਥੇ ਦਿੱਤੀ ਹੋਈ ਆ ਕੋਣ ਯਾਨੀ ਕਿ ਐਂਗਲ। ਤੀਸਰੀ ਆ ਸਾਈਡ ਐਂਗਲ ਅਤੇ ਇੱਕ ਦਿੱਤੀ ਹੋਈ ਆ ਕੋਣ ਭੁਜਾ ਕੋਣ। ਹੁਣ ਆ ਦੇਖੋ, ਜਿਹੜੀਆਂ ਇਹ ਕਸੌਟੀਆਂ ਨੇ ਸਮਰੂਪਤਾ ਦੀਆਂ, ਜਿਹੜੇ ਆ 4 ਸਾਨੂੰ ਕ੍ਰਾਈਟੀਰੀਆ ਦਿੱਤੇ ਹੋਏ ਨੇ। ਮੈਂ ਤੁਹਾਨੂੰ ਦੱਸਿਆ ਸੀ ਇਹਦੇ ਵਿੱਚੋਂ ਜਿਹੜਾ ਲਾਸਟ ਵਾਲਾ ਵਾ ਇਹ ਹੈਗਾ ਜੇ ਕਾਂਗਰੂਐਂਸੀ ਦਾ, ਯਾਨੀ ਕਿ ਐਂਗਲ ਸਾਈਡ ਐਂਗਲ। ਇਹ ਸਿਮਿਲੈਰਿਟੀ ਦਾ ਨਹੀਂ ਹੈਗਾ। ਪਹਿਲੀ ਗੱਲ ਤਾਂ ਇਹ ਵਿੱਚੋਂ ਨਿਕਲ ਗਿਆ, ਕਿਉਂਕਿ ਜਿਹੜੇ ਆ ਬਾਕੀ 3 ਨੇ ਸਾਈਡ, ਇੱਕ ਐਂਗਲ, 2 ਐਂਗਲ ਹੋ ਜਾਣ ਅਤੇ ਉਸ ਤੋਂ ਬਾਅਦ ਸਾਈਡ ਐਂਗਲ ਜਿਹੜਾ ਇੱਕ ਚੌਥਾ ਜਿਹੜਾ ਇਹਦਾ ਬਚਦਾ ਵਾ ਉਹ RHS ਹੁੰਦਾ, ਯਾਨੀ ਕਿ ਰਾਈਟ ਐਂਗਲ ਹਾਈਪੋਟੀਨਿਊਸ ਅਤੇ ਸਾਈਡ। ਇਹਨਾਂ ਦੀ ਵੀ ਪ੍ਰਪੋਰਸ਼ਨ ਦੇਖੀ ਦੀ ਹੈ ਦੋਨਾਂ ਟਰਾਇੰਗਲਸ ਦੀ। ਜੇ ਉਹ ਸੇਮ ਹੋਵੇ ਅਤੇ ਫਿਰ ਉਹ ਪ੍ਰਪੋਰਸ਼ਨ ਜੇ ਬਰਾਬਰ ਆ ਅਤੇ ਉਸ ਤੋਂ ਬਾਅਦ ਫਿਰ ਹੀ ਅਸੀਂ ਦੱਸ ਸਕਦੇ ਹਾਂ ਕਿ ਇਹ ਦੋਨੋਂ ਟਰਾਇੰਗਲਸ ਜਿਹੜੀਆਂ ਨੇ ਸਿਮਿਲਰ ਨੇ। ਆਹ 4 ਕ੍ਰਾਈਟੀਰੀਆ ਨੇ। ਹੁਣ ਜਿਹੜਾ ਇਹਦੇ ਵਿੱਚ ਲੱਗਾ ਵਾ, ਤੁਸੀਂ ਧਿਆਨ ਨਾਲ ਦੇਖੋ ਦੋਨੋਂ ਡਾਇਗਰਾਮਸ ਨੂੰ। ਐਂਗਲ 40 ਡਿਗਰੀ ਅਸੀਂ ਕੋਰਸਪੋਂਡਿੰਗ ਐਂਗਲ ਦੇਖਣੇ ਹੁੰਦੇ ਆ। ਜਿਸ ਤਰ੍ਹਾਂ ਇਹ ਟਰਾਈਐਂਗਲ ਹੈਗੀ ਆ ABC, ਦੂਸਰੀ ਕਿਹੜੀ ਆ PQR। A ਦੇ ਕੋਰਸਪੋਂਡਿੰਗ ਐਂਗਲ P, B ਦੇ ਕੋਰਸਪੋਂਡਿੰਗ Q ਅਤੇ C ਦੇ ਕੋਰਸਪੋਂਡਿੰਗ R। ਇਹ ਐਂਗਲ ਕੋਰਸਪੋਂਡਿੰਗ ਨੇ। ਅਤੇ ਤੁਸੀਂ ਦੇਖੋ ਜਿਹੜੇ ਕੋਰਸਪੋਂਡਿੰਗ ਐਂਗਲਸ ਨੇ, A ਦਾ ਕੋਰਸਪੋਂਡਿੰਗ P 60 ਨੇ, B 40 ਅਤੇ ਇਹ 80। ਯਾਨੀ ਕਿ ਇਹਨਾਂ ਦੇ ਕੋਰਸਪੋਂਡਿੰਗ ਐਂਗਲਸ ਜਿਹੜੇ ਨੇ ਉਹ ਬਿਲਕੁਲ ਬਰਾਬਰ ਆ ਰਹੇ ਨੇ।
तो ਇਹਦਾ मतलब कि ਸਾਡੇ ਕੋਲ ਕਿਹੜਾ क्राइटेरिया ਲੱਗਾ ਫਿਰ ए यानी कि एंगल कोण कोणे ਦਾ ऑप्शन ਐੜਾ यानी कि बी ऑप्शन इंग्लिश ਦੇ ਵਿੱਚ ਆ ਵਾਲੀ ਜਿਹੜੀ ਹੈ ਇਹਦਾ ਆਨਸਰ ਹੋਏਗਾ एंगल यानी कोण ਇਸ क्राइटेरिया ਨਾਲ ਇਹ ਦੋਨੋਂ ट्रायंगल्स ਜਿਹੜੀਆਂ ਨੇ ਉਹ सिमिलर ने। ਇਹ ਸੀਗਾ ਬੱਚੋ ਚੌਥਾ ਕੁਐਸਚਨ। ਹੁਣ ਪੰਜਵਾਂ ਕੁਐਸਚਨ ਦੇਖਦੇ ਹਾਂ ਇਹਦੇ ਨਾਲ ਹੀ। ਪੰਜਵਾਂ ਕੁਐਸਚਨ ਕੀ ਆ ਕਿ ਜੇਕਰ ट्रायंगल FED समरूप होवे यानी सिमिलर होवे ट्रायंगल STU ਤਾਂ DE ਓਵਰ ST इक्वल टू EF ਓਵਰ TU है। ये सही आ कि गलत आ बच्चों? मैं तुहानूं ये पहलां डायग्राम बना के दोनों ट्रायंगल्स बना के कॉपी ते फिर मैं दसांगा कि असीं आ जिहड़ियां इन्हां दे कोरसपोंडिंग साइड्स जिहड़ियां लैंदे आ प्रपोर्शन च वो किस तरह लईदियां ने। चलो देखते हैं। आ देखो बच्चों, सब तो पहलां तो असीं दो जिहड़ियां ट्रायंगल्स दित्तियां ने। एक उन्होंने ट्रायंगल का नाम दिता होया जे FE ते D। उन्होंने कहा कि ये सिमिलर ने किहड़ी ट्रायंगल दे? ट्रायंगल दूसरी दी हुई आ ST ते U। और जिहड़ी कंडीशन दी आ वो किहड़ी आ? DE बटा ST इज़ इक्वल टू EF ओवर TU। ਇਹ ਸਾਨੂੰ ਉਹਨਾਂ ਨੇ ਕੰਡੀਸ਼ਨ ਦਿੱਤੀ ਹੋਈ ਜੇ। ਚਲੋ ਦੇਖਦੇ ਹਾਂ। ਪਹਿਲਾਂ ਮੈਂ ਤੁਹਾਨੂੰ ਟਰਾਇੰਗਲ ਬਣਾ ਕੇ ਦੱਸਾਂ ਕਿ ਇਹਨਾਂ ਦੀਆਂ ਜਿਹੜੀਆਂ ਸਾਈਡਸ ਨੇ ਉਹ ਕਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਪ੍ਰਪੋਰਸ਼ਨ ਵਿੱਚ ਹੈਗੀਆਂ ਨੇ ਜਾਂ ਨਹੀਂ, ਅਤੇ ਕਿਹੜੀਆਂ ਸਾਈਡਸ ਲੈਂਦੇ ਹਾਂ ਅਸੀਂ। ਮੰਨ ਲਓ ਆਹ ਟਰਾਇੰਗਲ ਆ FE ਅਤੇ D। ਹੁਣ ਇਸੇ ਤਰ੍ਹਾਂ ਹੀ ਮੈਂ ਦੂਸਰੀ ਟਰਾਇੰਗਲ ਬਣਾ ਲਾਂਗਾ। ਇਹਦਾ ਨਾਮ ਜੇ ST ਤੇ U। ਹੁਣ ਦੇਖਿਓ ਬੱਚਿਓ, ਜਿਹੜੀਆਂ ਗੱਲਾਂ ਜ਼ਰੂਰੀ ਨੇ ਉਹ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲੀ ਗੱਲ, ਜਦੋਂ ਅਸੀਂ ਇੱਕ ਟਰਾਇੰਗਲ ਦਾ ਨਾਮ ਜਿਸ ਤਰ੍ਹਾਂ FED ਲਿਖਿਆ ਵਾ, ਮੈਂ ਇਸ ਸਾਈਡ ਤੋਂ ਲਿਖਣਾ ਸ਼ੁਰੂ ਕੀਤਾ FE ਤੇ D। ਦੂਸਰੀ ਟਰਾਇੰਗਲ ਦਾ ਨਾਮ ਵੀ ਤੁਸੀਂ ਇਸੇ ਪੈਟਰਨ 'ਚ ਹੀ ਲਿਖੋਗੇ, ਯਾਨੀ ਕਿ S ਉੱਪਰ ਅਤੇ T ਐਸੇ ਸਾਈਡ 'ਤੇ ਆਏਗਾ ਅਤੇ ਫਿਰ U। ਅਗਰ ਤੁਸੀਂ ਇਹਦਾ ਨਾਮ ਮੰਨ ਲਓ ਇੱਧਰ FED ਲਿਖ ਲੈਂਦੇ ਹੋ ਅਤੇ S ਅਤੇ T ਪਾਤਾ U ਵਾਲੀ ਜਗ੍ਹਾ 'ਤੇ, ਅਤੇ U ਇੱਧਰ ਆ ਗਿਆ, ਅਤੇ ਤੁਹਾਡਾ ਇਹ ਕੁਐਸਚਨ ਜਿਹੜਾ ਵਾ ਤੁਹਾਡੇ ਅਕੋਰਡਿੰਗਲੀ ਵੈਸੇ ਹੀ ਗਲਤ ਹੋ ਜਾਣਾ ਜੇ। ਸਭ ਤੋਂ ਪਹਿਲੀ ਗੱਲ ਇਹ ਯਾਦ ਰੱਖਿਓ, ਜਦੋਂ ਵੀ ਇਹਨਾਂ ਦਾ ਨਾਮ ਲਿਖਣਾ ਵਾ, ਮੰਨ ਲਓ ਜਿਸ ਤਰ੍ਹਾਂ ਮੈਂ ਲੈਫਟ ਸਾਈਡ 'ਤੇ ਇਸ ਸਾਈਡ 'ਤੇ ਦਾ ਨਾਮ ਲੈ ਕੇ ਆਇਆ F ਤੋਂ E ਤੱਕ, ਉਸ ਤੋਂ ਬਾਅਦ ਮੈਂ ਇੱਧਰ ਨੂੰ ਗਿਆ ਅਤੇ D। ਇਸੇ ਤਰ੍ਹਾਂ ਹੀ ਤੁਸੀਂ ਦੂਸਰੀ ਟਰਾਇੰਗਲ 'ਚ ਜਿਸ ਤਰ੍ਹਾਂ ਨਾਮ ਦਿੱਤਾ ਵਾ STU, ਉਸੇ ਤਰੀਕੇ ਨਾਲ ਲਿਖਣਾ ਜੇ। ਆਪਣੇ ਕੋਲੋਂ ਕੋਈ ਲੈਟਰ ਇੱਧਰ ਉੱਧਰ ਨਹੀਂ ਕਰਨਾ ਕਿ ਜਿਸ ਤਰ੍ਹਾਂ ਮੰਨ ਲਓ ਤੁਸੀਂ ਇੱਥੇ F ਅਤੇ E ਇੱਧਰ ਪਾ ਕੇ D ਇੱਥੇ ਪਾ ਦਿਓ ਅਤੇ ਦੂਸਰੀ ਟਰਾਇੰਗਲ 'ਚ STU ਤੁਸੀਂ ਇਸ ਤਰ੍ਹਾਂ ਲਿਖ ਦਿਓ। ਜਦੋਂ ਤੁਸੀਂ ਉਹਨਾਂ ਦੇ ਕੋਰਸਪੋਂਡਿੰਗ ਸਾਈਡ ਲਓਗੇ, ਨਾਮ ਦੇ ਅਕੋਰਡਿੰਗਲੀ ਉਹ ਗਲਤ ਹੋ ਜਾਏਗਾ। ਹਾਂ, ਅਗਰ ਤੁਸੀਂ ਇਹ ਨਾਮ ਖੁਦ ਰੱਖਿਆ ਵਾ ਕਿਸੇ ਟਰਾਇੰਗਲ ਦਾ, ਆਪਣੇ ਕੋਲੋਂ ਤੁਸੀਂ ਮੰਨ ਲਓ ਲਿਖ ਦਿੱਤਾ ਵਾ F ਅਤੇ E ਇੱਧਰ ਲਿਖ ਕੇ D ਲਿਖਤਾ, ਤੁਹਾਡੀ ਟਰਾਇੰਗਲ ਬਣ ਜਾਏਗੀ FED ਜਾਂ FDE। ਫਿਰ ਉਹ ਟਰਾਇੰਗਲ ਦਾ ਨਾਮ ਇਸ ਤਰ੍ਹਾਂ ਹੋਏਗਾ FDE। ਤੁਸੀਂ ਉਦੋਂ ਜਦੋਂ ਉਹਦੀਆਂ ਕੋਰਸਪੋਂਡਿੰਗ ਸਾਈਡ ਦੱਸੋਗੇ ਅਤੇ ਫਿਰ ਉਹ ਸਹੀ ਹੋਏਗਾ। ਅਦਰਵਾਈਜ਼ ਜਦੋਂ ਨਾਮ ਦਿੱਤਾ ਹੋਵੇ ਕਦੀ ਗਲਤੀ ਨਹੀਂ ਕਰਨੀ। ਇੱਕ ਮਨ 'ਚ ਪੱਕਾ ਪੈਟਰਨ ਰੱਖ ਲਓ ਕਿ ਤੁਸੀਂ ਨਾਮ ਇਸੇ ਸਾਈਡ ਤੋਂ ਹੀ ਲਿਖਣਾ ਵਾ ਹਮੇਸ਼ਾ, ਜੋ ਨਾਮ ਦਿੱਤਾ ਵਾ ਉਹਨੂੰ। ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਕਦੀ ਗਲਤੀ ਨਹੀਂ ਲੱਗੇਗੀ। ਹੁਣ ਦੇਖੋ, ਜਿਹੜੀ ਅਸੀਂ ਗੱਲ ਬਾਰ-ਬਾਰ ਕਰਦੇ ਹਾਂ ਸੰਗਤ ਭੁਜਾਵਾਂ ਜਾਂ ਕੋਰਸਪੋਂਡਿੰਗ ਸਾਈਡਸ ਦੀਆਂ, ਉਹ ਕਿਹੜੀਆਂ ਨੇ? ਪਹਿਲੀ ਟਰਾਇੰਗਲ ਦੀ FE ਸਾਈਡ ਆਹ ਵਾਲੀ, ਦੂਸਰੀ ਟਰਾਇੰਗਲ ਦੀ ਸਾਈਡ ਆਹ ਵਾਲੀ, ਇਹ ਆਪਸ 'ਚ ਪ੍ਰਪੋਰਸ਼ਨ 'ਚ ਹੋਣੀਆਂ ਚਾਹੀਦੀਆਂ ਨੇ। ਪ੍ਰਪੋਰਸ਼ਨ ਦਾ ਮਤਲਬ ਆ ਕਿ ਜੇ ਮੰਨ ਲਓ ਇਹ ਸਾਈਡ 2 ਆ, ਦੂਸਰੀ ਸਾਈਡ ਮੰਨ ਲਓ ਇਹਦੀ ਦਿੱਤੀ ਹੋਈ ਆ 6 ਆ, ਅਤੇ ਜਦੋਂ ਅਸੀਂ ਇਹਨਾਂ ਦੀ ਆਪਸ ਵਿੱਚ ਪ੍ਰਪੋਰਸ਼ਨ ਕੱਢਾਂਗੇ ਸਾਈਡਸ ਦਾ, ਦੇਖਾਂਗੇ ਕਿ ਆਹ 2 ਆ ਅਤੇ ਇਹ 4। ਜੇ ਆਹ 6 ਆ ਅਤੇ ਇਹ ਵੀ 2 ਦੇ ਟੇਬਲ ਨਾਲ ਇੱਧਰ ਮੰਨ ਲਓ 12 ਹੋ ਗਈ, ਅਤੇ ਜੇ ਆਹ ਵਾਲੀ 3 ਆ ਅਤੇ 3 ਦੇ ਟੇਬਲ ਨਾਲ 3 2 ਜਾਂ 6 ਹੋ ਗਈ, ਅਤੇ ਯਾਨੀ ਕਿ 2 ਦੇ ਟੇਬਲ ਨਾਲ ਸਾਰੀਆਂ ਪ੍ਰਪੋਰਸ਼ਨ 'ਚ ਆ ਜਾਣਗੀਆਂ ਇਹ ਸਾਈਡਾਂ ਇਸ ਤਰ੍ਹਾਂ। ਹੁਣ ਚਲੋ ਇਹਨੂੰ ਛੱਡ ਦਿਓ ਤੁਸੀਂ, ਅਸੀਂ ਜਿਹੜਾ ਪਹਿਲਾਂ ਦੇਖਣਾ ਵਾ ਉਹ ਕਰੀਏ। ਸਭ ਤੋਂ ਪਹਿਲੀ ਗੱਲ ਕਿ ਜਦੋਂ ਦੋ ਟਰਾਇੰਗਲਸ ਸਿਮੀਲਰ ਹੋਣ, ਸਾਨੂੰ ਸਿਮੀਲਰ ਦਿੱਤੀਆਂ ਹੋਈਆਂ ਨੇ, ਹੁਣ ਇਹਨਾਂ ਦੀਆਂ ਕੋਰਸਪੋਂਡਿੰਗ ਸਾਈਡਸ ਜਿਹੜੀਆਂ ਪ੍ਰਪੋਰਸ਼ਨ 'ਚ ਹੁੰਦੀਆਂ ਨੇ ਉਹ ਕਿਸ ਤਰ੍ਹਾਂ? FE ਬਟਾ ST। ਪਹਿਲੀ ਪ੍ਰਪੋਰਸ਼ਨ ਇਹਨਾਂ ਦੀ ਆਹ ਸਾਈਡ ਕਿਹੜੀ ਹੋ ਗਈ? FE। ਆਹ ਸਾਈਡ ਦੂਸਰੀ ਟਰਾਇੰਗਲ ਦੀ ਸੇਮ ਉਸੇ ਤਰੀਕੇ ਨਾਲ ਹੀ ਉਹ ਕਿਹੜੀ ਆ ਗਈ? ST।
ਜਿਹੜਾ ਇਹਦੀ ਆ ਸਾਈਡ ਸੀ FE, ਇਹ ਕਿਹਦੇ ਨਾਲ ਪ੍ਰਪੋਰਸ਼ਨ 'ਚ ਹੋਏਗੀ? ST ਦੇ ਨਾਲ। ਹੁਣ ਇਹ ਆ ਗਿਆ ਇੱਕ। ਹੁਣ ਇਹ ਸਾਰੀਆਂ ਪ੍ਰਪੋਰਸ਼ਨਸ ਮੈਂ ਇੱਥੇ ਤੁਹਾਨੂੰ ਲਿਖ ਕੇ ਦੱਸ ਦਿੰਦਾ ਵਾਂ। ਹੁਣ ਦੂਸਰੀ ਇਹਦੇ 'ਚ ਇਕੁਅਲ ਪਾ ਲਓ। ਜਿਹੜੀ FD ਸਾਈਡ ਵਾ ਇਹ ਕਿਹਦੇ ਨਾਲ ਪ੍ਰਪੋਰਸ਼ਨ 'ਚ ਹੋਏਗੀ? SU ਦੇ ਨਾਲ। ਅਤੇ ਇੱਥੇ ਕੀ ਲਿਖਾਂਗੇ? FD ਬਟਾ SU। ਅਤੇ ਤੀਸਰੀ ਜਿਹੜੀ ਸਾਈਡ ਥੱਲੇ ਵਾਲੀ ED ਆ ਉਹ ਹੋਏਗੀ TU ਦੇ ਨਾਲ। ਇਹ ਬਣਦੇ ਜੇ ਪ੍ਰਪੋਰਸ਼ਨ। ਹੁਣ ਮੈਂ ਜਿਹੜੀਆਂ ਵੈਲਿਊਜ਼ ਵੈਸੇ ਤੁਹਾਨੂੰ ਲੈ ਕੇ ਦੱਸੀਆਂ ਸੀ, ਮੈਂ ਇੱਕ ਵਾਰੀ ਤੁਹਾਨੂੰ ਲਿਖਦਾ। ਜਿਸ ਤਰ੍ਹਾਂ FE ਦੀ ਵੈਲਿਊ ਕਿੰਨੀ ਆ, ਮੈਂ ਇੱਥੇ ਰਫ ਜੇ 'ਚ ਤੁਹਾਨੂੰ ਮੈਂ ਦੱਸ ਦੇਣਾ ਥੋੜ੍ਹਾ ਜਿਹਾ। 2, ਇਹ ਵੈਸੇ ਸਵਾਲ ਤੋਂ ਹਟ ਕੇ ਆ ਥੋੜ੍ਹਾ, ਤੁਹਾਨੂੰ ਪ੍ਰਪੋਰਸ਼ਨ ਦਾ ਪਤਾ ਲੱਗ ਜਾਏਗਾ ਇਹਦੇ ਨਾਲ। ਆ ਦੇਖੋ 2 FE ਦੀ ਵੈਲਿਊ, ਉੱਧਰੋਂ ST ਦੀ ਕਿੰਨੀ ਆ? 4। ਉਸ ਤੋਂ ਬਾਅਦ FD ਹੈਗਾ 6 ਅਤੇ SU ਹੈਗਾ 12, ED 3 ਅਤੇ TU 6। ਹੁਣ ਮੈਂ ਇਹਨਾਂ ਦੀ ਕਟਿੰਗ ਕਰਾਂ। 2 2 ਦਾ 4, 6 1 ਦਾ 6, 6 2 ਦਾ 12, 3 1 3 3। ਆ ਦੇਖੋ 1/2 1/2 1/2, ਇਹਨੂੰ ਅਸੀਂ ਕਹਿੰਦੇ ਪ੍ਰਪੋਰਸ਼ਨ। ਜਦੋਂ ਸਾਈਡਸ ਪ੍ਰਪੋਰਸ਼ਨ 'ਚ ਹੋਣਗੀਆਂ ਅਤੇ ਟਰਾਇੰਗਲ ਸਿਮੀਲਰ ਹੋਣਗੀਆਂ। ਮੈਂ ਤੁਹਾਨੂੰ ਵੈਸੇ ਐਗਜ਼ਾਮਪਲ ਦਿੱਤੀ ਸੀ ਇਹ ਵਾਲੀ, ਇਸ ਕੁਐਸਚਨ ਦੇ ਨਾਲ ਇਹਦਾ ਰਿਲੇਸ਼ਨ ਨਹੀਂ ਹੈਗਾ, ਲੇਕਿਨ ਮੈਂ ਤੁਹਾਨੂੰ ਪ੍ਰਪੋਰਸ਼ਨ ਦੱਸਣ ਵਾਸਤੇ ਦੱਸਿਆ। ਹੁਣ ਦੇਖੋ ਸਾਨੂੰ ਟਰਾਇੰਗਲਸ ਸਿਮੀਲਰ ਦਿੱਤੀਆਂ ਸੀ, ਮੈਂ ਬਣਾ ਲਈਆਂ। ਮੈਂ ਉਹਨਾਂ ਦੇ ਜਿਹੜੀਆਂ ਕੋਰਸਪੋਂਡਿੰਗ ਸਾਈਡਸ ਨੇ ਇਹਨਾਂ ਨੂੰ ਅਸੀਂ ਸੰਗਤ ਭੁਜਾਵਾਂ ਕਹਿੰਦੇ ਹਾਂ। ਇਹਦੀ ਸੰਗਤ ਭੁਜਾ ਇਹ ਵਾਲੀ, ਆ ਬੇਸ ਜਿਹੜਾ ਵਾ ਇਹਦਾ ED, ਇਹਦੀ ਸੰਗਤ ਭੁਜਾ TU ਅਤੇ FD ਦੀ ਸੰਗਤ ਭੁਜਾ SU। ਮੈਂ ਇਹ ਸਾਰੀਆਂ ਲਿਖ ਲਈਆਂ। ਹੁਣ ਦੇਖੋ ਜਿਹੜਾ ਸਾਨੂੰ ਇਹਨਾਂ ਨੇ ਆਪਸ਼ਨ ਉੱਪਰ ਦਿੱਤੀ ਹੋਈ ਆ ਕਿ ਕੀ ਇਹ ਜਿਹੜੀਆਂ ਭੁਜਾਵਾਂ ਨੇ ਸੰਗਤ ਹੈਗੀਆਂ ਨੇ। ਦੇਖੋ ਕਿਤੇ ਆਇਆ ਕਿ DE ਬਟਾ ST ਜਾਂ TS। ਆ ਦੇਖੋ ED ਬਟਾ ਕੀ ਆਇਆ ਸਾਡੇ ਕੋਲ? TU। ST ਨਹੀਂ ਆਇਆ। EF ਸਾਡਾ ਕਿਹਦੇ ਨਾਲ ਆਇਆ? ਆ ਦੇਖੋ EF ਜਾਂ FE, ਇੱਕੋ ਹੀ ਗੱਲ ਆ। TU ਇੱਥੇ ਕੀ ਆਇਆ ਸਾਡੇ ਕੋਲ? TS। ਹੁਣ ਇਹ ਵਾਲੀਆਂ ਜਿਹੜੀਆਂ ਨੇ ਭੁਜਾਵਾਂ ਅਤੇ ਸੰਗਤ ਆਈਆਂ ਹੀ ਨਹੀਂ। ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਲਿਖ ਦਾਂਗੇ? ਇਹ ਗਲਤ ਵਾ। ਇਹ ਸਾਡੇ ਕੋਲ ਦੇਖੋ ਇਹਨਾਂ ਦੇ ਵਿੱਚ ਆ ਸੰਗਤ ਭੁਜਾਵਾਂ ਜਿਹੜੀਆਂ ਆ ਰਹੀਆਂ ਨੇ, ਜਿਹੜੀਆਂ ਪ੍ਰਪੋਰਸ਼ਨ ਆਇਆ ਵਾ, ਉਹ ਆ ਪ੍ਰਪੋਰਸ਼ਨ ਦੇ ਨਾਲ ਕੋਈ ਵੀ ਮੇਲ ਨਹੀਂ ਖਾਂਦਾ। ਨਾ ਪਹਿਲਾ ਦੂਸਰਾ, ਨਾ ਪਹਿਲਾ ਤੀਸਰਾ, ਕੋਈ ਵੀ ਨਹੀਂ ਮੇਲ ਖਾਂਦਾ। ਇਹਦਾ ਮਤਲਬ ਕਿ ਇਹ ਗਲਤ ਵਾ। ਹੁਣ ਆ ਦੇਖੋ ਤੁਹਾਡੀ ਜਿਹੜੀ ਸ਼ੀਟ ਵਾ ਉਹਦੇ ਵਿੱਚ ਉਹਨਾਂ ਨੇ ਆਪਸ਼ਨ ਦਿੱਤੀ ਹੋਈ ਸੀ। ਇੱਕ ਆਪਸ਼ਨ ਦਿੱਤੀ ਹੋਈ ਆ ਸਹੀ ਦੀ ਅਤੇ ਦੂਸਰੀ ਆਪਸ਼ਨ ਕੀ ਦਿੱਤੀ ਹੋਈ ਆ? ਗਲਤ ਦੀ। ਯਾਨੀ ਕਿ ਆਹ ਵਾਲਾ ਜਿਹੜਾ ਪ੍ਰਪੋਰਸ਼ਨ ਵਾ ਉਹ ਕੀ ਆ? ਗਲਤ ਵਾ, ਯਾਨੀ ਕਿ ਫਾਲਸ। ਇਹਦਾ ਆਨਸਰ ਆਏਗਾ ਫਾਲਸ। ਇਹ ਤੁਹਾਨੂੰ ਹੁਣ ਸਮਝ ਲੱਗ ਗਈ ਹੋਏਗੀ ਪ੍ਰਪੋਰਸ਼ਨ ਦੀ ਵੀ ਜਾਂ ਕਿਸ ਤਰ੍ਹਾਂ। ਚਲੋ ਹੁਣ ਦੇਖਦੇ ਹਾਂ ਨੈਕਸਟ ਕੁਐਸਚਨ, ਕੁਐਸਚਨ ਨੰਬਰ 6। ਕਹਿੰਦੇ x ਦੇ ਕਿਹੜੇ ਮੁੱਲ ਲਈ, x ਦੀ ਕਿਹੜੀ ਵੈਲਿਊ ਆ ਜਿਹਦੇ ਲਈ DE ਪੈਰਲਲ ਟੂ AB ਹੈ? ਵਟ ਵੈਲਿਊ ਆਫ x ਵਿਲ ਮੇਕ DE ਪੈਰਲਲ AB। ਕਹਿੰਦੇ x ਦੀ ਕਿਹੜੀ ਵੈਲਿਊ ਹੋਏਗੀ ਕਿ ਇਹ ਆਪਸ ਵਿੱਚ ਸਮਾਂਤਰ ਹੋ ਜਾਣਗੀਆਂ, ਆਹ ਵਾਲੀ AB ਅਤੇ DE। ਹੁਣ ਦੇਖਦੇ ਹਾਂ ਇਹਨਾਂ ਦਾ ਸੋਲੂਸ਼ਨ ਕਿ ਕਿਸ ਤਰ੍ਹਾਂ ਕਰਨਾ। ਆਹ ਦੇਖੋ ਬੱਚਿਓ ਜਿਹੜਾ 6ਵਾਂ ਕੁਐਸਚਨ ਆ, ਇਹ ਸਾਡਾ ਜਿਹੜਾ ਕੁਐਸਚਨ ਵਾ ਤੁਹਾਡੀ ਜਿਹੜੀ ਥਿਊਰਮ ਜੇ ਨਾ ਤੁਹਾਡੀ ਬੁੱਕ ਦੇ ਵਿੱਚ ਹੈਗੀ ਆ 6.1 ਥੇਲਸ ਥਿਊਰਮ। ਜਿਹੜੀ ਬੱਚਿਓ ਤੁਸੀਂ ਥਿਊਰਮ ਕੀਤੀ ਹੋਈ ਆ ਮੂਲ ਸਮਾਨ ਅਨੁਪਾਤਤਾ, ਯਾਨੀ ਕਿ ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਬੇਸਿਕ ਪ੍ਰਪੋਰਸ਼ਨੈਲਿਟੀ ਥਿਊਰਮ, BPT ਵੀ ਕਹਿੰਦੇ ਆ, ਔਰ ਉਹਦਾ ਨਾਮ ਥੇਲਸ ਥਿਊਰਮ ਵੀ ਹੈਗਾ ਜੇ। ਇਹ ਵਾਲੀ ਜਿਹੜੀ ਥਿਊਰਮ ਆ ਇਹਦੇ ਅਕੋਰਡਿੰਗਲੀ ਕੀ ਆ, ਜਿਹੜੀ ਬੇਸਿਕ ਪ੍ਰਪੋਰਸ਼ਨੈਲਿਟੀ ਥਿਊਰਮ ਆ ਉਹ ਸਾਨੂੰ ਕੀ ਦੱਸਦੀ ਆ ਵੀ ਜੇ ਕਿਸੇ ਤ੍ਰਿਭੁਜ ਦੇ ਵਿੱਚ ਇੱਕ ਆਧਾਰ ਦੇ ਬਰਾਬਰ ਇੱਕ ਹੋਰ ਸਮਾਂਤਰ ਰੇਖਾ ਹੋਵੇ ਤਾਂ ਉਹ ਜਿਹੜੀਆਂ ਭੁਜਾਵਾਂ ਨੇ ਉਹਨਾਂ ਨੂੰ ਸਮਾਨ ਅਨੁਪਾਤ ਵਿੱਚ ਵੰਡ ਦਿੰਦੀਆਂ ਨੇ। ਹੁਣ ਇਹਦਾ ਦੇਖੋ ਕੀ ਲਿਖਾਂਗੇ। ਜੇ ਟਰਾਈਐਂਗਲ ਚਾਹੇ ਇੱਧਰ ਨੂੰ ਆ ਜਾਂ ਇਹਨੂੰ ਉੱਪਰ ਨੂੰ ਕਰ ਲਓ, CD/DA ਜਾਂ AD/DC, ਕਿਸੇ ਤਰੀਕੇ ਨਾਲ ਵੀ ਅਸੀਂ ਲਿਖ ਸਕਦੇ ਹਾਂ। ਇਹ ਆ ਗਿਆ AD/DC ਇਜ਼ ਇਕੁਅਲ ਟੂ BE/EC। BE/EC। ਹੁਣ ਇਹਨਾਂ ਦੇ ਵਿੱਚ ਜਿਹੜੀਆਂ ਇਹ ਵੈਲਿਊਜ਼ ਨੇ ਉਹ ਲਿਖਾਂਗੇ ਅਸੀਂ, ਜਿਸ ਤਰ੍ਹਾਂ 3x + 19 ਓਵਰ x + 3। ਦੂਸਰੇ ਪਾਸੇ ਕੀ ਆ? 3x + 4 ਓਵਰ x। ਹੁਣ ਇਹਨਾਂ ਦੀ ਤਿਰਛੀ ਗੁਣਾ ਕ੍ਰੋਸ ਮਲਟੀਪਲਾਈ ਕਰਾਂਗੇ। x ਨੂੰ ਪਹਿਲਾਂ ਇੱਧਰ ਕਰਾਂਗੇ, ਕੀ ਆਏਗਾ? 3x² + 19x। ਹੁਣ ਆਹ ਵਾਲੀ ਜਿਹੜੀ ਆ ਮੈਂ ਇੱਥੇ ਬਰੈਕਟ ਬਣਾ ਦਿੰਦਾ ਇਹਨਾਂ ਦੀ। x + 3 ਨੂੰ ਕਿਹਦੇ ਨਾਲ ਮਲਟੀਪਲਾਈ ਕਰਨੀ ਆ? 3x + 4 ਦੇ ਨਾਲ। ਹੁਣ ਆਹ ਦੇਖੋ ਜਦੋਂ ਅਸੀਂ ਬਰੈਕਟਸ ਓਪਨ ਕਰਾਂਗੇ, ਆਹ ਇਸੇ ਤਰ੍ਹਾਂ ਲਿਖ ਲਓ ਐਜ਼ ਇਟ ਇਜ਼ 3x² + 19x ਨੂੰ। ਉਸ ਤੋਂ ਬਾਅਦ ਜਦੋਂ x ਨੂੰ 3x ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਆ ਗਿਆ? 3x²।
ਫਿਰ x ਨੂੰ ਜਦੋਂ +4 ਨਾਲ ਕੀਤਾ ਤੇ +4x, ਫਿਰ +3 ਨੂੰ 3x ਨਾਲ ਕੀਤਾ ਤੇ +9x, +3 ਨੂੰ +4 ਨਾਲ ਮਲਟੀਪਲਾਈ ਕੀਤਾ ਤੇ +12। ਆ ਜਿਹੜਾ ਇਕੁਅਲ ਦਾ ਸਾਈਨ ਆ, ਇਹਦੇ ਦੋਨੋਂ ਪਾਸੇ ਅਗਰ ਕੋਈ ਟਰਮ ਬਿਲਕੁਲ ਸੇਮ ਆ ਔਰ ਉਹਨਾਂ ਦੇ ਸਾਈਨ ਵੀ ਬਰਾਬਰ ਆ ਤੇ ਉਹ ਕੱਟੀਆਂ ਜਾਂਦੀਆਂ ਜੇ। ਜਿਸ ਤਰ੍ਹਾਂ ਆ ਦੇਖੋ 3x² ਤੇ 3x² ਦੋਨੋਂ ਪਲੱਸ ਦੇ ਆ, ਇਹ ਕੱਟੇ ਜਾਣਗੇ। ਹੁਣ ਸਾਡੇ ਕੋਲ ਬਾਕੀ ਕੀ ਬਚਿਆ, ਜਿਹੜੀਆਂ x ਵਾਲੀਆਂ ਟਰਮਸ ਨੇ ਉਹਨਾਂ ਨੂੰ ਅਸੀਂ ਇੱਕ ਸਾਈਡ ਤੇ ਕਰ ਲਾਂਗੇ ਤੇ ਕੌਂਸਟੈਂਟ ਇੱਕ ਸਾਈਡ ਤੇ। ਆ ਦੇਖੋ ਇੱਥੇ ਸਾਡੇ ਕੋਲ ਕੀ ਆ ਗਿਆ, ਹੁਣ ਸਾਡੇ ਕੋਲ ਇੱਥੇ ਆ ਗਿਆ 19x ਇਜ਼ ਇਕੁਅਲ ਟੂ, ਇੱਧਰ ਕੀ ਹੈ 4x ਜਮਾ 9x ਕਿੰਨਾ ਬਣ ਗਿਆ 13x + 12। ਹੁਣ 19x ਵਿੱਚੋਂ ਅਸੀਂ 13x ਘਟਾ ਦਾਂਗੇ, ਇਹਨੂੰ ਇੱਧਰਲੀ ਸਾਈਡ ਤੇ ਖੜ ਕੇ ਤੇ +12 ਇੱਕ ਸਾਈਡ ਤੇ ਰਹੇਗਾ। ਇਹ ਕੀ ਲਿਖਾਂਗੇ ਅਸੀਂ, ਇਹਦਾ 19x - 13x = 12। ਹੁਣ ਇਹਦੇ ਵਿੱਚੋਂ ਮਾਈਨਸ ਕੀਤਾ ਤੇ ਕਿੰਨਾ ਆ ਗਿਆ 6x ਇਜ਼ ਇਕੁਅਲ ਟੂ 12 ਤੇ x ਕਿੰਨਾ ਆ ਗਿਆ 12/6, 6 ਦੂਣੀ 12, x = 2। ਯਾਨੀ ਕਿ x ਦਾ ਮੁੱਲ ਜੇ 2 ਹੋਏਗਾ ਤੇ ਇਹ ਜਿਹੜੀਆਂ ਸਮਾਨ ਅਨੁਪਾਤ ਵਿੱਚ ਜਿਹੜੀਆਂ ਭੁਜਾਵਾਂ ਵੰਡੀਆਂ ਜਾਂਦੀਆਂ ਨੇ ਉਹ ਤੁਹਾਡਾ ਆਨਸਰ ਬਿਲਕੁਲ ਸਹੀ ਆਏਗਾ। ਤੁਸੀਂ ਵੈਰੀਫਾਈ ਕਰਨ ਦੀ ਲੋੜ ਹੀ ਨਹੀਂ ਆ, ਜੇ ਤੁਹਾਡੀ ਕੈਲਕੂਲੇਸ਼ਨ ਸਹੀ ਆ ਤਾਂ ਤੁਹਾਨੂੰ ਵੈਰੀਫਿਕੇਸ਼ਨ ਕਰਨ ਦੀ ਲੋੜ ਹੀ ਨਹੀਂ ਆ। ਇਹਦਾ ਆਨਸਰ ਆ ਗਿਆ x ਇਜ਼ ਇਕੁਅਲ ਟੂ 2, ਜਿਹੜਾ ਸਾਡਾ ਕੁਐਸਚਨ ਸੀਗਾ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆ ਦੇਖੋ ਬੱਚਿਓ, ਜਿਹੜਾ 7ਵਾਂ ਕੁਐਸਚਨ ਵਾ ਉਹਦੇ 'ਚ ਕੀ ਆ, ਦੋ ਸਮਰੂਪ ਤ੍ਰਿਭੁਜਾਂ ਦੀਆਂ ਭੁਜਾਵਾਂ ਦਾ ਅਨੁਪਾਤ 4:9 ਹੈ। ਇਹਨਾਂ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਹੋਵੇਗਾ, ਯਾਨੀ ਕਿ ਸਾਈਡਸ ਆਫ ਟੂ ਸਿਮਿਲਰ ਟਰਾਇੰਗਲਸ ਆਰ ਇਨ ਰੇਸ਼ੋ 4:9, ਏਰੀਆਜ਼ ਆਫ ਥੀਸ ਟਰਾਇੰਗਲਸ ਆਰ ਇਨ ਦਾ ਰੇਸ਼ੋ। ਹੁਣ ਦੇਖੋ ਬੱਚਿਓ, ਜਿਹੜੀਆਂ ਦੋ ਤ੍ਰਿਭੁਜਾਵਾਂ ਜਦੋਂ ਸਮਰੂਪ ਹੁੰਦੀਆਂ ਨੇ, ਯਾਨੀ ਕਿ ਦੋ ਟਰਾਇੰਗਲਸ ਜਦੋਂ ਸਿਮਿਲਰ ਹੁੰਦੀਆਂ ਨੇ ਤੇ ਜਿਹੜੇ ਉਹਨਾਂ ਦੇ ਏਰੀਆਜ਼ ਹੁੰਦੇ ਨੇ, ਮੰਨ ਲਓ ਇੱਕ ਟਰਾਇੰਗਲ ਹੋਵੇ ABC ਤੇ ਉਸ ਟਰਾਇੰਗਲ ਦਾ ਮੈਂ ਏਰੀਆ ਲਿਖ ਲਾਂ, ਏਰੀਆ ਆਫ ਟਰਾਇੰਗਲ ABC, ਤੇ ਦੂਸਰੀ ਟਰਾਇੰਗਲ ਦਾ ਨਾਮ ਕੁਛ ਹੋਰ ਰੱਖ ਲਓ, ਜੋ ਮਰਜ਼ੀ ਰੱਖ ਲਓ, PQR। ਜੇ ਆਹ ਦੋ ਟਰਾਇੰਗਲਸ ਦੇ ਏਰੀਏ ਜਿਹੜੇ ਨੇ, ਇਹਨਾਂ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਨੇ, ਮੰਨ ਲਓ ਕੋਈ ਵੀ ਭੁਜਾ ਜਿਸ ਤਰ੍ਹਾਂ AB ਇਹ ਹੋਏਗੀ ਤੇ ਦੂਸਰੇ ਦੀ ਕਿਹੜੀ ਹੋਏਗੀ PQ, ਇਹ ਸੰਗਤ ਭੁਜਾਵਾਂ ਦੇ ਜਿਹੜੇ ਵਰਗ ਹੁੰਦੇ ਨੇ ਨਾ, ਇਹਨਾਂ ਦਾ ਵਰਗ ਕਰ ਦਈਏ ਤੇ ਇਹਨਾਂ ਦੇ ਏਰੀਏ ਫਿਰ ਪ੍ਰਪੋਰਸ਼ਨ ਵਿੱਚ ਹੋ ਜਾਂਦੇ ਆ। ਤੇ ਇਹਦੇ 'ਚ ਦੇਖੋ ਆਹ ਭੁਜਾਵਾਂ ਦਿੱਤੀਆਂ ਨੇ 4:9 ਤੇ ਇਹਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ 4/9। ਇਹਨਾਂ ਦੇ ਵਰਗ ਕਰ ਦਿਓ, ਵਰਗ ਕਰੋ ਤੇ ਕਿੰਨਾ ਆਉਂਦਾ 16/81। ਤੇ ਯਾਨੀ ਕਿ ਜਦੋਂ 16/81 ਆਇਆ ਇਹਨਾਂ ਦਾ ਵਰਗ ਤੇ ਉਹ ਆਨਸਰ ਕਿਹੜਾ ਜੇ 16:81। ਡੀ ਆਪਸ਼ਨ ਆਹ ਵਾਲਾ ਇਹਦਾ ਆਨਸਰ ਆ ਰਿਹਾ ਜੇ, ਆਪਸ਼ਨ ਨੰਬਰ ਡੀ। ਇਹ ਸੀਗਾ ਬੱਚਿਓ 7ਵਾਂ ਕੁਐਸਚਨ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। 8ਵੇਂ ਕੁਐਸਚਨ 'ਚ ਕੀ ਆ, ਕਿਸੇ ਤ੍ਰਿਭੁਜ ABC ਵਿੱਚ AC ਦਾ ਵਰਗ ਬਰਾਬਰ AB ਵਰਗ ਜਮਾ BC ਦਾ ਵਰਗ ਹੋਵੇ ਤਾਂ ਕਿਹੜਾ ਕੋਣ ਸਮਕੋਣ ਹੋਵੇਗਾ। ਉਹਨਾਂ ਨੇ ਥੱਲੇ ਕੋਣ ਦੱਸੇ ਨੇ ਵੀ ਆਹ ਤਿੰਨਾਂ 'ਚੋਂ ਕੋਈ ਹੋਵੇਗਾ ਕਿ ਜਾਂ ਕੋਈ ਨਹੀਂ ਹੋਏਗਾ। ਦੇਖੋ ਇੰਗਲਿਸ਼ ਦੇ ਵਿੱਚ ਸਟੇਟਮੈਂਟ ਦੇਖ ਲਓ, ਇਫ ਇਨ ਟਰਾਇੰਗਲ ABC AC² ਇਜ਼ ਇਕੁਅਲ ਟੂ AB² + BC² ਦੈਨ ਵਿਚ ਐਂਗਲ ਆਫ ਟਰਾਇੰਗਲ ABC ਵਿਲ ਬੀ ਰਾਈਟ ਐਂਗਲ। ਹੁਣ ਬੱਚਿਓ ਮੈਂ ਤੁਹਾਨੂੰ ਇਹ ਡਾਇਗਰਾਮ ਬਣਾ ਕੇ ਦੱਸਦਾ ਕਾਪੀ 'ਤੇ। ਆਹ ਦੇਖੋ ਬੱਚਿਓ, ਜਿਹੜੀ ਸਾਨੂੰ ਟਰਾਈਐਂਗਲ ਦਿੱਤੀ ਆ ਉਹਦਾ ਨਾਂ ਹੈਗਾ ABC। ਹੁਣ ਇਹਦੇ 'ਚ AC ਦਾ ਵਰਗ ਬਰਾਬਰ AB ਵਰਗ ਜਮਾ BC ਵਰਗ ਕਹਿ ਰਹੇ ਆ। ਤੁਸੀਂ ਦੇਖੋ ਕਿ ਪਾਇਥਾਗੋਰਸ ਥਿਊਰਮ ਤੁਸੀਂ ਸਾਰਿਆਂ ਨੇ ਪੜ੍ਹੀ ਆ। ਪਾਇਥਾਗੋਰਸ ਥਿਊਰਮ ਦਾ ਰੂਲ ਕੀ ਹੁੰਦਾ ਕਿ ਜਿਹੜਾ ਹਾਈਪੋਟੀਨਿਊਸ ਆ, ਯਾਨੀ ਕਿ ਜਿਹੜਾ ਕਰਨ ਦਾ ਵਰਗ ਹੁੰਦਾ ਉਹ ਹਮੇਸ਼ਾ ਆਧਾਰ ਦੇ ਵਰਗ ਜਮਾ ਜਿਹੜਾ ਲੰਬ ਦਾ ਵਰਗ ਜਾਂ ਲੰਬ ਦਾ ਵਰਗ ਜਮਾ ਆਧਾਰ ਦਾ ਵਰਗ ਇਹਦੇ ਬਰਾਬਰ ਹੁੰਦਾ ਜੇ। ਹੁਣ ਜਿਹੜਾ ਕਰਨ ਹੁੰਦਾ ਵਾ ਉਹ ਸਾਨੂੰ ਪਤਾ ਕਿ ਉਹ ਜਿਹੜੀ ਸਮਕੋਣੀ ਤ੍ਰਿਭੁਜ ਦੇ ਵਿੱਚ ਜਿਹੜੀ ਸਭ ਤੋਂ ਲੰਬੀ ਸਾਈਡ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਕਰਨ। ਹੁਣ ਆ ਮੈਂ ਤੁਹਾਨੂੰ ਸਾਈਡ 'ਤੇ ਡਾਇਗਰਾਮ ਬਣਾ ਕੇ ਦੱਸਦਾ ਵਾਂ। ਆਹ ਦੇਖੋ, ਜਿਸ ਤਰ੍ਹਾਂ ਆਹ ਮੰਨ ਲਓ ਇੱਕ ਸਮਕੋਣੀ ਤ੍ਰਿਭੁਜ ਆ, ਇਹਦਾ ਨਾਮ ਮੈਂ ਰੱਖ ਲਿਆ ਕੋਣ ਕਿਤੇ ਵੀ, ਆਹ ਦੇਖੋ ABC। ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਇੱਥੇ ਕਿ ਜਿਹੜਾ ਸਾਨੂੰ ਕਰਨ ਦਿੱਤਾ AC, ਉਹ ਕਰਨ AC ਇੱਥੇ ਹੀ ਆਉਣਾ ਜੇ। ਹਾਂ A ਇੱਧਰ ਆ ਸਕਦਾ ਵਾ ਅਤੇ C ਉੱਪਰ ਜਾ ਸਕਦਾ ਜੇ। ਕਰਨ ਨੇ AC ਹੀ ਰਹਿਣਾ ਵਾ ਕਿਉਂਕਿ ਕਰਨ ਦਾ ਵਰਗ ਯਾਨੀ ਹਾਈਪੋਟੀਨਿਊਸ, ਜਿਹੜਾ ਹਾਈਪੋਟੀਨਿਊਸ ਵਾ ਇਹਨੇ ਇਸ ਤਰ੍ਹਾਂ ਹੀ ਰਹਿਣਾ ਜੇ, ਸਿਰਫ AC ਬਦਲ ਸਕਦਾ ਜੇ, B ਆਪਣੀ ਜਗ੍ਹਾ ਨਹੀਂ ਬਦਲ ਸਕਦਾ। ਹੁਣ ਇਹ ਹਾਈਪੋਟੀਨਿਊਸ ਆ, ਇਹਨੂੰ ਪਰਪੈਂਡੀਕੂਲਰ ਅਤੇ ਇਹਨੂੰ ਬੇਸ ਮੰਨ ਲਓ ਤੁਸੀਂ।
ਹੁਣ ਆ ਬਣ ਗਿਆ ਹਾਈਪੋਟੀਨਿਊਜ਼, ਯਾਨੀ ਕਿ AC ਦਾ ਸਕੇਅਰ ਇਜ਼ ਇਕੁਅਲ ਟੂ AB ਸਕੇਅਰ ਪਲੱਸ BC ਸਕੇਅਰ। ਹੁਣ ਇਹਦੇ 'ਚ ਜਿਹੜਾ ਐਂਗਲ ਵਾ ਉਹ ਰਾਈਟ ਐਂਗਲ ਕਿਹਦੇ 'ਤੇ ਆ ਰਿਹਾ, ਯਾਨੀ ਕਿ ਜਿਹੜਾ ਸਮ ਕੋਣ ਵਾ ਉਹ ਕਿਹਦੇ 'ਤੇ ਬਣਦਾ ਪਿਆ ਵਾ, B 'ਤੇ। ਮੈਂ ਤੁਹਾਨੂੰ ਸ਼ੀਟ ਦਿਖਾਉਂਦਾ ਵਾਂ, ਆ ਦੇਖੋ ਸ਼ੀਟ ਦੇ ਵਿੱਚ ਉਹਨਾਂ ਨੇ ਕੀ ਆਪਸ਼ਨ ਦਿੱਤੀ ਹੋਈ ਆ ਕਿ ਕਿਸੇ ਤ੍ਰਿਭੁਜ ABC ਵਿੱਚ ਜੇ ਇਸ ਤਰ੍ਹਾਂ ਕੰਡੀਸ਼ਨ ਹੋਵੇ, ਪਾਈਥਾਗੋਰਸ ਵਾਲੀ ਹੋਵੇ, ਤਾਂ ਕਿਹੜਾ ਕੋਣ ਸਮ ਕੋਣ ਹੋਵੇਗਾ, ਐਂਗਲ B, ਯਾਨੀ ਕਿ ਕਿਹੜਾ ਐਂਗਲ ਜਿਹੜਾ ਵਾ ਵਿਚ ਐਂਗਲ ਆਫ ਟਰਾਇੰਗਲ ABC ਵਿਲ ਬੀ ਰਾਈਟ ਐਂਗਲ, ਉਹਦੀ ਆਪਸ਼ਨ ਆਹ ਵਾਲੀ ਆਏਗੀ B, ਐਂਗਲ B, ਯਾਨੀ ਕਿ ਆਹ ਵਾਲੀ ਆਪਸ਼ਨ ਇਹਦਾ ਆਨਸਰ ਵਾ ਕੋਣ B। ਇਹ ਸੀਗਾ ਸਾਡਾ ਕੁਐਸਚਨ ਨੰਬਰ 8 ਜਿਹਦਾ ਕੋਣ B ਆ ਰਿਹਾ। ਤਾਂ ਮੈਂ ਕਾਪੀ ਦੇ ਡਾਇਗਰਾਮ ਬਣਾ ਕੇ ਦੱਸ ਦਿੱਤੀ ਆ। ਦੇਖੋ ਇਹ ਜਿਹੜਾ ਕੋਣ B ਆ ਇਹ ਸਮਕੋਣ ਹੋਵੇਗਾ। ਹਮੇਸ਼ਾ ਯਾਦ ਰੱਖਿਓ ਕਿ ਜਿਹੜਾ ਪਾਈਥਾਗੋਰਸ ਥਿਊਰਮ ਜਿਸ ਤਰ੍ਹਾਂ ਲੱਗਦੀ ਆ ਉਹਦੇ ਅਕੋਰਡਿੰਗਲੀ ਹੀ ਤੁਸੀਂ ਇੱਥੇ ਬਣਾਉਣੀ ਆ ਡਾਇਗਰਾਮ। ਜੇ ਇੱਥੇ ਹਾਈਪੋਟੀਨਿਊਸ ਨੂੰ BC ਲਿਖਿਆ ਹੁੰਦਾ ਤਾਂ ਫਿਰ ਅਸੀਂ BC ਇੱਧਰ ਹੀ ਕਰਨਾ ਸੀ। ਬਸ ਇਹ ਧਿਆਨ ਰੱਖਿਓ ਤੁਸੀਂ ਕਿ ਕੁਐਸਚਨ ਨੂੰ ਅਗਰ ਕਿਤੇ ਘੁਮਾ ਫਿਰਾ ਕੇ ਪੁੱਛ ਲੈਣਗੇ, ਹਾਈਪੋਟੀਨਿਊਸ ਸਭ ਤੋਂ ਪਹਿਲਾਂ ਬਣਾਉਣਾ, ਜਿਹੜੀ ਇੱਕ ਸਾਈਡ ਜਿਹੜੀ ਬਚੇਗੀ ਉੱਥੇ ਉਹ ਆ ਜਾਏਗੀ। ਜੇ ਮੰਨ ਲਓ BC ਇੱਧਰ ਆ ਗਿਆ, A ਇੱਥੇ ਆ ਜਾਏਗਾ, ਜੇ ਇੱਧਰ AB ਆ ਗਿਆ ਤਾਂ C ਇੱਥੇ ਆ ਜਾਏਗਾ। ਬਸ ਇਹ ਤੁਸੀਂ ਧਿਆਨ ਰੱਖਣਾ ਕਿ ਤੁਹਾਨੂੰ ਇੱਧਰ ਕੰਡੀਸ਼ਨ ਹਾਈਪੋਟੀਨਿਊਸ ਵਾਲੀ ਪਾਈਥਾਗੋਰਸ ਦੀ ਥਿਊਰਮ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਦਿੰਦੇ ਆ, ਅਤੇ ਇਸ ਕਰਕੇ ਇਹਦਾ ਆਪਸ਼ਨ ਜਿਹੜਾ ਵਾ ਐਂਗਲ B ਇਹ ਜਿਹੜਾ ਆਨਸਰ ਹੋਏਗਾ ਇਹਦਾ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆਹ ਦੇਖੋ ਬੱਚਿਓ ਜਿਹੜਾ 9ਵਾਂ ਕੁਐਸਚਨ ਵਾ, ਕਹਿੰਦੇ ਜੇਕਰ DE ਸਮਾਂਤਰ ਹੋਵੇ BC ਦੇ, ਯਾਨੀ ਕਿ ਜਿਹੜੀ DE ਆ ਉਹ ਪੈਰਲਲ ਹੋਵੇ BC ਦੇ, ਅਤੇ ਫਾਈਂਡ ਦਾ ਵੈਲਿਊ ਆਫ ਫਾਈਂਡ ਦਾ ਵੈਲਿਊ ਆਫ EC, ਤਾਂ EC ਦਾ ਮੁੱਲ ਪਤਾ ਕਰੋ। ਯਾਨੀ ਕਿ ਆਹ ਜਿਹੜੀ ਸਾਈਡ ਇੱਥੇ ਦੱਸੀ ਹੈ ਕੁਐਸਚਨ ਮਾਰਕ ਪਾਇਆ ਵਾ, ਇਹਦੀ ਵੈਲਿਊ ਫਾਈਂਡ ਕਰਨੀ ਆ। ਅਤੇ ਅਸੀਂ ਇਹਦੇ ਨਾਲ ਦਾ ਕੁਐਸਚਨ ਹੁਣੇ ਕੀਤਾ ਸੀਗਾ ਪਿੱਛੇ, ਕੁਐਸਚਨ ਨੰਬਰ 6, ਜਿਹਦੇ ਵਿੱਚ ਸਾਡੀ ਜਿਹੜੀ ਥਿਊਰਮ BPT ਲੱਗੀ ਸੀ, ਅਸੀਂ ਉਹਦੇ ਅਨੁਸਾਰ ਹੀ ਇਹਨੂੰ ਵੀ ਸੋਲਵ ਕਰਾਂਗੇ। ਇਹਦੇ 'ਚ ਕੀ ਆਏਗਾ, ਬਿਲਕੁਲ 6ਵੇਂ ਕੁਐਸਚਨ ਦੀ ਤਰ੍ਹਾਂ ਇਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਕੀ ਲਿਖਾਂਗੇ, AD ਬਟਾ DB ਬਰਾਬਰ ਆ ਦੇਖੋ AE ਬਟਾ EC, ਅਸੀਂ ਆ ਲਿਖ ਲਿਆ। ਹੁਣ ਇਹਨਾਂ ਦੇ ਵਿੱਚ ਜਿਹੜੀਆਂ ਵੈਲਿਊਜ਼ ਨੇ ਅਸੀਂ ਉਹ ਪੁੱਟ ਕਰਾਂਗੇ। ਆ ਦੇਖੋ AD ਦੀ ਵੈਲਿਊ ਕਿੰਨੀ ਆ, 4, ਅਤੇ DB ਦੀ ਵੈਲਿਊ ਕਿੰਨੀ ਆ, 12, AE ਦੀ ਵੈਲਿਊ ਕਿੰਨੀ ਆ, 3, ਆ ਦੇਖੋ ਡਾਇਗਰਾਮ 'ਚ, ਅਤੇ EC ਅਸੀਂ ਇਸੇ ਤਰ੍ਹਾਂ ਹੀ ਲਿਖ ਲਾਂਗੇ। ਹੁਣ ਆ ਦੇਖੋ ਅਸੀਂ ਚਾਹੇ ਤਾਂ ਇੱਧਰ ਕਟਿੰਗ ਕਰ ਲਈਏ ਅਤੇ ਜਾਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰਕੇ ਅਤੇ ਲਿਖ ਲਈਏ ਤਾਂ ਵੀ ਆਨਸਰ ਇੱਕੋ ਜਿਹਾ ਹੀ ਆਏਗਾ। ਜੇ ਕਟਿੰਗ ਕਰਨੀ ਹੈ ਤਾਂ 4 1 ਜਾਂ 4, 4 3 ਜਾਂ 12, ਪਹਿਲਾਂ ਇਸ ਤਰ੍ਹਾਂ ਲਿਖ ਲਈਏ। ਇੱਥੋਂ ਕੀ ਆ ਗਿਆ, 1/3 ਬਰਾਬਰ 3/EC। ਹੁਣ ਇਹਨਾਂ ਦੀ ਕ੍ਰੋਸ ਮਲਟੀਪਲਾਈ ਕਰ ਲਓ, EC ਨੂੰ ਇਹਦੇ ਨਾਲ ਮਲਟੀਪਲਾਈ ਕੀਤੀ 1 ਨਾਲ, ਅਤੇ ਕੀ ਆ ਗਿਆ EC, 3 ਨੂੰ 3 ਨਾਲ ਕੀਤੀ ਅਤੇ 3 ਤੀਏ 9, ਅਤੇ ਯਾਨੀ ਕਿ ਇਹਦਾ ਆਨਸਰ ਕੀ ਆਏਗਾ EC ਦਾ 9 ਸੈਂਟੀਮੀਟਰ। ਯਾਨੀ ਕਿ ਆਹ ਵਾਲੀ ਜਿਹੜੀ ਭੁਜਾ 9 ਸੈਂਟੀਮੀਟਰ ਇੱਥੇ ਆਏਗੀ, EC ਜਿਹੜੀ ਇੰਨੀ ਸਾਈਡ ਆ, ਇਹਦਾ ਆਨਸਰ ਕੀ ਆ ਗਿਆ 9। ਹੁਣ ਦੇਖੋ ਇਹ ਪ੍ਰਪੋਰਸ਼ਨ 'ਚ ਕਿਸ ਤਰ੍ਹਾਂ ਹੁੰਦੀਆਂ ਨੇ, ਮੈਂ ਇੱਕ ਵਾਰੀ ਇੱਥੇ ਫਿਰ ਦੱਸਣ ਲੱਗਾ, 4/12 ਬਰਾਬਰ 3/9। ਹੁਣ ਇਹਦੀ ਕਟਿੰਗ ਕਰੀਏ, 4 ਏਕਮ 4, 4 ਤੀਏ 12, 3 ਏਕਮ 3 ਅਤੇ 3 ਤੀਏ 9। ਆ ਦੇਖੋ 1/3 1/3 ਦੋਨੋਂ ਬਰਾਬਰ ਆ ਗਏ। ਬਸ ਆਹ ਹੁੰਦੀ ਜੇ ਪ੍ਰਪੋਰਸ਼ਨ ਜਿਹੜੇ ਅਸੀਂ, ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀਗਾ, ਜੇ 2 ਤ੍ਰਿਭੁਜਾਂ ਦੇਖਾਂਗੇ ਤਾਂ ਜੇ ਮੂਲ ਸਮਾਨ ਅਨੁਪਾਤਾਂ ਵਿੱਚ ਜਿਹੜੀ BPT ਥਿਊਰਮ 'ਚ ਜਿਹੜੀ ਇਹਨਾਂ ਦੇ ਸਮਾਨ ਅਨੁਪਾਤ ਵਿੱਚ ਬਣਦੀ ਹੈ ਭੁਜਾਵਾਂ ਨੂੰ, ਜਿਹੜੀ ਇੱਕ ਨਵੀਂ ਵਿੱਚ ਅਸੀਂ ਸਮਾਂਤਰ ਰੇਖਾ ਜਿਹੜੀ ਖਿੱਚਦੇ ਹਾਂ ਉਹਦੇ ਨਾਲ, ਅਤੇ ਉਹਦਾ ਵੀ ਆਹ ਤਰੀਕਾ ਜੇ। ਆਹ ਸਿਰਫ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਧਾਉਣ ਵਾਸਤੇ ਦੱਸਿਆ। ਆਹ ਦੇਖੋ ਬੱਚਿਓ ਜਿਹੜਾ 9ਵੇਂ ਕੁਐਸਚਨ ਦਾ ਐੜਾ ਭਾਗ ਆ, ਯਾਨੀ ਕਿ ਸੈਕਿੰਡ ਪਾਰਟ ਉਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਚਿੱਤਰ ਵਿੱਚ AB ਸਮਾਂਤਰ DC ਹੈ, X ਦਾ ਮੁੱਲ ਪਤਾ ਕਰੋ। ਹੁਣ ਆਹ ਸਾਨੂੰ ਡਾਇਗਰਾਮ ਦੇ ਦਿੱਤੀ ਸਾਨੂੰ ABCD, ਇਹ 'ਚ AB ਅਤੇ ਜਿਹੜੀ ਆ DC ਆ ਜਾਂ CD ਆ ਜਾਂ DC ਆ, ਇਹ ਦੋਨੋਂ ਕੀ ਦਿੱਤੀਆਂ ਨੇ, ਸਮਾਂਤਰ। ਹੁਣ ਦੇਖੋ ਇਹ ਸਾਡੇ ਕੋਲ ਬਣ ਜਾਂਦੀ ਹੈ ਟਰਪੇਜ਼ੀਅਮ। ਜਿਹੜੇ ਟਰਪੇਜ਼ੀਅਮ ਦੇ ਜਿਹੜੇ ਡਾਇਗਨਲਸ ਹੁੰਦੇ ਨੇ ਉਹ ਆਪਸ ਵਿੱਚ ਜਦੋਂ ਕੱਟਦੇ ਨੇ ਅਤੇ ਉਹ ਦੋਵੇਂ ਇੱਕ ਦੂਸਰੇ ਨੂੰ ਪ੍ਰਪੋਰਸ਼ਨ ਵਿੱਚ ਹੀ ਵੰਡਦੇ ਨੇ, ਅਤੇ ਉਹ ਜਿਹੜਾ ਪ੍ਰਪੋਰਸ਼ਨ ਵਾ ਇਹਨਾਂ ਦਾ, ਉਹ ਦੇਖੋ ਕੀ ਬਣੇਗਾ, AE ਬਟਾ ਪਹਿਲਾ ਕਿਹੜਾ ਆ ਗਿਆ AE ਬਟਾ EC, ਉਹ ਕਿਹਦੇ ਬਰਾਬਰ ਹੋਏਗਾ, ਇੱਧਰੋਂ ਲੈ ਲਓ BE ਓਵਰ ED,
ਹੁਣ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰ ਦਈਏ। ਏ ਈ ਦੀ ਵੈਲਿਊ ਕਿੰਨੀ ਆ ਦੇਖੋ 7x-9 ਓਵਰ ਈ ਸੀ ਦੀ 2x-1 ਇਜ਼ ਇਕੁਅਲ ਟੂ 9x-8 ਜਿਹੜੀ ਆਹ ਵਾਲੀ ਵੈਲਿਊ ਬੀ ਈ ਦੀ ਅਤੇ ਈ ਡੀ ਦੀ ਵੈਲਿਊ 3x। ਹੁਣ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਹਿਲੇ ਕੁਐਸਚਨ ਨੂੰ ਸੋਲਵ ਕੀਤਾ ਸੀਗਾ, ਇਹਨਾਂ ਦੀ ਕ੍ਰੋਸ ਮਲਟੀਪਲਾਈ ਕਰਾਂਗੇ ਅਤੇ ਫਿਰ ਅਸੀਂ ਆਨਸਰ ਕੱਢ ਲਾਂਗੇ। 3x ਨੂੰ ਪਹਿਲਾਂ ਇੱਧਰ ਕ੍ਰੋਸ ਮਲਟੀਪਲਾਈ ਕਰ ਲਈਏ ਇੱਧਰ। ਦੇਖੋ ਬੱਚੇ, ਹੁਣ ਇਹਨਾਂ ਦੀ ਅਸੀਂ ਤਿਰਛੀ ਗੁਣਾ ਕਰਾਂਗੇ। ਮੈਂ ਤੁਹਾਨੂੰ ਇੱਥੇ ਪੂਰਾ ਐਲੈਬੋਰੇਟ ਕਰ ਦਿੰਦਾ। ਇੱਥੇ ਇੱਧਰ ਆ ਜਾਏਗਾ 2x-1 ਅਤੇ 9x-8 ਇਹ ਅਸੀਂ ਲਿਖ ਲਿਆ। ਹੁਣ ਇਹਨਾਂ ਦੀ ਮਲਟੀਪਲਾਈ ਇੱਥੇ ਆ ਗਿਆ 21x² -27x। ਇੱਧਰਲੇ ਪਾਸੇ ਇਹਨਾਂ ਨੂੰ ਮਲਟੀਪਲਾਈ ਕੀਤਾ 18x² -16x -9x ਅਤੇ +8 ਇਹ ਮਲਟੀਪਲਾਈ ਕਰ ਲਈ। ਹੁਣ ਇੱਕ ਸਾਈਡ 'ਤੇ ਕਰ ਲਈਏ 21x², ਇਹ ਜਿਹੜੇ x² ਦਾ ਇੱਧਰ ਆ ਕੇ -18x², ਅੱਗੇ -27x ਇਸੇ ਤਰ੍ਹਾਂ। ਇੱਧਰ ਹੈਗਾ ਜੇ -16x ਅਤੇ -9x, ਇਹ ਬਣ ਗਿਆ -25x ਅਤੇ ਇਕੁਅਲ ਟੂ ਦੇ ਸਾਈਨ ਦੇ ਇੱਧਰ ਆ ਕੇ +25x ਹੋ ਜਾਏਗਾ। ਇਹ +8 ਵਾ, ਇੱਧਰਲੀ ਸਾਈਡ 'ਤੇ ਆ ਕੇ -8 ਹੋ ਜਾਏਗਾ ਅਤੇ ਇਕੁਅਲਸ ਟੂ 0 ਹੋ ਜਾਏਗਾ। ਹੁਣ ਆਹ ਦੇਖੋ, ਇਹਦੇ 'ਚੋਂ ਇਹਨੂੰ ਮਾਈਨਸ ਕੀਤਾ 3x², ਇਹਨਾਂ ਨੂੰ ਮਾਈਨਸ ਕੀਤਾ ਅਤੇ -2x ਅਤੇ -8 ਇਜ਼ ਇਕੁਅਲ ਟੂ 0। ਹੁਣ ਅਸੀਂ ਇਹਨਾਂ ਦੇ ਫੈਕਟਰ ਬਣਾ ਲਾਂਗੇ। ਫੈਕਟਰ ਦੇਖੋ 3 8 24, ਮਲਟੀਪਲਾਈ ਕਰਕੇ 24 ਅਤੇ ਮਾਈਨਸ ਕਰਕੇ 2 ਆਵੇ ਅਤੇ ਉਹ ਕਿਸ ਤਰ੍ਹਾਂ ਵਾ 6 ਅਤੇ 4, 6 ਤੋਂ 4 ਗਏ 2 ਅਤੇ 6 ਚੌਕਾ 24। ਹੁਣ ਇੱਥੇ ਲਿਖ ਲਾਂਗੇ ਅਸੀਂ 3x² -6x +4x -8 ਇਜ਼ ਇਕੁਅਲ ਟੂ 0। ਮੈਂ ਇਹਨੂੰ ਬਰੈਕਟ 'ਚ ਨਹੀਂ ਲਿਖਿਆ, ਮੈਂ ਸਿੱਧੀ ਬਰੈਕਟ ਲਿਖ ਦਿੱਤੀ ਜੇ, ਕਿਉਂਕਿ ਫੈਕਟਰਾਈਜ਼ ਦੇ ਕੁਐਸਚਨ ਤੁਸੀਂ ਕਾਫੀ ਕਰ ਚੁੱਕੇ ਹੋ। ਅੱਗੇ ਦੇਖੋ, ਹੁਣ ਇਹ 'ਚੋਂ ਕਾਮਨ x -2 +4 ਕਾਮਨ x -2 ਇਜ਼ ਇਕੁਅਲ ਟੂ 0। ਹੁਣ ਇੱਧਰੋਂ x -2 ਇਕੁਅਲ ਟੂ 0 ਜਾਂ ਫਿਰ 3x +4, ਮੈਂ ਸਿੱਧਾ ਲਿਖਤਾ ਵਾ 3x +4 ਬਚੇਗੀ ਦੂਸਰੀ ਬਰੈਕਟ। ਜੇ ਤੁਸੀਂ ਵਿੱਚ ਲਿਖਣਾ ਵਾ ਤਾਂ ਇੱਥੇ ਮੈਂ ਤੁਹਾਨੂੰ ਲਿਖ ਦਿੰਦਾ x -2 ਅਤੇ ਦੂਸਰੀ ਬਰੈਕਟ ਕਿਹੜੀ ਬਚੀ 3x +4 ਇਜ਼ ਇਕੁਅਲ ਟੂ 0। ਇਹ ਉਹਨਾਂ ਨੂੰ ਵੱਖਰਾ ਕਰ ਲਿਆ। ਹੁਣ ਇਹਦੇ 'ਚੋਂ ਵੈਲਿਊ ਕੀ ਆ ਗਈ, x ਦੀ ਵੈਲਿਊ ਆ ਗਈ 2, ਇੱਧਰੋਂ 3x ਇਜ਼ ਇਕੁਅਲ ਟੂ -4 ਅਤੇ x ਇਜ਼ ਇਕੁਅਲ ਟੂ -4/3। ਹੁਣ ਨੈਗੇਟਿਵ ਵੈਲਿਊ ਅਸੀਂ ਨਹੀਂ ਲੈਣੀ, ਕਿਉਂਕਿ ਜਿਹੜੀਆਂ ਸਾਈਡਸ ਨੇ ਉਹ ਨੈਗੇਟਿਵ ਨਹੀਂ ਹੋ ਸਕਦੀਆਂ, ਅਤੇ ਇਸ ਕਰਕੇ x ਦੀ ਵੈਲਿਊ ਕੀ ਹੋਏਗੀ 2। ਇਹੀ ਇਹਦਾ ਆਨਸਰ ਜੇ ਇਸ ਕੁਐਸਚਨ ਦਾ, ਕਿ x ਦੀ ਵੈਲਿਊ ਜੇ 2 ਹੋਏਗੀ ਅਤੇ ਇਹ ਜਿਹੜੀਆਂ ਭੁਜਾਵਾਂ ਨੇ ਇਹ ਸਮਾਨ ਅਨੁਪਾਤ ਵਿੱਚ ਵੰਡੀਆਂ ਜਾਣਗੀਆਂ। ਇਹ ਸਾਡਾ ਸੀਗਾ ਕੁਐਸਚਨ 9ਵੇਂ ਦਾ ਜਿਹੜਾ ਐੜਾ ਭਾਗ ਸੀਗਾ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਦੇਖੋ ਬੱਚਿਓ, ਜਿਹੜਾ 10ਵਾਂ ਕੁਐਸਚਨ ਆ ਦੇਖੋ 10th ਕੁਐਸਚਨ। ਕਹਿੰਦੇ ਆ ਜਿਹੜੀ ਡਾਇਗਰਾਮ ਦਿੱਤੀ ਹੋਈ ਆ ਚਿੱਤਰ ਵਿੱਚ PS/SQ ਇਜ਼ ਇਕੁਅਲ ਟੂ PT/TR ਹੈ ਅਤੇ ਕੋਣ PST ਬਰਾਬਰ ਕੋਣ PRQ ਹੈ, ਤਾਂ ਸਿੱਧ ਕਰੋ ਕਿ ਜਿਹੜੀ ਤ੍ਰਿਭੁਜ PQR ਆਹ ਵਾਲੀ ਆ ਇਹ ਇੱਕ ਸਮ ਦੋਭੁਜੀ ਤ੍ਰਿਭੁਜ ਵਾ, ਯਾਨੀ ਕਿ ਇਹ ਕੀ ਹੈ, ਇੱਕ ਆਈਸੋਸੈਲਸ ਟਰਾਇੰਗਲ ਆ। ਸਾਨੂੰ ਕੰਡੀਸ਼ਨ ਦਿੱਤੀ ਹੋਈ ਆ। ਕੰਡੀਸ਼ਨ ਦੇ ਵਿੱਚ ਦੇਖੋ ਕੀ ਦਿੱਤਾ, PS/SQ ਅਤੇ PT/TR। ਅਸੀਂ ਹੁਣੇ ਜਿਹੜੇ ਪਿੱਛੇ ਸਵਾਲ ਕੀਤੇ ਸੀਗੇ, ਜਿਹੜੀਆਂ ਮੂਲ ਸਮਾਨ ਅਨੁਪਾਤਾ ਥਿਊਰਮ BPT ਸੀ, ਉਹਦੇ ਵਿੱਚ ਕੀ ਆ ਕਿ ਜੇ PS/SQ ਅਤੇ PT/TR ਹੋਵੇ, ਜਿਹੜਾ ਉਹਦਾ ਉਲਟ ਵਾ, ਅਤੇ ਫਿਰ ਉਦੋਂ ਕੀ ਨੇ ਵੀ ਆਹ ਲਾਈਨਾਂ ਸਮਾਂਤਰ ਨੇ, ਅਤੇ ਜੇ ਇਹ ਸਮਾਂਤਰ ਨੇ ਅਤੇ ਇਹ ਸਮਾਨ ਅਨੁਪਾਤ ਵਿੱਚ ਹੋਣਗੇ। ਹੁਣ ਸਾਨੂੰ ਇਹ ਸਮਾਨ ਅਨੁਪਾਤ ਵਿੱਚ ਦੇ ਦਿੱਤੇ ਨੇ, ਅਤੇ ਇਹਦਾ ਮਤਲਬ ਕੀ ਆ ਕਿ ST ਅਤੇ QR ਕੀ ਨੇ, ਆਪਸ ਵਿੱਚ ਪੈਰਲਲ ਨੇ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਕਾਪੀ 'ਤੇ ਮੈਂ ਕਰਦਾ, ਤੁਸੀਂ ਆਪਣੇ ਲਾਗੇ ਸ਼ੀਟ ਰੱਖ ਕੇ ਅਤੇ ਜ਼ਰੂਰ ਸਟੇਟਮੈਂਟ ਨੂੰ ਨਾਲ ਨਾਲ ਦੇਖਦੇ ਰਹੋ। ਦੇਖੋ ਬੱਚਿਓ, ਜਿਹੜਾ 10ਵਾਂ ਕੁਐਸਚਨ ਵਾ ਇੱਥੇ ਮੈਂ ਡਾਇਗਰਾਮ ਬਣਾ ਲਈ ਆ। ਹੁਣ ਦੇਖੋ ਇਹਦੇ ਵਿੱਚ ਕੀ ਆ, ਸਾਨੂੰ ਪਹਿਲਾਂ ਗਿਵਨ ਆ। ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜੇ ਸਾਡੇ ਕੋਲ ST ਅਤੇ QR ਸਮਾਂਤਰ ਹੋਣ ਤਾਂ ਆਹ ਪ੍ਰਪੋਰਸ਼ਨ 'ਚ ਆ ਜਾਂਦੀਆਂ PS/SQ ਅਤੇ PT/TR। ਹੁਣ ਸਾਨੂੰ ਜੇ PS/SQ ਅਤੇ PT/TR
ਟੀ ਆਰ ਇਕੁਅਲ ਦਿੱਤੇ ਨੇ, ਤੇ ਇਹਦਾ ਮਤਲਬ ਕਿ ਇਹ ਜਿਹੜੀਆਂ ਦੋਨੋਂ ਜਿਹੜੀਆਂ ਭੁਜਾਵਾਂ ਨੇ ਇਹ ਕੀ ਹੋਣਗੀਆਂ, ਸਮਾਂਤਰ। ਇੱਥੇ ਫਿਰ ਲਿਖ ਲਾਂਗੇ ਇਸ ਲਈ ਐਸ ਟੀ ਇਹ ਕੀ ਆ, ਸਮਾਂਤਰ ਯਾਨੀ ਕਿ ਪੈਰਲਲ ਆ ਕਿਹਦੇ, ਕਿਊ ਆਰ ਦੇ। ਇਹਦੇ ਆਹ ਕੰਡੀਸ਼ਨ ਆ ਗਈ। ਹੁਣ ਸਾਨੂੰ ਆ ਦੇਖੋ ਅਸੀਂ ਪ੍ਰੂਵ ਕੀ ਕਰਨਾ ਕਿ ਇਹ ਇੱਕ ਸਮ ਦੋ ਭੁਜੀ ਤ੍ਰਿਭੁਜ ਆ, ਯਾਨੀ ਕਿ ਆਈਸੋਸੈਲਸ ਟਰਾਇੰਗਲ ਆ, ਯਾਨੀ ਕਿ ਸਾਨੂੰ ਅਸੀਂ ਪ੍ਰੂਵ ਕਰਨਾ ਪੀ ਕਿਊ ਬਰਾਬਰ ਪੀ ਆਰ। ਅਤੇ ਅਸੀਂ ਉਹਦੇ ਵਾਸਤੇ ਕੀ ਕਰਨਾ ਵਾ, ਦੇਖੋ ਜਦੋਂ ਸਮ ਦੋ ਭੁਜੀ ਤ੍ਰਿਭੁਜ ਪ੍ਰੂਵ ਕਰਨੀ ਹੋਵੇ ਤੇ ਜਾਂ ਉਹਦੇ ਆਹ ਜਿਹੜੇ ਕੋਣ ਦੋ ਜਿਹੜੇ ਆ ਇਹ ਬਰਾਬਰ ਕਰਨੇ ਆ। ਅਤੇ ਜੇ ਇਹ ਕੋਣ ਦੋ ਬਰਾਬਰ ਦਿੱਤੇ ਹੋਣ ਅਤੇ ਭੁਜਾਵਾਂ ਬਰਾਬਰ ਹੋਣਗੀਆਂ ਅਤੇ ਸਮ ਦੋ ਭੁਜੀ ਤ੍ਰਿਭੁਜ ਹੋ ਜਾਏਗੀ। ਲੇਕਿਨ ਸਾਡੇ ਕੋਲ ਆ ਕੋਣ ਨਹੀਂ ਦਿੱਤੇ ਬਰਾਬਰ, ਅਸੀਂ ਇਹ ਪ੍ਰੂਵ ਕਰ ਦਾਂਗੇ ਅਤੇ ਇਹ ਸਮ ਦੋ ਭੁਜੀ ਤ੍ਰਿਭੁਜ ਬਣ ਜਾਏਗੀ। ਹੁਣ ਦੇਖੋ ਅੱਗੇ ਆਹ ਕੋਣ ਸਾਨੂੰ ਪਹਿਲਾਂ ਦਿੱਤਾ ਹੋਇਆ ਪੀ ਐਸ ਟੀ, ਇਹ ਕਿਹਦੇ ਬਰਾਬਰ ਆ, ਇੱਥੇ ਲਿਖਾਂਗੇ ਕੋਣ ਪੀ ਐਸ ਟੀ ਇਜ਼ ਇਕੁਅਲ ਟੂ ਐਂਗਲ ਜਿਹੜਾ ਵਾ ਹੁਣ ਕਿਹੜਾ ਬਣੇਗਾ, ਪੀ ਕਿਊ ਆਰ। ਪੀ ਕਿਊ ਆਰ ਇਹ ਦੋਨੋਂ ਕੋਣ ਬਰਾਬਰ ਹੋਣਗੇ। ਇਹ ਕਿਹੜੇ ਕੋਣ ਬਣਦੇ ਨੇ, ਕੋਰਸਪੋਂਡਿੰਗ ਐਂਗਲਸ ਇੰਗਲਿਸ਼ ਵਿੱਚ, ਅਤੇ ਪੰਜਾਬੀ 'ਚ ਸੰਗਤ ਕੋਣ। ਇੰਗਲਿਸ਼ ਵਿੱਚ ਜਿਹੜੇ ਸਟੂਡੈਂਟ ਦੇਖ ਰਹੇ ਆ ਕੋਰਸਪੋਂਡਿੰਗ ਐਂਗਲਸ ਲਿਖ ਲਿਓ ਇੱਥੇ। ਹੁਣ ਆਹ ਦੇਖੋ ਆਹ ਅਤੇ ਆਹ ਕੋਣ ਦੋਨੋਂ ਇਕੁਅਲ ਹੋ ਗਏ, ਆਹ ਕੋਰਸਪੋਂਡਿੰਗ ਐਂਗਲਸ ਆ ਗਏ। ਸਾਨੂੰ ਜਿਹੜਾ ਗਿਵਨ ਵਾ ਉਹਦੇ ਵਿੱਚ ਸਾਨੂੰ ਮੈਂ ਤੁਹਾਨੂੰ ਸ਼ੀਟ ਦਿਖਾਉਂਦਾ ਵਾਂ ਵੀ ਕਿਹੜੇ ਦੋ ਐਂਗਲ ਸਾਨੂੰ ਬਰਾਬਰ ਦਿੱਤੇ ਆ। ਆਹ ਦੇਖੋ ਬੱਚਿਓ ਸਾਨੂੰ ਇੱਥੇ ਐਂਗਲ ਪੀ ਐਸ ਟੀ, ਆਹ ਜਿਹੜਾ ਕੋਣ ਵਾ ਨਾ ਪੀ ਐਸ ਟੀ ਆਹ ਵਾਲਾ, ਇਹ ਇਕੁਅਲ ਕਿਹਦੇ ਦਿੱਤਾ, ਐਂਗਲ ਪੀ ਆਰ ਕਿਊ ਦੇ, ਯਾਨੀ ਕਿ ਇਹਦੇ ਬਰਾਬਰ ਦਿੱਤਾ ਜੇ, ਪੀ ਆਰ ਕਿਊ ਦੇ ਇਹਦੇ ਬਰਾਬਰ ਦਿੱਤਾ ਜੇ ਆਹ ਵਾਲਾ ਕੋਣ। ਅਸੀਂ ਇਹਦੀ ਵਰਤੋਂ ਕਰਾਂਗੇ। ਚਲੋ ਲਿਖਦੇ ਹਾਂ ਇੱਥੇ ਕਾਪੀ ਦੇ ਉੱਪਰ, ਇਹਦੇ ਲਿਖਾਂਗੇ ਕੋਣ ਪੀ ਐਸ ਟੀ ਬਰਾਬਰ ਕੋਣ ਆ ਜਿਹੜਾ ਕੋਣ ਪੀ ਆਰ ਕਿਊ, ਇਹ ਦੋਨੋਂ ਬਰਾਬਰ ਨੇ। ਇਹ ਕਿਸ ਤਰ੍ਹਾਂ ਬਰਾਬਰ ਸੀਗੇ, ਇਹ ਦਿੱਤਾ ਹੈ ਸਾਨੂੰ, ਇਹ ਪਹਿਲਾਂ ਹੀ ਗਿਵਨ ਆ ਵੀ ਇਹ ਬਰਾਬਰ ਨੇ। ਹੁਣ ਦੇਖੋ ਜੇ ਆ ਇਹਦੇ ਬਰਾਬਰ ਆ ਕੋਣ ਜਿਹੜਾ ਪੀ ਐਸ ਟੀ, ਅਤੇ ਪੀ ਐਸ ਟੀ ਇਹਦੇ ਬਰਾਬਰ ਵਾ, ਅਤੇ ਜਦੋਂ ਅਸੀਂ ਇਹਨਾਂ ਨੂੰ ਕੰਪੇਅਰ ਕਰਾਂਗੇ ਤਾਂ ਪੀ ਐਸ ਟੀ ਛੱਡ ਦਾਂਗੇ, ਆਹ ਦੋਨੋਂ ਕੋਣ ਬਰਾਬਰ ਆ ਜਾਣਗੇ। ਇਹਨਾਂ ਨੂੰ ਤੁਸੀਂ ਜੇ ਨੰਬਰ ਵੀ ਦੇਣਾ ਹੋਏਗਾ ਤਾਂ ਨੰਬਰ 1 ਅਤੇ ਨੰਬਰ 2 ਕਰ ਲਓ। ਮੈਂ ਇੱਧਰਲੀ ਸਾਈਡ 'ਤੇ ਲਿਖ ਦਿੰਦਾ ਵਾਂ, ਆ ਦੇਖੋ ਇਹਨੂੰ ਨੰਬਰ 1 ਕਰ ਲਓ ਅਤੇ ਇਹ ਜਿਹੜਾ ਵਾ ਨੰਬਰ 2। ਅਸੀਂ ਇੱਥੇ ਲਿਖ ਸਕਦੇ ਹਾਂ ਫਰੋਮ 1 ਐਂਡ 2। ਹੁਣ ਇਹਦੇ ਤੋਂ ਕੀ ਹੋ ਗਿਆ ਕਿ ਜਿਹੜਾ ਕੋਣ ਵਾ ਪੀ ਕਿਊ ਆਰ, ਆਹ ਵਾਲਾ ਕੋਣ ਪੀ ਕਿਊ ਆਰ ਕਿਹਦੇ ਬਰਾਬਰ ਹੋ ਗਿਆ, ਪੀ ਆਰ ਕਿਊ ਦੇ। ਹੁਣ ਪੀ ਕਿਊ ਆਰ ਕਿਹੜਾ ਕੋਣ ਵਾ, ਪੀ ਕਿਊ ਆਰ ਆਹ ਵਾਲਾ ਕੋਣ, ਇਹ ਕਿਹਦੇ ਬਰਾਬਰ ਆ ਗਿਆ, ਪੀ ਆਰ ਕਿਊ, ਅਤੇ ਪੀ ਆਰ ਕਿਊ ਕੋਣ ਕਿਹੜਾ ਵਾ, ਆਹ ਵਾਲਾ। ਇਹ ਦੋਨੋਂ ਐਂਗਲ ਹੁਣ ਆਪਸ ਵਿੱਚ ਬਰਾਬਰ ਆ ਗਏ ਨੇ। ਅਤੇ ਜਦੋਂ ਇਹ ਕੋਣ ਬਰਾਬਰ ਹੋਣ, ਜਦੋਂ ਆਹ ਕੋਣ ਬਰਾਬਰ ਆ ਗਏ ਤੁਹਾਨੂੰ ਮੈਂ ਦੱਸਿਆ ਸੀ ਫਿਰ ਇਹਦੀਆਂ ਭੁਜਾਵਾਂ ਵੀ ਕੀ ਹੋਣਗੀਆਂ, ਬਰਾਬਰ ਹੋਣਗੀਆਂ, ਯਾਨੀ ਕਿ ਪੀ ਕਿਊ ਇਜ਼ ਇਕੁਅਲ ਟੂ ਪੀ ਆਰ। ਅਤੇ ਜੇ ਇਹ ਭੁਜਾਵਾਂ ਦੋ ਕਿਸੇ ਤ੍ਰਿਭੁਜ ਦੀਆਂ ਬਰਾਬਰ ਹੋਣ ਤਾਂ ਤ੍ਰਿਭੁਜ ਕਿਹੜੀ ਹੁੰਦੀ ਆ, ਸਮ ਦੋ ਭੁਜੀ। ਇਸ ਲਈ ਜਿਹੜੀ ਤ੍ਰਿਭੁਜ ਪੀ ਕਿਊ ਆਰ ਦਿੱਤੀ ਹੋਈ ਆ ਉਹ ਕਿਹੜੀ ਹੋਏਗੀ, ਸਮ ਦੋ ਭੁਜੀ ਤ੍ਰਿਭੁਜ ਹੈ। ਅਤੇ ਜਿਹੜੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਆ ਉਹ ਇੱਥੇ ਕੀ ਲਿਖ ਲਿਓ ਕਿ ਦੇਅਰਫੋਰ ਟਰਾਈਐਂਗਲ ਪੀ ਕਿਊ ਆਰ ਇਜ਼ ਐਨ ਆਈਸੋਸੈਲਸ ਟਰਾਈਐਂਗਲ। ਇਹ ਸੀਗਾ ਸਾਡਾ ਕੁਐਸਚਨ ਨੰਬਰ 10। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। 11ਵਾਂ ਕੁਐਸਚਨ ਦੇਖੋ ਬੱਚਿਓ, 6 ਮੀਟਰ ਲੰਬਾਈ ਵਾਲੇ ਇੱਕ ਲੰਬ ਰੂਪ ਵਿੱਚ ਖੜ੍ਹੇ ਇੱਕ ਖੰਭੇ ਦੀ ਜ਼ਮੀਨ 'ਤੇ ਪਰਛਾਵੇਂ ਦੀ ਲੰਬਾਈ 4 ਮੀਟਰ ਹੈ, ਯਾਨੀ ਕਿ ਇੱਕ 6 ਮੀਟਰ ਲੰਬਾ ਖੰਭਾ ਵਾ, ਉਹਦੀ ਜਿਹੜੀ ਪਰਛਾਵੇਂ ਦੀ ਲੰਬਾਈ ਬਣ ਰਹੀ ਹੈ ਜ਼ਮੀਨ 'ਤੇ ਉਹ 4 ਮੀਟਰ ਆ। ਜਦੋਂ ਕਿ ਉਸੇ ਸਮੇਂ ਇੱਕ ਮੀਨਾਰ ਦੀ ਪਰਛਾਵੇਂ ਦੀ ਲੰਬਾਈ ਜਿਹੜੀ ਆ 28 ਮੀਟਰ ਹੈ। ਮੀਨਾਰ ਦੀ ਉਚਾਈ ਪਤਾ ਕਰੋ। ਹੁਣ ਦੇਖੋ ਖੰਭੇ ਦੀ ਲੰਬਾਈ ਦੇ ਦਿੱਤੀ, ਉਹਦੇ ਪਰਛਾਵੇਂ ਦੀ ਲੰਬਾਈ ਵੀ ਦੇ ਦਿੱਤੀ, ਦੂਜੇ ਪਾਸੇ ਸਾਨੂੰ ਮੀਨਾਰ ਦੇ ਪਰਛਾਵੇਂ ਦੀ ਲੰਬਾਈ ਦੇ ਦਿੱਤੀ ਆ, ਲੇਕਿਨ ਮੀਨਾਰ ਦੀ ਉਚਾਈ ਨਹੀਂ ਦੱਸੀ, ਯਾਨੀ ਕਿ ਅਸੀਂ ਹਾਈਟ ਆਫ ਦਾ ਟਾਵਰ, ਅਸੀਂ ਮੀਨਾਰ ਦੀ ਉਚਾਈ ਪਤਾ ਕਰਨੀ ਆ। ਚਲੋ ਦੇਖਦੇ ਹਾਂ ਸਲੂਸ਼ਨ ਇਹਦਾ। ਸਭ ਤੋਂ ਪਹਿਲਾਂ ਬੱਚਿਓ ਅਸੀਂ ਜਿਹੜੀ ਸਾਨੂੰ ਜੋ ਸਟੇਟਮੈਂਟ 'ਚ ਲਿਖਿਆ ਵਾ ਪਹਿਲਾਂ ਉਹਦੀ ਡਾਇਗਰਾਮ ਬਣਾਵਾਂਗੇ। ਆ ਦੇਖੋ ਮੰਨ ਲਓ ਕਿ ਸਾਡੇ ਕੋਲ
ਆ ਇੱਕ ਖੰਭਾ ਵਾ, ਇਹਦੀ ਲੰਬਾਈ ਕਿੰਨੀ ਦਿੱਤੀ ਹੋਈ ਆ 6 ਸੈਂਟੀਮੀਟਰ। 6 ਸੈਂਟੀਮੀਟਰ ਖੰਭਾ। ਤੁਸੀਂ ਨਾਲ ਹੀ ਸ਼ੀਟ ਆਪਣੀ ਲਾਗੇ ਰੱਖਿਓ, ਸਟੇਟਮੈਂਟ ਤੁਸੀਂ ਉੱਥੇ ਨਾਲ ਦੇਖਿਓ। ਅੱਗੇ ਦੇਖੋ ਖੰਭੇ ਨੂੰ ਜਿਹੜਾ ਵਾ ਉਹ ਕਹਿੰਦੇ ਵੀ ਲੰਬ ਰੂਪ ਵਿੱਚ ਖੜਾ ਵਾ, ਬਿਲਕੁਲ ਸਿੱਧਾ ਸਟੇਟ ਜ਼ਮੀਨ ਦੇ ਨਾਲ। ਇਹਦੇ ਜ਼ਮੀਨ ਦੇ ਜਿਹੜਾ ਪਰਛਾਵਾਂ ਬਣਨ ਦਿਆ, ਹੁਣ ਜ਼ਮੀਨ ਆ ਹੋਏਗੀ, ਇਹਦੇ ਉੱਪਰ ਜਿਹੜਾ ਪਰਛਾਵਾਂ ਬਣਦਾ ਪਿਆ ਵਾ ਉਹ ਕਿੰਨਾ ਪਰਛਾਵਾਂ ਆ ਰਿਹਾ 4 ਮੀਟਰ। ਇਹ ਖੰਭੇ ਦੀ ਲੰਬਾਈ 6 ਮੀਟਰ ਦਿੱਤੀ ਹੋਈ ਹੈ। ਆ ਦੇਖਿਓ ਖੰਭੇ ਦੀ ਲੰਬਾਈ ਜਿਹੜੀ ਆ ਉਹ 6 ਮੀਟਰ ਵਾ ਅਤੇ ਇਹ 4 ਮੀਟਰ ਆ। ਹੁਣ ਦੇਖੋ ਆ ਇੱਕ ਤ੍ਰਿਭੁਜ ਬਣੇਗੀ। ਮੰਨ ਲਓ ਕਿ ਸੂਰਜ ਦੀ ਰੋਸ਼ਨੀ ਕਿਤੇ ਇੱਧਰੋਂ ਕਿਤੋਂ ਆ ਰਹੀ ਆ ਉੱਪਰੋਂ, ਇਸੇ ਕਰਕੇ ਪਰਛਾਵਾਂ ਇੱਧਰ ਨੂੰ ਗਿਆ, ਜਾਂ ਇੱਧਰੋਂ ਕਿਤੋਂ ਰੋਸ਼ਨੀ ਪੈ ਰਹੀ ਹੈ ਸੂਰਜ ਦੀ, ਪਰਛਾਵਾਂ ਬਣ ਗਿਆ ਅਤੇ ਇਸ ਤਰ੍ਹਾਂ ਕਰਕੇ ਰੋਸ਼ਨੀ ਆ ਰਹੀ ਥੱਲੇ ਇੱਧਰੋਂ ਪਰਛਾਵਾਂ ਪੂਰਾ ਇੱਥੋਂ ਤੱਕ, ਅਤੇ ਆ ਸਿੱਧੀ ਲਾਈਨ ਬਣ ਗਈ। ਇਹ ਸਾਡੇ ਕੋਲ ਬਣ ਗਈ ਇੱਕ ਤ੍ਰਿਭੁਜ। ਅਸੀਂ ਇਹਦਾ ਨਾਮ ਰੱਖ ਲੈਂਦੇ ਹਾਂ AB ਅਤੇ C। ਆਹ ਕੋਣ ਜਿਹੜਾ ਖੰਭੇ ਦਾ ਜ਼ਮੀਨ ਦੇ ਨਾਲ ਵਾ ਇਹ ਬਿਲਕੁਲ ਸਮਕੋਣ ਹੋਏਗਾ। ਹੁਣ ਅਗਲੀ ਲਾਈਨ ਕੀ ਹੈ ਸਟੇਟਮੈਂਟ ਦੀ, ਉਹ ਕਹਿੰਦੇ ਕਿ ਜਦੋਂ ਕਿ ਉਸੇ ਸਮੇਂ ਇੱਕ ਮੀਨਾਰ ਦੀ ਜਿਹੜੀ ਪਰਛਾਵੇਂ ਦੀ ਲੰਬਾਈ ਆ, ਹੁਣ ਆਹ ਦੇਖੋ ਅਸੀਂ ਇੱਧਰ ਡਰਾ ਕਰ ਲੈਂਦੇ ਹਾਂ। ਮੰਨ ਲਓ ਕਿ ਆਹ ਇੱਕ ਮੀਨਾਰ ਵਾ ਅਤੇ ਮੀਨਾਰ ਦਾ ਜਿਹੜਾ ਪਰਛਾਵਾਂ ਵਾ ਜਿਹੜੀ ਉਹਦੀ ਲੰਬਾਈ ਦੱਸੀ ਆ, ਪਰਛਾਵਾਂ ਜ਼ਮੀਨ 'ਤੇ ਬਣੇਗਾ ਉਹ ਕਿੰਨੀ ਆ 28 ਮੀਟਰ। 28 ਮੀਟਰ। ਹੁਣ ਆ ਵੀ ਮੀਨਾਰ ਜਿਹੜਾ ਬਿਲਕੁਲ ਸਿੱਧਾ ਹੋਏਗਾ, ਇਹ ਵੀ 90 ਡਿਗਰੀ ਦਾ ਕੋਣ ਬਣਾਏਗਾ। ਇਹਦੇ 'ਤੇ ਵੀ ਸੂਰਜ ਦੀ ਰੋਸ਼ਨੀ ਪਏਗੀ ਅਤੇ ਇਹਦਾ ਵੀ ਕੋਣ ਇਸ ਤਰ੍ਹਾਂ ਹੀ ਥੱਲੇ ਆਏਗਾ ਸਿੱਧਾ। ਆ ਦੇਖੋ ਹੁਣ ਆਹ ਮੀਨਾਰ ਵਾ, ਆਹ ਖੰਭਾ ਸੀਗਾ ਯਾਨੀ ਕਿ ਪੋਲ, ਅਤੇ ਇਹ ਟਾਵਰ ਯਾਨੀ ਕਿ ਮੀਨਾਰ। ਹੁਣ ਆਹ ਦੇਖੋ ਬੱਚਿਓ ਮੀਨਾਰ ਦੀ ਹਾਈਟ ਸਾਨੂੰ ਪਤਾ ਹੀ ਨਹੀਂ ਹੈ ਕਿੰਨੀ ਆ, ਅਸੀਂ ਇਹਨੂੰ ਲੈਟ ਕਰ ਲਾਂਗੇ ਵੀ ਹਾਈਟ ਇਹਦੀ ਕੀ ਆ H। ਮੈਂ ਤੁਹਾਨੂੰ ਇਹ ਡਾਇਗਰਾਮ 'ਚ ਦੱਸ ਰਿਹਾ ਵਾਂ, ਫਿਰ ਲਿਖਣਾ ਕਿਸ ਤਰ੍ਹਾਂ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। ਪਹਿਲਾਂ ਡਾਇਗਰਾਮ ਸਮਝ ਲੱਗ ਜੇ ਡਾਇਗਰਾਮ ਆ ਗਈ ਤਾਂ ਸਮਝ ਲਓ ਅਸੀਂ ਸਵਾਲ ਕਰ ਲਿਆ। ਹੁਣ ਇਸ ਟਰਾਇੰਗਲ ਦਾ ਵੀ ਕੋਈ ਨਾਮ ਰੱਖ ਲਓ, ਜੋ ਮਰਜ਼ੀ PQR ਨਾਮ ਰੱਖ ਲੈਂਦੇ ਅਸੀਂ ਇਹਦਾ, PQ ਅਤੇ R। ਇਹ ਸਾਡੇ ਕੋਲ ਹੁਣ ਦੋ ਕੰਡੀਸ਼ਨਸ ਬਣ ਗਈਆਂ। ਹੁਣ ਅਸੀਂ ਕੀ ਲਿਖਾਂਗੇ, ਸਭ ਤੋਂ ਪਹਿਲਾਂ ਜਿਹੜਾ ਖੰਭਾ ਵਾ ਉਹਦੀ ਲੰਬਾਈ, ਖੰਭੇ ਦੀ ਲੰਬਾਈ ਉਹ ਕਿੰਨੀ ਆ 6 ਮੀਟਰ। ਉਸ ਤੋਂ ਬਾਅਦ ਪਰਛਾਵੇਂ ਦੀ ਲੰਬਾਈ ਚਾਰ ਮੀਟਰ। ਉਸ ਤੋਂ ਬਾਅਦ ਮੀਨਾਰ ਦੀ ਲੰਬਾਈ, ਮੀਨਾਰ ਦੀ ਲੰਬਾਈ ਕੋਈ ਦਿੱਤੀ ਨਹੀਂ ਹੋਈ, ਅਸੀਂ ਉਹ ਲੈਟ ਕਰ ਲਈ ਆ H ਮੀਟਰ। ਇੱਥੇ ਚਾਹੇ ਇੰਗਲਿਸ਼ ਵਿੱਚ ਲਿਖ ਲਓ। ਉਸ ਤੋਂ ਬਾਅਦ ਮੀਨਾਰ ਦੇ ਪਰਛਾਵੇਂ ਦੀ ਲੰਬਾਈ, ਮੀਨਾਰ ਦੇ ਪਰਛਾਵੇਂ ਦੀ ਲੰਬਾਈ ਉਹ ਕਿੰਨੀ ਹੈਗੀ ਆ 28 ਮੀਟਰ। ਹੁਣ ਆਹ ਬੱਚਿਓ ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਈ ਸਵਾਲ ਦੀ। ਜੋ ਦਿੱਤਾ ਸੀ ਅਸੀਂ ਉਹਦੀ ਪਹਿਲਾਂ ਡਾਇਗਰਾਮ ਬਣਾ ਲਈਆਂ ਦੋਨੋਂ, ਉਸ ਤੋਂ ਬਾਅਦ ਅਸੀਂ ਉਹਨੂੰ ਲਿਖ ਲਿਆ। ਹੁਣ ਦੇਖੋ ਕਰਨਾ ਕੀ ਆ, ਅਸੀਂ ਇਹਨਾਂ ਦੋਨਾਂ ਤ੍ਰਿਭੁਜਾਂ ਨੂੰ ਸਮਰੂਪ ਸਿੱਧ ਕਰਾਂਗੇ। ਉਹਦੇ ਵਾਸਤੇ ਦੇਖੋ ਸਾਡੇ ਕੋਲ ਆਹ ਕੋਣ ਅਤੇ ਆਹ ਕੋਣ ਦੋਨੋਂ ਬਰਾਬਰ ਨੇ। ਹੁਣ ਜਿਹੜਾ ਸੂਰਜ ਦਾ ਕੋਣ ਉੱਪਰੋਂ ਉਚਾਨ ਕੋਣ ਆ ਰਿਹਾ ਵਾ, ਇਹ ਕੋਣ ਅਤੇ ਆਹ ਕੋਣ ਦੋਨੋਂ ਉਚਾਨ ਕੋਣ ਜਿਹੜੇ ਬਰਾਬਰ ਹੋਣਗੇ, ਕਿਉਂਕਿ ਸੂਰਜ ਦੀ ਡਾਇਰੈਕਸ਼ਨ ਇੱਕੋ ਜਗ੍ਹਾ ਹੀ ਆ, ਉਹਦਾ ਉੱਥੋਂ ਹੀ ਜਿਹੜੀਆਂ ਕਿਰਨਾਂ ਥੱਲੇ ਆ ਰਹੀਆਂ ਨੇ ਸੇਮ, ਸਿਰਫ ਸਾਈਜ਼ ਵੱਡੇ ਛੋਟੇ ਹੋਣ ਕਰਕੇ ਫਰਕ ਪੈ ਰਿਹਾ, ਬਾਕੀ ਕੋਣ ਜਿਹੜਾ ਉਹਦਾ ਸੇਮ ਆ ਬਿਲਕੁਲ ਉਚਾਨ ਕੋਣ। ਹੁਣ ਅਸੀਂ ਇੱਥੇ ਲਿਖਣਾ ਕਿਸ ਤਰ੍ਹਾਂ ਵਾ ਦੋਨੋਂ ਤ੍ਰਿਭੁਜਾਂ ਵਿੱਚ, ਕੀ ਲਿਖਾਂਗੇ ਆ ਦੇਖੋ ਹੁਣ ਧਿਆਨ ਨਾਲ ਇੱਥੇ ਮੈਂ ਲਿਖਦਾ ਜਾਂਦਾ ਇਹਦੇ ਨਾਲ, ਮੈਂ ਇੱਧਰ ਸਾਈਡ 'ਤੇ ਲਿਖ ਦੇਣਾ ਕਿਉਂਕਿ ਤੁਹਾਨੂੰ ਡਾਇਗਰਾਮ ਦਾ ਵੀ ਨਾਲ ਪਤਾ ਲੱਗਦਾ ਰਹੇਗਾ। ਇਨ ਟਰਾਈਐਂਗਲ ABC ਐਂਡ ਟਰਾਈਐਂਗਲ PQR, ਇਹਨਾਂ ਦੋਨਾਂ ਤ੍ਰਿਭੁਜਾਂ ਦੇ ਵਿੱਚ ਹੁਣ ਕੀ ਕੀ ਆ। ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜਾ
ਐਂਗਲ ਬੀ ਆ ਉਹ ਕਿਹਦੇ ਬਰਾਬਰ ਆ, ਐਂਗਲ ਕਿਊ ਦੇ। ਇਹ ਦੋਨੋਂ ਕੋਣ ਕਿਉਂ ਬਰਾਬਰ ਨੇ, ਕਿਉਂਕਿ ਇਹ 90 ਡਿਗਰੀ ਦੇ ਨੇ, 90 ਡਿਗਰੀ ਈਚ। ਸਾਨੂੰ ਪਤਾ ਕਿ ਜਿਹੜੀ ਜ਼ਮੀਨ ਦੇ ਨਾਲ ਕੋਣ ਜਿਹੜਾ ਵਾ ਖੰਭੇ ਦਾ ਅਤੇ ਮੀਨਾਰ ਦਾ 90 ਡਿਗਰੀ ਦਾ ਹੋਏਗਾ। ਦੂਸਰਾ ਆਹ ਜਿਹੜਾ ਕੋਣ ਸੀ ਆ ਇਹ ਕੋਣ ਕਿਹਦੇ ਬਰਾਬਰ ਜੇ, ਕੋਣ ਆਰ ਦੇ। ਇਹ ਦੋਨੋਂ ਕਿਉਂ ਬਰਾਬਰ ਨੇ, ਮੈਂ ਤੁਹਾਨੂੰ ਕੰਡੀਸ਼ਨ ਦੱਸੀ ਸੀਗੀ ਵੀ ਇਹ ਜਿਹੜੇ ਨੇ ਉਚਾਨ ਕੋਣ ਨੇ, ਇਹ ਸੂਰਜ ਦੇ ਉਚਾਨ ਕੋਣ ਜਿਹੜੇ ਨੇ ਇਹ ਦੋਨੋਂ ਬਰਾਬਰ ਹੋਣਗੇ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਐਂਗਲਸ ਆਫ ਐਲਟੀਟਿਊਡ ਆਫ ਸਨ, ਇਹ ਦੋਨੋਂ ਬਰਾਬਰ ਹੋ ਗਏ। ਹੁਣ ਇੱਥੇ ਕਿਹੜਾ ਕਿਹੜਾ ਕ੍ਰਾਈਟੀਰੀਆ ਲੱਗ ਗਿਆ, ਸਿਮੀਲੈਰਿਟੀ ਦਾ ਐਂਗਲ, ਐਂਗਲ ਦੋ ਐਂਗਲ ਬਰਾਬਰ ਆ ਗਏ ਅਤੇ ਐਂਗਲ ਐਂਗਲ ਜਿਹੜਾ ਕ੍ਰਾਈਟੀਰੀਆ ਵਾ ਉਹਦੇ ਨਾਲ ਕੀ ਹੋ ਗਿਆ, ਜਿਹੜੀ ਟਰਾਈਐਂਗਲ ਏ ਬੀ ਸੀ ਆ ਉਹ ਸਮਰੂਪ ਹੋ ਗਈ ਕਿਹੜੀ ਟਰਾਈਐਂਗਲ ਦੇ, ਪੀ ਕਿਊ ਆਰ ਦੇ। ਇਹਦੇ ਨਾਲ ਇੱਥੇ ਲਿਖ ਲਿਓ ਸਿਮੀਲੈਰਿਟੀ ਜਾਂ ਸਮਰੂਪਤਾ। ਮੈਂ ਇਹ ਸਵਾਲ ਬੱਚਿਓ ਹੌਲੀ ਹੌਲੀ ਇਸ ਕਰਕੇ ਕਰਾ ਰਿਹਾ ਕਿ ਤੁਹਾਨੂੰ ਕਲੀਅਰ ਹੋ ਜਾਏ ਕਿ ਜਿਹੜੀ ਦੋ ਟਰਾਇੰਗਲ ਜਦੋਂ ਆਪਸ ਵਿੱਚ ਸਮਰੂਪ ਕਰਨੀਆਂ ਉਹ ਕਿਸ ਤਰ੍ਹਾਂ ਕਰਨੀਆਂ ਨੇ ਅਤੇ ਉਹਨਾਂ ਦੇ ਰੂਲਸ ਕਿਸ ਤਰ੍ਹਾਂ ਯੂਜ਼ ਕਰਨੇ ਆ। ਹੁਣ ਟਰਾਇੰਗਲਸ ਸਿਮੀਲਰ ਹੋ ਗਈਆਂ। ਹੁਣ ਸਾਨੂੰ ਪਤਾ ਵਾ ਵੀ ਜਿਹੜੀਆਂ ਤ੍ਰਿਭੁਜਾਂ ਸਮਰੂਪ ਹੁੰਦੀਆਂ ਨੇ, ਹੁਣ ਮੈਂ ਤੁਹਾਨੂੰ ਡਾਇਗਰਾਮ ਵੀ ਨਾਲ ਨਾਲ ਦਿਖਾਉਣੀ ਆ। ਆਹ ਦੇਖੋ, ਜਿਹੜੀਆਂ ਦੋ ਤ੍ਰਿਭੁਜਾਂ ਸਮਰੂਪ ਹੁੰਦੀਆਂ ਨੇ ਉਹਨਾਂ ਦੀਆਂ ਸੰਗਤ ਭੁਜਾਵਾਂ, ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ ਕੋਰਸਪੋਂਡਿੰਗ ਸਾਈਡਸ, ਇਹ ਆਪਸ ਵਿੱਚ ਸਮਾਨ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਨੇ। ਹੁਣ ਆਹ ਦੇਖੋ ਇਹਦੇ 'ਚ ਕਿਹੜੀ ਕਿਹੜੀ ਹੋਏਗੀ, ਜਿਹੜੀ ਪੀ ਕਿਊ ਆ ਅਤੇ ਉਹ ਏ ਬੀ ਦੇ ਨਾਲ ਸਮਾਨ ਅਨੁਪਾਤ ਵਿੱਚ ਹੋਏਗੀ ਅਤੇ ਆਰ ਕਿਊ ਅਤੇ ਬੀ ਸੀ। ਹੁਣ ਮੈਂ ਇੱਥੇ ਲਿਖ ਲੈਣਾ, ਪਹਿਲਾਂ ਭਾਵੇਂ ਤੁਸੀਂ ਆਹ ਲਿਖ ਲਓ ਅਤੇ ਭਾਵੇਂ ਆਹ ਲਿਖ ਲਓ, ਇੱਕੋ ਹੀ ਗੱਲ ਆ। ਅਸੀਂ ਇੱਥੇ ਕੀ ਲਿਖਾਂਗੇ, ਇਸ ਲਈ ਪੀ ਕਿਊ ਬਟਾ, ਆਹ ਦੇਖੋ ਹੁਣ ਡਾਇਗਰਾਮ 'ਚ ਪੀ ਕਿਊ ਬਟਾ ਏ ਬੀ, ਇਸ ਲਈ ਪੀ ਕਿਊ ਬਟਾ ਏ ਬੀ ਉਹ ਕਿਹਦੇ ਬਰਾਬਰ ਆ ਰਹੀ ਆ, ਕਿਊ ਆਰ ਬਟਾ ਬੀ ਸੀ। ਆਹ ਅਸੀਂ ਭੁਜਾਵਾਂ ਜਿਹੜੀਆਂ ਸੰਗਤ ਭੁਜਾਵਾਂ ਜਿਹੜੀਆਂ ਸਮਾਨ ਅਨੁਪਾਤ 'ਚ ਲੈ ਲਈਆਂ, ਜਿਹੜੀਆਂ ਕੋਰਸਪੋਂਡਿੰਗ ਸਾਈਡਸ ਨੇ। ਹੁਣ ਇਹਨਾਂ ਦੀ ਵੈਲਿਊ ਲਿਖ ਲਈਏ। ਪੀ ਕਿਊ ਅਸੀਂ ਜਿਹੜੀ ਮੀਨਾਰ ਦੀ ਉਚਾਈ ਕਿੰਨੀ ਲਈ ਸੀ, ਐਚ। ਏ ਬੀ ਖੰਭੇ ਦੀ ਲੰਬਾਈ ਆ ਉਹ ਕਿੰਨੀ ਆ, 6। ਉਸ ਤੋਂ ਬਾਅਦ ਕਿਊ ਆਰ ਜਿਹੜਾ ਵਾ ਉਹ ਪਰਛਾਵਾਂ ਵਾ ਉਹ 28 ਮੀਟਰ ਅਤੇ ਉਸ ਤੋਂ ਬਾਅਦ ਇਹਦਾ ਜਿਹੜਾ ਬੀ ਸੀ ਪਰਛਾਵਾਂ ਜਿਹੜਾ ਖੰਭੇ ਦਾ ਸੀ ਉਹ 4 ਮੀਟਰ ਆ। ਹੁਣ ਆਹ ਤਿਰਛੀ ਗੁਣਾ ਕਰ ਦਾਂਗੇ ਇਹਦੀ, ਐਚ ਇੱਥੇ ਰਹੇਗਾ, ਇਕੱਲੇ 6 ਨੂੰ ਇੱਧਰ ਗੁਣਾ ਕਰ ਦਿਓ ਅਤੇ ਸਾਡੇ ਕੋਲ ਕੀ ਆ ਜਾਏਗਾ, ਐਚ ਬਰਾਬਰ 28 ਗੁਣਾ 6 ਬਟਾ 4। ਇਹਨਾਂ ਦੀ ਕਟਿੰਗ ਕਰ ਲਓ, 4 7 28। ਹੁਣ ਸੱਤੂ ਛੀ ਕਿੰਨਾ ਆ ਗਿਆ, 42। ਯਾਨੀ ਕਿ ਹਾਈਟ ਆਫ ਮੀਨਾਰ ਯਾਨੀ ਟਾਵਰ ਦੀ ਹਾਈਟ ਕਿੰਨੀ ਆ ਗਈ, 42 ਮੀਟਰ। ਅਤੇ ਇਹ ਸਾਡੇ ਕੁਐਸਚਨ ਦਾ ਆਨਸਰ ਜੇ, ਕੁਐਸਚਨ ਨੰਬਰ 11। ਬਿਲਕੁਲ ਸਿੰਪਲ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਿਰਫ ਅਸੀਂ ਇਹਦੇ ਵਿੱਚ ਦੋ ਤ੍ਰਿਭੁਜਾਂ ਨੂੰ ਸਮਰੂਪ ਕੀਤਾ, ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਸੰਗਤ ਭੁਜਾਵਾਂ ਜਿਹੜੀਆਂ ਨੇ ਉਹ ਸਮਾਨ ਅਨੁਪਾਤ ਵਿੱਚ ਲਿਖ ਲਈਆਂ ਅਤੇ ਉਹਨਾਂ ਦੀਆਂ ਵੈਲਿਊਜ਼ ਪੁੱਟ ਕਰਕੇ ਅਤੇ ਅਸੀਂ ਆਨਸਰ ਕੱਢ ਲਿਆ। ਬਿਲਕੁਲ ਸਿੰਪਲ ਕੁਐਸਚਨ। ਤੁਸੀਂ ਸਵਾਲ ਕਰਨ ਤੋਂ ਪਹਿਲਾਂ ਡਾਇਗਰਾਮ ਨੂੰ ਬਣਾਉਣਾ ਔਰ ਡਾਇਗਰਾਮ ਚੰਗੀ ਤਰ੍ਹਾਂ ਸਮਝ ਲੱਗੇਗੀ ਅਤੇ ਕੁਐਸਚਨ ਬਿਲਕੁਲ ਆਸਾਨ ਜੇ। ਇਹ ਸੀਗਾ ਕੁਐਸਚਨ ਨੰਬਰ ਬੱਚਿਓ 11ਵਾਂ। ਹੁਣ ਅਗਲਾ ਕੁਐਸਚਨ ਦੇਖਦੇ ਹਾਂ। ਆਹ ਦੇਖੋ ਬੱਚਿਓ, ਜਿਹੜਾ 12ਵਾਂ ਕੁਐਸਚਨ ਉਹਦੇ 'ਚ ਕੀ ਆ ਕਿ ਜੇਕਰ ਟਰਾਈਐਂਗਲ ਏ ਬੀ ਸੀ ਸਮਰੂਪ ਆ ਟਰਾਈਐਂਗਲ ਪੀ ਕਿਊ ਆਰ ਅਤੇ ਬੀ ਸੀ ਬਟਾ ਕਿਊ ਆਰ ਬਰਾਬਰ 1/3 ਤਾਂ ਏਰੀਆ ਆਫ ਟਰਾਈਐਂਗਲ ਪੀ ਆਰ ਕਿਊ ਓਵਰ ਏਰੀਆ ਆਫ ਟਰਾਈਐਂਗਲ ਏ ਸੀ ਬੀ ਦਾ ਮੁੱਲ ਪਤਾ ਕਰੋ। ਹੁਣ ਦੇਖੋ ਬੱਚਿਓ, ਦੋਨੋਂ ਜਿਹੜੀਆਂ ਤ੍ਰਿਭੁਜਾਂ ਨੇ ਉਹ ਸਾਨੂੰ ਸਮਰੂਪ ਦਿੱਤੀਆਂ ਨੇ ਅਤੇ ਜਿਹੜੀਆਂ ਸਮਰੂਪ ਤ੍ਰਿਭੁਜਾਂ ਦਾ ਜਿਹੜਾ ਖੇਤਰਫਲ ਹੁੰਦਾ ਵਾ ਉਹ ਜਿਹੜੀਆਂ ਉਹਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਬਰਾਬਰ ਹੁੰਦਾ ਜੇ, ਜਿਹੜਾ ਉਹਨਾਂ ਦਾ ਖੇਤਰਫਲ ਆ। ਮੈਂ ਪਿੱਛੇ ਵੀ ਤੁਹਾਨੂੰ ਦੱਸਿਆ ਸੀਗਾ, ਜਿਸ ਤਰ੍ਹਾਂ ਬੀ ਸੀ ਦਾ ਵਰਗ ਅਤੇ ਕਿਊ ਆਰ ਦਾ ਵਰਗ। ਹੁਣ ਇੱਥੇ ਜਿਹੜੀ ਚੀਜ਼ ਧਿਆਨ ਰੱਖਣ ਵਾਲੀ ਜੇ ਨਾ, ਉਹ ਦੇਖਿਓ, ਸਾਨੂੰ ਪਹਿਲਾਂ ਦਿੱਤੀ ਆ ਟਰਾਈਐਂਗਲ ਕਿਹੜੀ, ਏ ਬੀ ਸੀ, ਸਮਰੂਪ ਕਿਹਦੇ ਦਿੱਤੀ ਹੋਈ ਆ, ਟਰਾਈਐਂਗਲ ਪੀ ਕਿਊ ਆਰ ਦੇ। ਹੁਣ ਜਿਹੜੀ ਬੀ ਸੀ ਦੀ ਵੈਲਿਊ ਅਤੇ ਇਹਦੀ ਜਿਹੜੀ ਆ ਰੇਸ਼ੋ ਜਿਹੜੀ ਦਿੱਤੀ ਆ ਅਨੁਪਾਤ ਦਿੱਤਾ ਉਹ 1/3। ਆਹ ਦੇਖੋ, ਸਾਨੂੰ ਜਿਹੜਾ ਇੱਥੇ ਏਰੀਆ ਪੁੱਛ ਰਹੇ ਆ, ਜਿਹੜੀ ਬਿਲਕੁਲ ਇੱਥੇ ਧਿਆਨ ਦੇਣ ਵਾਲੀ ਗੱਲ ਜੇ, ਇਹਨੂੰ ਧਿਆਨ ਨਾਲ ਸੁਣਿਓ।
ਇਹਨਾਂ ਨੇ ਕੀ ਕੀਤਾ ਇਹਦੇ 'ਚ ਕੁਐਸਚਨ ਦੇ ਵਿੱਚ ਕਿ ਏਰੀਆ ਜਿਹੜਾ ਦੋਨਾਂ ਤ੍ਰਿਭੁਜਾਂ ਦਾ ਪੁੱਛਿਆ ਉਹ ਉਲਟਾ ਦਿੱਤਾ। ਹੁਣ ਆਹ ਚੀਜ਼ ਮੈਂ ਤੁਹਾਨੂੰ ਦੱਸਦਾ ਵਾਂ, ਆਹ ਦੇਖੋ ਕਿ ਜਿਹੜਾ ਇਹਨਾਂ ਦਾ ਏਰੀਆ ਜਿਹੜਾ ਹੋਏਗਾ ਉਹ ਇਹਨਾਂ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੋਏਗਾ। ਪਰ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਟਰਾਇੰਗਲ ਬਣਾ ਕੇ ਦੱਸਦਾ ਜਿਹੜੀ ਇਹਨਾਂ ਨੇ ਨਾਮ ਜਿਹੜੇ ਰੱਖੇ ਹੋਏ ਆ। ਆਹ ਦੇਖੋ, ਜਿਸ ਤਰ੍ਹਾਂ ਟਰਾਈਐਂਗਲ ਦਿੱਤੀ ਆ ਪਹਿਲਾਂ ABC ਤੇ ਦੂਸਰੀ ਟਰਾਈਐਂਗਲ ਦਿੱਤੀ ਹੋਈ ਆ PQ ਤੇ R। ਹੁਣ ਦੇਖੋ ਜਿਹੜੀਆਂ ਸਮ ਰੂਪ ਸੀਗੀਆਂ ਦੋਨੋਂ ਆਪਸ ਵਿੱਚ ਸਿਮਿਲਰ ਨੇ ABC ਤੇ PQR, ਪਰ ਜਿਹੜਾ ਉਹਨਾਂ ਨੇ ਏਰੀਆ ਕਿਹਾ ਵਾ ਉਹ ਕਿਹਦਾ ਕਿਹਾ PRQ ਤੇ ACB। ਆ ਦੇਖੋ ਨਾਮ ਇਧਰੋਂ ਦੀ ਦੇ ਦਿੱਤਾ। ਹੁਣ ਅਸੀਂ ਜਦੋਂ ਟਰਾਇੰਗਲ ਨੂੰ ਇਧਰੋਂ ਦੇਖਣਾ, ਆਹ ਟਰਾਇੰਗਲ ਉੱਪਰ ਦਿੱਤੀ ਆ। ਹੁਣ ਇਹਨਾਂ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਨੇ ਉਹਨਾਂ ਦਾ ਅਨੁਪਾਤ ਬਰਾਬਰ ਹੋਏਗਾ PR ਬਟਾ AC, RQ ਬਟਾ CB ਜਾਂ QR ਬਟਾ BC। ਹੁਣ ਇੱਥੇ ਅਸੀਂ ਇਹਨਾਂ ਦੇ ਸਮਾਨ ਅਨੁਪਾਤ ਲਿਖ ਲਾਂਗੇ। ਆ ਦੇਖੋ ਪਹਿਲਾਂ ਕੀ ਆਏਗਾ, ਕਿਉਂਕਿ ਪਹਿਲੀ ਤ੍ਰਿਭੁਜ ਆਹ ਵਾਲੀ ਆ, ਤੇ ਇਹਦਾ ਕੀ ਆਏਗਾ QR ਬਟਾ BC। ਹੁਣ ਸਾਨੂੰ ਜਿਹੜੀ ਵੈਲਿਊ ਦਿੱਤੀ ਆ ਉਹ BC ਬਟਾ QR ਦੀ ਆ 1/3, ਤੇ ਇੱਥੇ ਉਲਟ ਗਈ ਵੈਲਿਊ QR ਦੀ ਉੱਪਰ ਤੇ BC ਦੀ ਵੈਲਿਊ ਥੱਲੇ ਆ ਗਈ। ਜਿਹੜਾ ਇਹਨਾਂ ਦਾ ਖੇਤਰਫਲ ਵਾ ਉਹ ਇਹਨਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ। ਹੁਣ QR ਦੀ ਵੈਲਿਊ 3 ਵਾ ਤੇ BC ਦੀ ਵੈਲਿਊ 1 ਆ। ਇਹਨਾਂ ਦਾ ਵਰਗ ਕਰਾਂਗੇ ਤੇ ਕਿੰਨਾ ਆ ਜਾਏਗਾ 9/1। 3 ਦਾ ਵਰਗ 9 ਤੇ 1 ਦਾ ਵਰਗ 1। ਆ ਇਹਦਾ ਆਨਸਰ ਜੇ 9/1। ਇਹ ਇਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਹੋਏਗਾ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 12ਵਾਂ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆ ਜਿਹੜਾ ਬੱਚਿਓ ਦੇਖੋ 13ਵਾਂ ਕੁਐਸਚਨ ਆ, ਇਹਦੇ ਵਿੱਚ ਕੀ ਆ D ਅਤੇ E ਕ੍ਰਮਵਾਰ। ਆ ਦੇਖੋ ਡਾਇਗਰਾਮ ਦੇ ਵਿੱਚ D ਅਤੇ E ਜਿਹੜੇ 2 ਪੁਆਇੰਟ ਦਿੱਤੇ ਨੇ, ਇਹ ਟਰਾਈਐਂਗਲ ABC ਜਿਹੜੀ ਕੋਣ C ਉੱਪਰ ਸਮਕੋਣੀ ਹੈ, ਯਾਨੀ ਕਿ ਇਹਦਾ ਜਿਹੜਾ ਐਂਗਲ C ਆ ਇਹ ਰਾਈਟ ਐਂਗਲਡ ਆ, ਦੀਆਂ ਭੁਜਾਵਾਂ CA, ਇੱਕ ਆ ਦੇਖੋ ਜਿਹੜੀ ਭੁਜਾ ਥੱਲੇ ਦਿੱਤੀ ਹੋਈ ਹੈ CA ਅਤੇ CB ਉੱਪਰ ਸਥਿਤ ਨੇ। ਕਿਹੜੇ ਬਿੰਦੂ D ਤੇ E, ਇਹ ਦੋਵਾਂ ਭੁਜਾਵਾਂ ਦੇ ਉੱਪਰ ਦਿੱਤੇ ਹੋਏ ਨੇ। ਸਿੱਧ ਕੀ ਕਰਨਾ AE ਦਾ ਵਰਗ ਜਮਾ BD ਦਾ ਵਰਗ ਬਰਾਬਰ AB ਦਾ ਵਰਗ ਜਮਾ DE ਦਾ ਵਰਗ। ਅਸੀਂ ਆਹ ਚੀਜ਼ ਇਹਦੇ 'ਚ ਪ੍ਰੂਵ ਕਰਨੀ ਆ। ਆਹ ਸਟੇਟਮੈਂਟ ਦਿੱਤੀ ਥੱਲੇ ਇੰਗਲਿਸ਼ ਦੇ ਵਿੱਚ ਵੀ ਕਿ D and E ਆਰ ਪੁਆਇੰਟਸ ਔਨ ਸਾਈਡਸ CA and CB ਰਿਸਪੈਕਟਿਵਲੀ ਆਫ ਆ ਟਰਾਈਐਂਗਲ ABC ਰਾਈਟ ਐਂਗਲਡ ਐਟ C। ਆ ਦੇਖੋ C ਦੇ ਉੱਪਰ ਰਾਈਟ ਐਂਗਲਡ ਆ। ਪ੍ਰੂਵ ਦੈਟ AE ਸਕੇਅਰ ਪਲੱਸ BD ਸਕੇਅਰ ਇਜ਼ ਇਕੁਅਲ ਟੂ AB ਸਕੇਅਰ ਪਲੱਸ DE ਸਕੇਅਰ। ਚਲੋ ਇਹਦਾ ਸੋਲੂਸ਼ਨ ਦੇਖਦੇ ਹਾਂ। ਆ ਦੇਖੋ ਬੱਚਿਓ ਜਿਹੜਾ 13ਵਾਂ ਕੁਐਸਚਨ ਵਾ ਜੋ ਉਹਦੇ 'ਚ ਗਿਵਨ ਵਾ ਅਸੀਂ ਪਹਿਲਾਂ ਉਹ ਲਿਖਾਂਗੇ। ਆ ਦੇਖੋ ਸਾਨੂੰ ਇਹਦੇ 'ਚ ਗਿਵਨ ਕੀ ਹੈਗਾ ਵਾ, ਜਿਹੜੀ ਟਰਾਈਐਂਗਲ ABC ਆ ਉਹ ਕਿਹੜੀ ਤ੍ਰਿਭੁਜ ਵਾ, ਇੱਕ ਸਮਕੋਣੀ ਤ੍ਰਿਭੁਜ ਹੈ ਔਰ ਇਹਦਾ ਕਿਹੜਾ ਕੋਣ ਸਮਕੋਣ ਆ। ਆ ਦੇਖੋ ਕੋਣ C, ਕੋਣ C ਸਮਕੋਣ ਹੈ। ਇਹ ਸਾਨੂੰ ਗਿਵਨ ਸੀਗਾ, ਅਸੀਂ ਉਹ ਲਿਖ ਲਿਆ। ਉਸ ਤੋਂ ਬਾਅਦ ਦੇਖੋ ਜਿਹੜੇ 2 ਬਿੰਦੂ ਦਿੱਤੇ ਨੇ ਉਹ ਕਿਹੜੀਆਂ ਭੁਜਾਵਾਂ ਦੇ ਦਿੱਤੇ ਨੇ, ਇੱਕ D ਤੇ ਇੱਕ E ਬਿੰਦੂ। ਤੁਸੀਂ ਆਪਣੀ ਵਰਕਸ਼ੀਟ ਲਾਗੇ ਰੱਖ ਕੇ ਉਹ ਤੋਂ ਸਟੇਟਮੈਂਟ ਜ਼ਰੂਰ ਨਾਲ ਨਾਲ ਦੇਖਦੇ ਰਹੋ। ਬਿੰਦੂ D ਅਤੇ E ਇੱਕ ਕ੍ਰਮਵਾਰ ਜਿਹੜੇ ਨੇ ਮਤਲਬ ਕਿ ਵਾਰੀ ਸਿਰ ਕਿੱਥੇ ਕਿੱਥੇ ਦਿੱਤੇ ਨੇ। ਇੱਕ ਭੁਜਾ ਹੈਗਾ ਵਾ ਭੁਜਾਵਾਂ ਕਿਹੜੀਆਂ CA ਅਤੇ ਦੂਸਰੀ CB। ਸਥਿਤ ਹਨ। ਇਹ ਬੱਚੋ ਗਿਵਨ ਜਿਹੜਾ ਵਾ ਇਹ ਅਸੀਂ ਲਿਖਣਾ ਹੀ ਲਿਖਣਾ, ਸਾਨੂੰ ਸਟੇਟਮੈਂਟ 'ਚ ਦਿੱਤਾ ਹੁੰਦਾ ਹੈ, ਇਹ ਅਸੀਂ ਲਿਖ ਲਾਂਗੇ। ਹੁਣ ਅੱਗੇ ਅਸੀਂ ਕੀ ਲਿਖਣਾ ਹੁੰਦਾ ਇਹਦੇ 'ਚ ਕਿ ਸਿੱਧ ਕੀ ਕਰਨਾ, ਜੋ ਅਸੀਂ ਸਿੱਧ ਕਰਨਾ ਉਹ ਲਿਖਾਂਗੇ, ਯਾਨੀ ਕਿ ਟੂ ਪ੍ਰੂਵ। ਅਸੀਂ ਕੀ ਪ੍ਰੂਵ ਕਰਨਾ ਵਾ, AE ਦਾ ਸਕੇਅਰ ਪਲੱਸ BD ਦਾ ਸਕੇਅਰ ਇਜ਼ ਇਕੁਅਲ ਟੂ AB ਦਾ ਸਕੇਅਰ ਪਲੱਸ
DE ਦਾ ਸਕੇਅਰ। ਆ ਅਸੀਂ ਪ੍ਰੂਵ ਕਰਨਾ। ਹੁਣ ਪ੍ਰੂਫ ਦੇਖਾਂਗੇ ਦਾ, ਯਾਨੀ ਕਿ ਸਬੂਤ। ਇੱਥੇ ਪ੍ਰੂਫ ਵਾਸਤੇ ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਅਸੀਂ ਕਿਹੜੀ ਟਰਾਇੰਗਲ ਲਵਾਂਗੇ? ਅਸੀਂ ਲਵਾਂਗੇ ਟਰਾਇੰਗਲ ACE। ਜਿਹੜੀ ਟਰਾਇੰਗਲ ਆ ਵਾਲੀ ਆ AC ਤੇ E, ਆ ਦੇਖਿਓ ਧਿਆਨ ਨਾਲ ਇੱਥੇ ACE ਟਰਾਇੰਗਲ। ਇਹਦੇ ਵਿੱਚ ਕੀ ਆ? ਜਿਹੜਾ AE ਦਾ ਵਰਗ ਵਾ, ਯਾਨੀ ਕਿ ਇਹ ਸਮਕੋਣੀ ਤ੍ਰਿਭੁਜ ਵਾ। ਪਾਈਥਾਗੋਰਸ ਸਿਧਾਂਤ ਦੇ ਅਨੁਸਾਰ ਜਿਹੜਾ ਕਰਨ ਦਾ ਵਰਗ ਵਾ ਉਹ ਕਿਹਦੇ ਬਰਾਬਰ ਹੁੰਦਾ ਵਾ? ਕਰਨ ਦਾ ਵਰਗ, ਮੈਂ ਪਿੱਛੇ ਵੀ ਇੱਕ ਸਵਾਲ 'ਚ ਦੱਸਿਆ ਸੀ, ਕਰਨ ਦਾ ਵਰਗ ਬਰਾਬਰ ਲੰਬ ਦਾ ਵਰਗ ਜਮਾ ਆਧਾਰ ਦਾ ਵਰਗ। ਹੁਣ ਇਹਦੇ 'ਚ ਕਰਨ ਜਿਹੜਾ ਵਾ ਉਹ ਕੀ ਆ? ਆਹ ਟਰਾਇੰਗਲ ਜੇ, ਇਹ ਧਿਆਨ ਰੱਖਿਓ, AE ਤੇ C ਟਰਾਇੰਗਲ ਆ ਵਾਲੀ ਜਿਹੜੀ ਆ, ਜਾਂ ACE। ਆਹ ਟਰਾਇੰਗਲ ਦੇ ਵਿੱਚ ਕੀ ਆ ਗਿਆ ਸਾਡੇ ਕੋਲ? ਦੇਖੋ ਕਰਨ ਦਾ ਵਰਗ, ਕਰਨ ਕੀ ਆ ਉੱਥੇ? AE। ਇਹ ਕਿਹਦੇ ਬਰਾਬਰ ਆ ਗਿਆ? AC ਦਾ ਵਰਗ ਜਮਾ ਦੂਸਰਾ CE। ਆਹ ਚੀਜ਼ ਬੱਚਿਓ ਬੜੇ ਧਿਆਨ ਨਾਲ ਲਿਖਣੀ ਜੇ, ਕਿ ਸਾਨੂੰ ਪਤਾ ਹੋਵੇ ਵੀ ਅਸੀਂ ਕਿਹੜੀ ਟਰਾਇੰਗਲ ਲਈ ਆ ਅਤੇ ਉਹਦੇ 'ਚੋਂ ਅਸੀਂ ਕਿਹੜੀ ਸਾਈਡ ਉਹਦੀ ਲਿਖਦੇ ਪਏ ਆ। ਇਹ ਪਾਈਥਾਗੋਰਸ ਸਿਧਾਂਤ ਦੇ ਅਨੁਸਾਰ ਜੇ, ਤੁਸੀਂ ਇੱਥੇ ਸਾਈਡ 'ਤੇ ਲਿਖ ਵੀ ਸਕਦੇ ਹੋ, ਪਾਈਥਾਗੋਰਸ ਸਿਧਾਂਤ ਅਨੁਸਾਰ। ਉਸ ਤੋਂ ਬਾਅਦ ਹੁਣ ਦੂਸਰੀ ਤ੍ਰਿਭੁਜ ਲਵਾਂਗੇ ਅਸੀਂ DB ਤੇ C, ਜਿਹਦੇ ਵਿੱਚ ਵੀ ਸਮਕੋਣ ਬਣਦਾ ਜਾਏਗਾ। ਸਾਰੀਆਂ ਤ੍ਰਿਭੁਜਾਂ ਲਵਾਂਗੇ, ਫਿਰ ਅਸੀਂ ਆਹ ਪ੍ਰੂਵ ਕਰਾਂਗੇ। ਦੇਖੋ AE ਸਾਨੂੰ ਚਾਹੀਦਾ ਸੀ, AE ਸਕੇਅਰ ਆ ਗਿਆ। ਦੂਜੇ ਪਾਸੇ ਸਾਨੂੰ ਕੀ ਚਾਹੀਦਾ? BD। ਅਤੇ BD ਜਿਹੜਾ ਵਾ ਉਹ ਦੇਖੋ ਕਿਹੜੀ ਤ੍ਰਿਭੁਜ ਦਾ ਆ ਰਿਹਾ ਵਾ? ਆਹ ਵਾਲੀ ਤ੍ਰਿਭੁਜ। ਮੈਂ ਤੁਹਾਨੂੰ ਡਾਇਗਰਾਮ ਪੂਰੀ ਦਿਖਾਉਣਾ ਇੱਥੇ। ਆਹ ਦੇਖੋ ਜਿਹੜਾ BD ਆ, ਇਹ ਆਹ ਸਮਕੋਣੀ ਤ੍ਰਿਭੁਜ ਵਿੱਚ ਆ ਰਿਹਾ ਜੇ, ਯਾਨੀ ਕਿ ਸਾਨੂੰ ਇੱਥੇ BD ਦਾ ਵਰਗ ਚਾਹੀਦਾ ਅਤੇ ਅਸੀਂ ਆਹ ਤ੍ਰਿਭੁਜ ਲਵਾਂਗੇ। ਤ੍ਰਿਭੁਜ ਦਾ ਨਾਮ ਕੀ ਲਿਖਾਂਗੇ? ਤ੍ਰਿਭੁਜ DBC। DBC ਜਾਂ DCB ਜਾਂ BCD, ਜਿਸ ਤਰ੍ਹਾਂ ਮਰਜ਼ੀ ਲਿਖ ਲਿਓ। ਤ੍ਰਿਭੁਜ DBC ਵਿੱਚ ਹੁਣ ਇਹਦੇ 'ਚ ਦੇਖੋ ਕਰਨ ਦਾ ਵਰਗ, ਕਰਨ ਦਾ ਵਰਗ ਯਾਨੀ BD ਦਾ। ਆ ਦੇਖੋ ਟਰਾਇੰਗਲ ਦੇ ਵਿੱਚ BD ਦਾ ਵਰਗ। ਇਹ ਤੁਸੀਂ ਆਪਣੀ ਡਾਇਗਰਾਮ ਜਿਹੜੀ ਹੈ ਨਾ ਉਹਦੀ ਵਰਕਸ਼ੀਟ ਦੀ, ਉਹ ਜ਼ਰੂਰ ਆਪਣੇ ਲਾਗੇ ਰੱਖਿਓ, ਤੁਹਾਨੂੰ ਉੱਥੋਂ ਧਿਆਨ ਰਹੇਗਾ। ਇੱਥੋਂ ਮੈਂ ਦੱਸਦਾ ਪਿਆ ਨਾਲ ਨਾਲ। ਦੇਖੋ ਆਹ ਕਰਨ ਬਣਿਆ ਇਸ ਤ੍ਰਿਭੁਜ ਦਾ, ਆਹ ਵਾਲੀ ਸਮਕੋਣੀ ਤ੍ਰਿਭੁਜ। ਇਹ 'ਚ ਕੀ ਆ ਗਿਆ? BD ਦਾ ਵਰਗ ਬਰਾਬਰ DC ਦਾ ਵਰਗ ਜਮਾ C ਤੇ B। ਇਹਨੂੰ ਅਸੀਂ ਨੰਬਰ ਦੇਵਾਂਗੇ 2। ਇਹ ਤੁਹਾਨੂੰ ਕਲੀਅਰ ਹੋ ਗਿਆ? ਪਾਈਥਾਗੋਰਸ ਸਿਧਾਂਤ ਦੇ ਅਨੁਸਾਰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ। ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ, ਕਰਨ ਦਾ ਵਰਗ ਬਰਾਬਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ। ਇਹ ਲਿਖ ਲਏ ਅਸੀਂ ਦੋਨੋਂ। ਹੁਣ ਅਸੀਂ ਇੱਕ ਜਿਹੜੀ ਤ੍ਰਿਭੁਜ ਲਵਾਂਗੇ ਉਹ ਆਹ ਵਾਲੀ ਲਵਾਂਗੇ, ਤ੍ਰਿਭੁਜ DC ਤੇ E। ਹੁਣ ਇਹਦੇ ਵਿੱਚ ਕਿਹੜਾ ਵਰਗ ਬਣੇਗਾ? ਆਹ ਦੇਖੋ DE ਦਾ ਵਰਗ, ਯਾਨੀ ਕਿ ਆਹ ਜਿਹੜਾ ਵਾ ਨਾ ਸਮਕੋਣੀ ਤ੍ਰਿਭੁਜ ਆ ਗਈ, ਇਹਦੇ 'ਚ ਕਰਨ DE ਬਣ ਗਿਆ। ਅਤੇ ਆਹ ਦੇਖੋ ਜਿਹੜਾ ਅਸੀਂ ਪ੍ਰੂਵ ਕਰਨਾ ਉਹਦੇ 'ਚ DE ਦਾ ਵਰਗ ਵੀ ਹੈਗਾ। ਪਹਿਲਾਂ ਅਸੀਂ ਦੇਖਿਆ AE ਦਾ ਵਰਗ ਕਿਹਦੇ 'ਚ ਬਣਦਾ, ਫਿਰ BD ਦਾ। ਹੁਣ ਅਸੀਂ ਆਹ ਲੈ ਰਹੇ ਹਾਂ ਪਹਿਲਾਂ DE ਦਾ ਵਰਗ। ਤੁਸੀਂ ਚਾਹੇ ਇਹਨੂੰ ਪਹਿਲਾਂ ਲੈ ਲਓ, ਅਤੇ ਜੇ AB ਦਾ ਵਰਗ ਲੈਣਾ ਤਾਂ ਫਿਰ ਤ੍ਰਿਭੁਜ ਤੁਸੀਂ ਪੂਰੀ ਲਓਗੇ ਬਾਹਰ ਵਾਲੀ ABC, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ। ਚਲੋ ਪਹਿਲਾਂ ਅਸੀਂ ਤ੍ਰਿਭੁਜ ਜਿਹੜੀ ਆ AB ਵੱਡੀ ਤ੍ਰਿਭੁਜ ਲੈ ਲੈਂਦੇ ਹਾਂ। ਅਸੀਂ ਉਹ ਤੋਂ ਕਰਕੇ ਦੇਖ ਲੈਂਦੇ ਹਾਂ ABC, ਕਿਉਂਕਿ AB ਦਾ ਵਰਗ ਵੀ ਸਾਨੂੰ ਚਾਹੀਦਾ। ਹੁਣ ਅਸੀਂ ਲਿਖਾਂਗੇ ਤ੍ਰਿਭੁਜ ABC ਵਿੱਚ। ਹੁਣ ਜਿਹੜੀ ਸਭ ਤੋਂ ਵੱਡੀ ਤ੍ਰਿਭੁਜ ਵਾ ਉਹਦੇ ਵਿੱਚ ਕੀ ਆਏਗਾ? ਆਹ ਦੇਖੋ ਇੱਥੋਂ AB, ਆਹ ਜਿਹੜੀ ਬਾਹਰ ਵਾਲੀ ਤ੍ਰਿਭੁਜ ਵਾ ABC, ਇਹਦੇ 'ਚ ਕਰਨ ਕੀ ਬਣ ਗਿਆ? AB ਦਾ ਵਰਗ ਬਰਾਬਰ BC ਦਾ ਵਰਗ ਜਮਾ CA ਦਾ ਵਰਗ। ਅਸੀਂ ਇੱਥੇ ਲਿਖ ਦਾਂਗੇ ਤ੍ਰਿਭੁਜ ABC ਦੇ ਵਿੱਚ ਕੀ ਆ ਗਿਆ? AB ਦਾ ਵਰਗ ਬਰਾਬਰ AC ਦਾ ਵਰਗ ਜਮਾ CB ਦਾ ਵਰਗ। ਇਹਨੂੰ ਅਸੀਂ ਨੰਬਰ ਦੇਵਾਂਗੇ 3। ਹੁਣ ਜਿਹੜੀ ਸਭ ਤੋਂ ਲਾਸਟ ਚੀਜ਼ ਰਹਿ ਗਈ ਉਹ ਕੀ ਰਹਿ ਗਈ? DE ਦਾ ਵਰਗ, ਜਿਹੜਾ ਅਸੀਂ ਪ੍ਰੂਵ ਕਰਨਾ। ਔਰ ਜਿਹੜਾ DE ਆ ਹਾਈਪੋਟੀਨਿਊਸ, ਉਹ ਇੱਥੇ ਆ ਰਿਹਾ DE ਕਰਨ ਹਾਈਪੋਟੀਨਿਊਸ। ਅਤੇ ਇਹ ਟਰਾਇੰਗਲ ਕਿਹੜੀ ਆ ਗਈ? ਇਹ ਟਰਾਇੰਗਲ ਆ ਗਈ DCE। ਹੁਣ ਲਿਖਾਂਗੇ ਇੱਥੇ ਤ੍ਰਿਭੁਜ DC ਜਾਂ DEC ਲਿਖ ਲਓ, ਜਾਂ DCE ਦੇ ਵਿੱਚ। ਹੁਣ ਇੱਥੇ ਦੇਖੋ ਤੁਸੀਂ, ਇਹਦੇ ਵਿੱਚ
ਕੀ ਆ ਰਿਹਾ ਵਾ ਡੀ ਈ ਦਾ ਵਰਗ। ਆ ਦੇਖੋ ਇੱਥੇ ਮੈਂ ਤੁਹਾਨੂੰ ਦਿਖਾਇਆ ਸੀ ਕਰਨ ਡੀ ਈ ਦਾ ਵਰਗ। ਸਭ ਤੋਂ ਪਹਿਲਾਂ ਅਸੀਂ ਉਹ ਲਿਖਾਂਗੇ ਡੀ ਈ ਦਾ ਵਰਗ ਬਰਾਬਰ ਕਿਹਦੇ ਬਰਾਬਰ ਆ ਰਿਹਾ ਡੀ ਸੀ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ ਅਤੇ ਲੰਬ ਇਹਦਾ ਕੀ ਸੀਗਾ ਸੀ ਈ ਦਾ ਵਰਗ। ਆ ਦੇਖੋ ਇਹ ਸਾਡੇ ਕੋਲ ਆ ਗਿਆ ਨੰਬਰ 4। ਹੁਣ ਆ ਬੱਚਿਓ ਦੇਖੋ ਚਾਰੇ ਕੰਡੀਸ਼ਨਾਂ ਆ ਗਈਆਂ। ਤੁਸੀਂ ਇਹ ਕਿੱਥੋਂ ਦੇਖਣਾ ਵਾ ਜਿਹੜਾ ਅਸੀਂ ਚੀਜ਼ ਪ੍ਰੂਵ ਕਰਨੀ ਆ। ਇਹਦੇ 'ਚ ਦੇਖੋ ਵੀ ਏ ਈ ਕੀ ਆ, ਕਿਹੜੀ ਤ੍ਰਿਭੁਜ ਦੇ ਵਿੱਚ ਇਹ ਕਰਨ ਬਣ ਰਿਹਾ, ਫਿਰ ਬੀ ਡੀ ਕਿਹੜੀ ਤ੍ਰਿਭੁਜ ਦਾ ਬਣ ਰਿਹਾ, ਫਿਰ ਏ ਬੀ ਅਤੇ ਫਿਰ ਡੀ ਈ। ਅਸੀਂ ਇਹ ਚਾਰੇ ਤ੍ਰਿਭੁਜਾਂ ਲੈ ਕੇ ਅਸੀਂ ਆ ਲਿਖ ਲਿਆ ਵਾ। ਹੁਣ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਇੱਕ ਸਾਈਡ 'ਤੇ ਕੀ ਚਾਹੀਦਾ ਵਾ, ਦੇਖੋ ਏ ਈ ਅਤੇ ਬੀ ਡੀ। ਹੁਣ ਇਹ ਕਿਹਦੇ 'ਚ ਆਇਆ ਸੀਗਾ ਏ ਈ ਅਤੇ ਬੀ ਡੀ ਦਾ ਵਰਗ। ਪਹਿਲੀਆਂ ਦੋਵਾਂ ਵਿੱਚ ਅਸੀਂ ਸਮੀਕਰਨ 1 ਅਤੇ 2 ਨੂੰ ਪਹਿਲਾਂ ਜੋੜਾਂਗੇ। ਸਭ ਤੋਂ ਕੀ ਲਿਖਾਂਗੇ, ਪਹਿਲਾਂ ਐਡਿੰਗ 1 ਐਂਡ 2। ਇਹਦੇ 'ਚ ਲਿਖ ਲਿਓ ਤੁਸੀਂ ਨਾਲ ਵੀ ਸਮੀਕਰਨ 1 ਅਤੇ 2 ਨੂੰ ਜੋੜਨ 'ਤੇ ਇਹਦੇ 'ਚ ਆ ਜਾਏਗਾ ਏ ਈ ਦਾ ਵਰਗ ਪਲੱਸ ਦੂਸਰਾ ਕੀ ਆ ਗਿਆ ਬੀ ਡੀ ਦਾ ਵਰਗ। ਹੁਣ ਦੂਜੀਆਂ ਸਾਈਡਾਂ ਦੀਆਂ ਦੇਖੋ ਕੀ ਆ, ਤੁਸੀਂ ਇਥੋਂ ਨਾਲ ਦੇਖਦੇ ਰਹੋ। ਆ ਦੇਖੋ ਤੁਸੀਂ ਨਾ ਆਪਣੀ ਕਾਪੀ ਦੇ ਉੱਪਰ ਵੀ ਇਹ ਸਮ ਨੂੰ ਨਾਲ ਲਿਖ ਲਿਓ। ਫਿਰ ਜਦੋਂ ਅਗਲਾ ਸਟੈਪ ਆਏਗਾ ਤਾਂ ਤੁਹਾਨੂੰ ਹੋਰ ਸੌਖਾ ਰਹੇਗਾ ਲਿਖਣ ਦੇ ਵਿੱਚ ਵੀ ਕਿਹੜੀ ਚੀਜ਼ ਅਸੀਂ ਜੋੜ ਕੇ ਅਤੇ ਕਿੱਥੇ ਕਿਸ ਤਰ੍ਹਾਂ ਲਿਖਣਾ। ਆ ਦੇਖੋ ਸਾਡੇ ਕੋਲ ਆ ਦੋਨੋਂ ਆ ਗਏ, ਇੱਕ ਸਾਈਡ ਲੈਫਟ ਹੈਂਡ ਸਾਈਡ। ਹੁਣ ਦੂਸਰੇ ਪਾਸੇ ਕੀ ਆ ਜਾਏਗਾ ਏ ਸੀ ਦਾ ਵਰਗ ਜਮਾ ਸੀ ਈ ਦਾ ਵਰਗ ਪਲੱਸ ਡੀ ਸੀ ਦਾ ਵਰਗ ਜਮਾ ਸੀ ਬੀ ਦਾ ਵਰਗ। ਹੁਣ ਇਹਦੇ ਵਿੱਚ ਕੀ ਆ ਧਿਆਨ ਨਾਲ ਦੇਖਿਓ ਤੁਸੀਂ, ਜਿਹੜਾ ਏ ਸੀ ਅਤੇ ਸੀ ਬੀ ਇਹ ਦੋਨਾਂ ਦਾ ਵਰਗ ਅਸੀਂ ਇਕੱਠਾ ਕਰਾਂਗੇ। ਕਿਉਂ ਕਰਾਂਗੇ, ਆ ਦੇਖੋ ਧਿਆਨ ਨਾਲ ਨੰਬਰ 3 ਦੇ ਵਿੱਚ ਕੀ ਆ ਕਿ ਏ ਸੀ ਦਾ ਵਰਗ ਅਤੇ ਸੀ ਬੀ ਦਾ ਵਰਗ ਕਿਹਦੇ ਬਰਾਬਰ ਆ ਏ ਬੀ ਦੇ ਵਰਗ ਦੇ। ਹੁਣ ਇੱਥੋਂ ਅਸੀਂ ਏ ਸੀ ਦਾ ਵਰਗ ਅਤੇ ਸੀ ਬੀ ਦਾ ਵਰਗ ਦੋਨੋਂ ਇਕੱਠੇ ਕਰਕੇ ਲਿਖ ਦਾਂਗੇ। ਫਿਰ ਆ ਦੇਖੋ ਡੀ ਸੀ ਅਤੇ ਸੀ ਈ ਦਾ ਵਰਗ ਜਿਹੜਾ ਦਿੱਤਾ ਹੋਇਆ ਵਾ, ਆਹ ਦੋਨੋਂ ਵਿਚਕਾਰ ਦਿੱਤੇ ਨੇ, ਇਹ ਕਿਹਦੇ ਬਰਾਬਰ ਨੇ ਡੀ ਈ ਦੇ ਵਰਗ ਦੇ। ਮੈਂ ਇਹਨਾਂ ਨੂੰ ਇਕੱਠੇ ਕਰ ਲੈਣਾ ਅਤੇ ਇੱਧਰੋਂ ਆਹ ਦੋਨੋਂ ਇਕੱਠੇ ਕਰਕੇ ਲਿਖ ਲਈਏ। ਇੱਥੇ ਆ ਗਿਆ ਏ ਸੀ ਦਾ ਵਰਗ ਜਮਾ ਸੀ ਬੀ ਦਾ ਵਰਗ, ਇਹ ਦੋਵੇਂ ਇਕੱਠੇ ਹੋ ਗਏ ਪਲੱਸ ਸਿਰਫ ਬਰੈਕਟ ਪਾਈ ਇਹਦੇ ਵਿੱਚ ਸੀ ਈ ਦਾ ਵਰਗ ਜਮਾ ਡੀ ਸੀ ਦਾ ਵਰਗ, ਇਹ ਦੋਨੋਂ ਇਕੱਠੇ ਹੋ ਗਏ। ਹੁਣ ਮੈਂ ਇਹਦੀ ਜਗ੍ਹਾ 'ਤੇ ਲਿਖ ਦਾਂਗਾ ਇਹਨਾਂ ਦੀ ਵੈਲਿਊਜ਼। ਇੱਧਰਲੀ ਲੈਫਟ ਹੈਂਡ ਸਾਈਡ 'ਤੇ ਉਹੀ ਜੇ ਏ ਈ ਸਕੇਅਰ ਜਮਾ ਬੀ ਡੀ ਦਾ ਸਕੇਅਰ ਇਜ਼ ਇਕੁਅਲ ਟੂ, ਹੁਣ ਏ ਸੀ ਅਤੇ ਸੀ ਬੀ ਏ ਬੀ ਵਰਗ ਦੇ ਬਰਾਬਰ, ਮੈਂ ਇੱਥੇ ਲਿਖ ਲਿਆ ਏ ਬੀ ਦਾ ਵਰਗ ਪਲੱਸ ਦੂਸਰੇ ਪਾਸੇ ਆ ਕਿਹਦੇ ਬਰਾਬਰ ਸੀ ਡੀ ਈ ਦਾ ਵਰਗ। ਬਰੈਕਟ ਪਾਉਣੀ ਆ ਪਾਓ, ਛੱਡਣੀਆਂ ਛੱਡ ਦਿਓ, ਨਾ ਵੀ ਪਾਓਗੇ ਤਾਂ ਵੀ ਸਾਡਾ ਉਹ ਪ੍ਰੂਵ ਹੋ ਹੀ ਗਿਆ ਸੀ ਉੱਥੇ। ਇੱਥੇ ਆ ਗਿਆ ਏ ਬੀ ਦਾ ਵਰਗ ਜਮਾ ਡੀ ਈ ਦਾ ਵਰਗ। ਆ ਦੇਖੋ ਇਹੀ ਚੀਜ਼ ਅਸੀਂ ਪ੍ਰੂਵ ਕਰਨੀ ਸੀਗੀ ਅਤੇ ਇਹ ਸਾਡੇ ਕੋਲੋਂ ਸਮੀਕਰਨ 3 ਅਤੇ 4 ਤੋਂ ਅਸੀਂ ਆਹ ਨਤੀਜੇ ਭਰੇ ਸੀ ਇੱਥੇ ਆ ਇਕੱਠੇ ਕਰਕੇ। ਉਹ ਤੁਸੀਂ ਇੱਥੇ ਸਾਈਡ 'ਤੇ ਜੇ ਕੰਡੀਸ਼ਨ ਦੇਣੀ ਹੋਏ ਤਾਂ ਜ਼ਰੂਰ ਲਿਖ ਦਿਆ ਕਰੋ। 3 ਅਤੇ 4 ਤੋਂ ਇਹਨਾਂ ਦੋਨਾਂ ਤੋਂ ਅਸੀਂ ਆਹ ਚੀਜ਼ ਲਿਖ ਦਿੱਤੀ ਅਤੇ ਆਹ ਅਸੀਂ ਪ੍ਰੂਵ ਕਰ ਲਿਆ ਜੋ ਅਸੀਂ ਸਿੱਧ ਕਰਨਾ ਸੀਗਾ। ਅਤੇ ਇੱਥੇ ਅਸੀਂ ਕੀ ਲਿਖਾਂਗੇ ਸਿੱਧ ਕੀਤਾ, ਅਤੇ ਇੰਗਲਿਸ਼ ਵਿੱਚ ਪ੍ਰੂਵਡ। ਇਹ ਸੀਗਾ ਬੱਚਿਓ ਸਾਡਾ ਜਿਹੜਾ ਕੁਐਸਚਨ ਨੰਬਰ 13ਵਾਂ ਸੀਗਾ। ਇਸ ਤੋਂ ਬਾਅਦ ਅਸੀਂ ਕਰਾਂਗੇ ਲਾਸਟ ਕੁਐਸਚਨ ਨੰਬਰ 14। ਅਤੇ ਇਹ ਬੱਚਿਓ ਤੁਸੀਂ ਜਦੋਂ ਆਹ ਕੁਐਸਚਨ ਕਰੋਗੇ ਨਾ ਤੁਸੀਂ ਵਰਕਸ਼ੀਟ ਲਾਗੇ ਰੱਖਣੀ ਆ। ਦੂਸਰਾ ਤੁਸੀਂ ਆਪਣੀ ਕਾਪੀ ਦੇ ਉੱਪਰ ਨਾਲ ਇਹਨੂੰ ਸੋਲਵ ਕਰਿਓ। ਜਿਸ ਤਰ੍ਹਾਂ ਮੈਂ ਟਰਾਇੰਗਲ ਦੱਸੀ ਆ ਸਮਕੋਣੀ ਤ੍ਰਿਭੁਜ ਕਿਹੜੀ ਲਈ ਆ, ਉਹਦੇ 'ਚ ਮੈਂ ਪਾਇਥਾਗੋਰਸ ਥਿਊਰਮ ਦੇ ਸਿਧਾਂਤ ਅਨੁਸਾਰ ਕਰਨ ਦਾ ਵਰਗ ਬਰਾਬਰ ਆਧਾਰ ਵਰਗ ਜਮਾ ਲੰਬ ਦਾ ਵਰਗ ਉਹ ਫਾਰਮੂਲਾ ਲਗਾਇਆ ਸੀ। ਉਹ ਤੁਸੀਂ ਸਾਰਾ ਕੁਛ ਨਾਲ ਲਿਖਦੇ ਜਾਇਓ। ਫਿਰ ਜਦੋਂ ਆ ਕੇ ਅਸੀਂ ਇੱਥੇ ਐਡ ਕਰਨਾ ਵਾ ਫਿਰ ਤੁਹਾਨੂੰ ਸੌਖ ਰਹੇਗੀ। ਇੱਕ ਪਾਸੇ ਤੁਸੀਂ ਇੱਧਰੋਂ ਸਕਰੀਨ ਤੋਂ ਦੇਖਿਓ, ਦੂਸਰੇ ਪਾਸੇ ਤੁਸੀਂ ਆਪਣੀ ਕਾਪੀ ਦੇ ਉੱਪਰੋਂ ਦੇਖ ਕੇ ਉਹਨਾਂ ਨੂੰ ਐਡ ਕਰਕੇ ਖੁਦ ਵੀ ਲਿਖਿਓ ਅਤੇ ਤੁਹਾਨੂੰ ਇਹ ਸਵਾਲ ਬਹੁਤ ਆਸਾਨ ਲੱਗੇਗਾ। ਬਿਲਕੁਲ ਸਿੰਪਲ ਕੁਐਸਚਨ ਆ, ਇਹਦੇ 'ਚ ਕੁਛ ਵੀ ਨਹੀਂ ਕੀਤਾ, ਸਿਰਫ ਸਮਕੋਣੀਆਂ ਤ੍ਰਿਭੁਜ ਲੈ ਕੇ ਅਤੇ ਉਹਦੇ 'ਚ ਪਾਇਥਾਗੋਰਸ ਸਿਧਾਂਤ ਅਨੁਸਾਰ ਲਿਖਿਆ, ਬਾਅਦ 'ਚ ਉਹਨਾਂ ਸਮੀਕਰਨਾਂ ਨੂੰ ਜੋੜ ਦਿੱਤਾ ਅਤੇ ਜੋੜ ਕੇ ਅਤੇ ਜੋ ਅਸੀਂ ਪ੍ਰੂਵ ਕਰਨਾ ਸੀ ਉਹ ਸਾਡਾ ਆਨਸਰ ਆ ਗਿਆ। ਇਹ ਪ੍ਰੂਵ ਹੋ ਗਿਆ ਅਸੀਂ ਜੋ ਸਿੱਧ ਕਰਨਾ ਸੀ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। 14ਵਾਂ ਕੁਐਸਚਨ ਦੇਖੋ ਬੱਚਿਓ ਕੀ ਆ ਕਿ ਇੱਕ ਹਵਾਈ ਜਹਾਜ਼ ਇੱਕ ਹਵਾਈ ਅੱਡੇ ਤੋਂ
ਦੱਖਣ ਵੱਲ 2000 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਉੱਡਦਾ ਹੈ। ਦੇਖੋ ਬੱਚੋ, ਜਿਹੜਾ ਪਹਿਲਾ ਹਵਾਈ ਜਹਾਜ਼ ਦੱਸਿਆ ਇਹਦੇ 'ਚ, ਉਹ ਕਹਿੰਦੇ ਕਿ ਅੱਡੇ ਤੋਂ ਦੱਖਣ ਵੱਲ ਨੂੰ ਜਾਂਦਾ ਵਾ, ਉਹਦੀ ਸਪੀਡ ਕਿੰਨੀ ਆ 2000 ਕਿਲੋਮੀਟਰ ਪ੍ਰਤੀ ਘੰਟਾ। ਕਹਿੰਦੇ ਉਸੇ ਸਮੇਂ ਇੱਕ ਹੋਰ ਹਵਾਈ ਜਹਾਜ਼ ਉਸੇ ਹਵਾਈ ਅੱਡੇ ਤੋਂ ਪੂਰਬ ਵੱਲ ਨੂੰ, ਦੂਸਰਾ ਹਵਾਈ ਜਹਾਜ਼ ਕਿੱਧਰ ਨੂੰ ਜਾਂਦਾ, ਪੂਰਬ ਵੱਲ ਨੂੰ 2400 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਉੱਡਦਾ ਹੈ। 2 ਘੰਟੇ ਬਾਅਦ ਦੋਵਾਂ ਹਵਾਈ ਜਹਾਜ਼ਾਂ ਦੇ ਵਿਚਕਾਰਲੀ ਦੂਰੀ ਕਿੰਨੀ ਹੋਵੇਗੀ? ਯਾਨੀ ਕਿ ਦੋਨਾਂ ਨੇ ਸਫ਼ਰ ਕਿੰਨਾ ਚਿਰ ਤੈਅ ਕੀਤਾ ਆਪਣੀ ਆਪਣੀ ਸਪੀਡ ਨਾਲ? 2 ਘੰਟੇ। ਹੁਣ ਅਸੀਂ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਦੇਖਾਂਗੇ, ਡਾਇਰੈਕਸ਼ਨਸ ਬਣਾਵਾਂਗੇ। ਡਾਇਰੈਕਸ਼ਨ ਬਣਾ ਕੇ ਅਸੀਂ ਦੇਖਾਂਗੇ ਕਿਹੜੀ ਡਾਇਰੈਕਸ਼ਨ ਵੱਲ, ਕਿਹੜੀ ਦਿਸ਼ਾ ਵੱਲ ਕਿਹੜਾ ਜਹਾਜ਼ ਕਿੰਨਾ ਗਿਆ, ਕਿਉਂਕਿ ਉਹਨਾਂ ਨੇ 2 ਘੰਟੇ ਉਹਨਾਂ ਦੀ ਦੱਸਿਆ ਵਾ ਵੀ 2 ਘੰਟੇ ਉਹ ਉੱਡਦੇ ਰਹੇ ਨੇ। ਫਿਰ ਉਹਨਾਂ ਦੀ ਜਿਹੜੀ 1 ਘੰਟੇ ਦੀ ਸਪੀਡ ਸੀ, ਉਹਦੇ ਨਾਲ ਦੇਖਾਂਗੇ ਵੀ 2 ਘੰਟਿਆਂ ਵਿੱਚ ਉਹਨਾਂ ਨੇ ਕਿੰਨਾ ਸਫ਼ਰ ਤੈਅ ਕੀਤਾ। ਉਹ ਸਫ਼ਰ ਅਸੀਂ ਡਾਇਰੈਕਸ਼ਨਸ ਉੱਪਰ ਦੱਸ ਕੇ ਉਸ ਤੋਂ ਬਾਅਦ ਅਸੀਂ ਇਹਨੂੰ ਸੋਲਵ ਕਰਾਂਗੇ। ਕੁਐਸਚਨ ਬੜਾ ਈਜ਼ੀ ਹੈ, ਮੈਂ ਤੁਹਾਨੂੰ ਡਾਇਗਰਾਮ ਨਾਲ ਸਮਝਾਉਣਾ। ਆਹ ਦੇਖੋ ਬੱਚਿਓ, ਮੈਂ ਸਭ ਤੋਂ ਪਹਿਲਾਂ ਡਾਇਰੈਕਸ਼ਨਸ ਬਣਾ ਲਈਆਂ। ਆਹ ਦੇਖੋ, ਪੂਰਬ, ਪੱਛਮ, ਉੱਤਰ ਅਤੇ ਦੱਖਣ, ਯਾਨੀ ਕਿ ਈਸਟ, ਵੈਸਟ, ਨੌਰਥ ਅਤੇ ਸਾਊਥ। ਹੁਣ ਤੁਸੀਂ ਆਪਣੀ ਵਰਕਸ਼ੀਟ ਲਾਗੇ ਰੱਖਿਓ ਔਰ ਉਹਦੇ ਨਾਲ ਨਾਲ ਮੈਂ ਸਟੇਟਮੈਂਟ ਬੋਲਾਂਗਾ, ਤੁਸੀਂ ਦੇਖਿਓ ਕਿ ਉਹਦੇ 'ਚ ਕੀ ਲਿਖਿਆ ਕਿ ਜਿਹੜਾ ਪਹਿਲਾ ਹਵਾਈ ਜਹਾਜ਼ ਵਾ ਉਹ ਦੱਖਣ ਵੱਲ ਨੂੰ ਉੱਡਦਾ ਵਾ। ਯਾਨੀ ਕਿ ਮੰਨ ਲਓ ਕਿ ਆਹ ਹਵਾਈ ਅੱਡਾ ਵਾ, ਇੱਥੇ ਮੈਂ ਇਸ ਬਿੰਦੂ ਦਾ ਕੋਈ ਵੀ ਇੱਕ ਨਾਮ ਰੱਖ ਲੈਣਾ। ਮੰਨ ਲਓ ਮੈਂ ਇਹਦਾ ਨਾਮ ਰੱਖ ਲਾਂ ਏ। ਆਹ ਬਿੰਦੂ ਜਿਹੜਾ ਇੱਥੋਂ ਪਹਿਲਾ ਹਵਾਈ ਜਹਾਜ਼ ਉੱਡਿਆ ਦੱਖਣ ਵੱਲ ਨੂੰ, ਯਾਨੀ ਕਿ ਇਸ ਡਾਇਰੈਕਸ਼ਨ 'ਚ ਆਏਗਾ। ਉਹਦੀ ਸਪੀਡ ਕਿੰਨੀ ਆ? 2000 ਕਿਲੋਮੀਟਰ ਪ੍ਰਤੀ ਘੰਟਾ। ਮੈਂ ਇੱਥੇ ਲਿਖਦਾ ਜਾਂਦਾ ਨਾਲ, ਪਹਿਲੇ ਹਵਾਈ ਜਹਾਜ਼ ਦੀ ਚਾਲ। ਪਹਿਲੇ ਜਹਾਜ਼ ਦੀ ਚਾਲ ਉਹ ਕਿੰਨੀ ਆ? 2000 ਕਿਲੋਮੀਟਰ ਪ੍ਰਤੀ ਘੰਟਾ। ਇਹ ਪਹਿਲੇ ਹਵਾਈ ਜਹਾਜ਼ ਦੀ ਚਾਲ ਜੇ, ਅਤੇ ਉਹਦੇ ਦੁਆਰਾ ਤੈਅ ਕੀਤੀ ਦੂਰੀ, ਯਾਨੀ ਕਿ ਡਿਸਟੈਂਸ। ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ? ਸਪੀਡ ਮਲਟੀਪਲਾਈ ਬਾਏ ਟਾਈਮ। ਹੁਣ ਜਹਾਜ਼ ਉੱਡਿਆ ਕਿੰਨਾ ਸਮਾਂ ਵਾ? ਕੁੱਲ ਸਮਾਂ 2 ਘੰਟੇ। ਉਹ ਵੀ ਨਾਲ ਇੱਥੇ ਲਿਖ ਲਓ ਪਹਿਲਾਂ, ਕੁੱਲ ਸਮਾਂ ਬਰਾਬਰ ਹੈ 2 ਘੰਟੇ। ਹੁਣ ਦੋਨਾਂ ਨੂੰ ਮਲਟੀਪਲਾਈ ਕਰ ਦਿਓ, 2000 ਗੁਣਾ 2 ਕਿੰਨਾ ਬਣ ਗਿਆ? 4000 ਕਿਲੋਮੀਟਰ। ਯਾਨੀ ਕਿ ਜਿਹੜਾ ਪਹਿਲਾ ਹਵਾਈ ਜਹਾਜ਼ ਵਾ ਉਹਨੇ ਕਿੰਨਾ ਡਿਸਟੈਂਸ ਤੈਅ ਕੀਤਾ? 4000 ਕਿਲੋਮੀਟਰ। ਇੱਥੋਂ ਉੱਡਿਆ, ਮੰਨ ਲਓ ਕਿ ਉਹ ਇੱਥੋਂ ਤੱਕ ਕਿਸੇ ਬਿੰਦੂ ਤੱਕ ਆ ਗਿਆ, ਅਤੇ ਇਸ ਬਿੰਦੂ ਨੂੰ ਮੈਂ ਕੋਈ ਵੀ ਨਾਮ ਦੇ ਸਕਦਾ। ਬੀ ਲਿਖ ਲਓ। ਇੱਥੋਂ ਤੱਕ ਕਿੰਨੀ ਦੂਰੀ ਬਣੀ? 4000 ਕਿਲੋਮੀਟਰ। ਇਹ ਡਿਸਟੈਂਸ ਆ ਗਿਆ ਇਹਦਾ, ਪਹਿਲੇ ਹਵਾਈ ਜਹਾਜ਼ ਦਾ, ਇੱਥੋਂ ਲੈ ਕੇ ਇੱਥੋਂ ਤੱਕ। ਹੁਣ ਦੇਖੋ, ਜਿਹੜਾ ਦੂਸਰਾ ਹਵਾਈ ਜਹਾਜ਼ ਆ ਉਹਦਾ ਵੀ ਇਸੇ ਤਰ੍ਹਾਂ ਦੂਰੀ ਕੱਢਾਂਗੇ, ਅਤੇ ਉਹ ਗਿਆ ਕਿਹੜੀ ਦਿਸ਼ਾ ਨੂੰ ਉਹ ਦੇਖਾਂਗੇ। ਦੂਜੇ ਜਹਾਜ਼ ਦੀ ਚਾਲ ਉਹ ਦੇਖਦੇ ਆ ਕਿੰਨੀ ਆ। ਦੂਸਰੇ ਹਵਾਈ ਜਹਾਜ਼ ਦੀ ਚਾਲ ਦਿੱਤੀ ਹੋਈ ਜੇ 2400 ਕਿਲੋਮੀਟਰ ਪ੍ਰਤੀ ਘੰਟਾ, ਯਾਨੀ ਕਿ 2400 ਕਿਲੋਮੀਟਰ ਆਵਰ। ਆਹ ਦੂਸਰੇ ਹਵਾਈ ਜਹਾਜ਼ ਦੀ ਚਾਲ ਜੇ। ਹੁਣ ਜਹਾਜ਼ ਦਾ ਇਹਦਾ ਵੀ ਸਮਾਂ ਕਿੰਨਾ ਸੀਗਾ? ਇਹ ਵੀ 2 ਘੰਟੇ ਉੱਡਿਆ। ਕੁੱਲ ਸਮਾਂ ਇਹਦਾ ਕਿੰਨਾ? 2 ਘੰਟੇ। ਹੁਣ ਇਹਨੇ ਕਿੰਨਾ ਡਿਸਟੈਂਸ ਤੈਅ ਕੀਤਾ? ਸਪੀਡ ਮਲਟੀਪਲਾਈ ਟਾਈਮ, ਯਾਨੀ ਕਿ ਚਾਲ ਗੁਣਾ ਸਮਾਂ। ਚਾਲ ਹੈਗੀ ਸੀਗੀ 2400, ਸਮਾਂ 2 ਘੰਟੇ, ਅਤੇ ਇਹਨਾਂ ਦੀ ਕੁੱਲ ਦੂਰੀ ਕਿੰਨੀ ਬਣ ਗਈ? 24 ਦੂਣ 4800 ਕਿਲੋਮੀਟਰ। ਹੁਣ ਇਹ ਜਹਾਜ਼ ਜਿਹੜਾ ਵਾ ਕਿਹੜੀ ਦਿਸ਼ਾ 'ਚ ਗਿਆ? 4800 ਕਿਲੋਮੀਟਰ ਕਿੱਧਰ ਨੂੰ ਗਿਆ ਏ? ਉਹਦੇ 'ਚ ਲਿਖਿਆ ਤੁਹਾਡੀ ਸਟੇਟਮੈਂਟ ਦੇ ਵਿੱਚ ਪੂਰਬ ਵੱਲ ਨੂੰ। ਹੁਣ ਪੂਰਬ ਦੀ ਡਾਇਰੈਕਸ਼ਨ ਕਿਹੜੀ ਆ? ਆਹ ਵਾਲੀ। ਮੰਨ ਲਓ ਇਹ ਜਹਾਜ਼ ਜਿੱਥੋਂ ਤੱਕ ਵੀ ਉੱਡਿਆ ਉੱਥੇ ਮੈਂ ਬਿੰਦੂ ਲੈ ਲੈਣਾ ਸੀ। ਹੁਣ ਦੂਰੀ ਜਿਹੜੀ ਦੋਨਾਂ ਜਹਾਜ਼ਾਂ ਦੇ ਵਿੱਚ ਆ ਉਹ ਦੂਰੀ ਕਿਹੜੀ ਬਣੇਗੀ? ਆਹ ਵਾਲੀ। ਇਹਨਾਂ ਨੂੰ ਆਪਸ 'ਚ ਮਿਲਾ ਦੇਣਾ, ਦੋਨਾਂ ਬਿੰਦੂਆਂ ਨੂੰ। ਹੁਣ ਬੱਚਿਓ, ਆਹ ਦੇਖੋ, ਜਿੱਥੇ ਡਾਇਰੈਕਸ਼ਨਸ ਆਪਸ ਵਿੱਚ 2 ਲਾਈਨਾਂ ਕੱਟਦੀਆਂ, ਇੱਥੇ ਆਹ ਡਾਇਰੈਕਸ਼ਨਸ ਜਿਹੜੀਆਂ ਨੇ 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ। ਇੱਥੇ ਆਹ ਬਣ ਗਈ ਸਾਡੇ ਕੋਲ ਤ੍ਰਿਭੁਜ ABC। ਹੁਣ ਜਹਾਜ਼ਾਂ ਦੇ ਵਿਚਕਾਰਲੀ ਦੂਰੀ ਕਿਹੜੀ ਆ? ਆਹ ਵਾਲੀ। ਇਹਦੀ ਦੂਰੀ ਇੱਥੇ ਲਿਖ ਲਓ 4800 ਕਿਲੋਮੀਟਰ। ਹੁਣ ਆਹ ਤ੍ਰਿਭੁਜ ਬਣ ਗਈ, ਅਤੇ ਆਹ ਇਹਨਾਂ ਦਾ ਡਿਸਟੈਂਸ ਆ ਗਿਆ। ਹੁਣ ਦੇਖੋ ਬੱਚਿਓ, ਜਿਹੜਾ ਮੈਂ ਤੁਹਾਨੂੰ ਪਿੱਛੇ ਵੀ ਸਵਾਲ 'ਚ ਦੱਸਿਆ ਸੀ, ਪਾਇਥਾਗੋਰਸ ਥਿਊਰਮ ਦੇ ਅਕੋਰਡਿੰਗਲੀ
ਆ ਜਿਹੜੀ ਹੁਣ ਸਾਈਡ ਜਿਹੜੀ BC ਆ 90 ਡਿਗਰੀ ਕੋਣ ਵਾ, ਇਹਦੇ ਸਾਹਮਣੇ ਵਾਲੀ ਭੁਜਾ ਵੱਡੀ ਭੁਜਾ ਕੀ ਹੁੰਦੀ ਹੈ, ਕਰਨ ਹਾਈਪੋਟੀਨਿਊਸ। ਹੁਣ BC ਦਾ ਵਰਗ ਕਿਹਦੇ ਬਰਾਬਰ ਹੋਏਗਾ, BC ਦਾ ਵਰਗ ਬਰਾਬਰ AB ਦਾ ਵਰਗ ਜਮਾ AC ਦਾ ਵਰਗ। ਇਹ ਫਾਰਮੂਲਾ ਲਾ ਕੇ ਤੇ ਅਸੀਂ BC ਦਾ ਜਿਹੜਾ ਮੁੱਲ ਉਹ ਕੱਢ ਲਾਂਗੇ, ਯਾਨੀ ਵੈਲਿਊ ਆਫ BC। ਦਿਸ ਇਜ਼ ਅ ਡਿਸਟੈਂਸ ਬਿਟਵੀਨ ਟੂ ਐਰੋਪਲੇਨਸ, ਦੋਨਾਂ ਜਹਾਜ਼ਾਂ ਦੇ ਵਿਚਕਾਰਲੀ ਇਹ ਦੂਰੀ ਹੋਵੇਗੀ। ਚਲੋ ਕਰਦੇ ਹਾਂ ਇਹਨੂੰ ਸੋਲਵ ਹੁਣ। ਸਮਕੋਣੀ ਤ੍ਰਿਭੁਜ ABC ਵਿੱਚ, ਜਿਹੜੀ ਉੱਪਰ ਤੁਹਾਨੂੰ ਮੈਂ ਡਾਇਗਰਾਮ 'ਚ ਦਿਖਾਈ ਸੀ, ਉਹਦੇ ਵਿੱਚ ਕੀ ਆ, BC ਦਾ ਵਰਗ, BC ਦਾ ਵਰਗ ਬਰਾਬਰ AB ਦਾ ਵਰਗ ਜਮਾ AC ਦਾ ਵਰਗ। ਹੁਣ BC ਦੀ ਅਸੀਂ ਵੈਲਿਊ ਫਾਈਂਡ ਕਰਨੀ ਆ। AB ਜਿਹੜਾ ਸੀਗਾ ਉਹ ਹੈਗਾ ਸੀ ਸਾਡੇ ਕੋਲ 4000 ਕਿਲੋਮੀਟਰ, ਅਤੇ ਜਿਹੜਾ AC ਆ ਉਹ ਕਿੰਨਾ ਵਾ, 4800 ਕਿਲੋਮੀਟਰ। ਇਹ ਬੱਚੋ ਤੁਸੀਂ ਕਾਪੀ ਦੇ ਨਾਲ ਸੋਲਵ ਕਰਿਓ, ਤੁਹਾਨੂੰ ਨਾਲ ਡਾਇਗਰਾਮ ਬਣਾ ਲਿਓ ਕਾਪੀ ਦੇ ਉੱਪਰ, ਫਿਰ ਤੁਹਾਨੂੰ ਆ ਸਮਝਣਾ ਸੌਖਾ ਹੋ ਜਾਏਗਾ। ਹੁਣ ਇਹਨਾਂ ਦਾ ਵਰਗ ਕੀਤਾ 4 ਚੌਕੇ 16, ਇਹਨਾਂ 3 ਜ਼ੀਰੋਆਂ ਨੇ, ਇਹਨਾਂ ਨੂੰ ਡਬਲ ਵਾਰੀ ਲਿਖਣਾ, 3 ਇੱਕ ਵਾਰੀ, ਫਿਰ ਇੱਕ ਵਾਰੀ ਦੁਬਾਰਾ 3, ਕਿਉਂਕਿ ਵਰਗ ਕੀਤਾ। ਹੁਣ 48 ਦਾ ਵਰਗ, 48 ਨੂੰ 48 ਨਾਲ ਤੁਸੀਂ ਗੁਣਾ ਕਰ ਲਓ ਅਤੇ ਦੇਖੋ ਇਹਦਾ ਵਰਗ ਕਿੰਨਾ ਆਉਂਦਾ। अड़ताली ਨੂੰ 48 ਨਾਲ ਗੁਣਾ ਕਰ ਲਓ, 8 8 64, 8 ਚੌਕਾ 32 ਅਤੇ 6 38, 4 8 32, 4 ਚੌਕੇ 16 ਅਤੇ 3 19, 4 0 9 3 12 ਅਤੇ 1 13, 2304। ਇਹ 48 ਦਾ ਵਰਗ ਆ ਗਿਆ 2304। ਪਿੱਛੇ 2 ਜ਼ੀਰੋਆਂ ਨੇ, ਇਹਨੂੰ ਡਬਲ ਕਰ ਦੇਣਾ ਕਿਉਂਕਿ ਵਰਗ ਕੀਤਾ, ਇਹ ਨਾ ਆ ਗਿਆ। ਹੁਣ ਦੋਵਾਂ ਨੂੰ ਜੋੜ ਲਓ, ਜੋੜ ਕੇ ਇਹਦੇ ਵਿੱਚ ਕਿੰਨਾ ਬਣ ਗਿਆ, ਇੱਧਰੋਂ 1 2 3 4 ਜ਼ੀਰੋ ਆ ਗਈਆਂ, ਉਸ ਤੋਂ ਬਾਅਦ 4, ਫਿਰ 0, ਫਿਰ 6 3 9 ਅਤੇ 2 ਅਤੇ 1 3। ਆਹ ਬੱਚੇ ਸਾਡੇ ਕੋਲ ਬਣ ਗਿਆ ਜੇ BC ਦਾ ਵਰਗ। ਹੁਣ BC ਦੀ ਵੈਲਿਊ ਕੱਢਣੀ ਆ, ਇਹਦੇ ਉੱਪਰ ਵਰਗਮੂਲ ਆ ਜਾਏਗਾ। ਹੁਣ ਬਸ ਇਹਦਾ ਵਰਗਮੂਲ ਕੱਢਣਾ ਅਤੇ ਸਾਡਾ ਆਨਸਰ ਆ ਗਿਆ, ਦੋਵਾਂ ਜਹਾਜ਼ਾਂ ਦੇ ਵਿਚਕਾਰਲੀ ਦੂਰੀ ਆ ਜਾਏਗੀ। ਹੁਣ ਇਹ ਦੇਖੋ ਅਸੀਂ ਇਹਨੂੰ ਵੱਖਰਾ ਕਰ ਲਿਆ। ਸਾਨੂੰ ਪਤਾ ਕਿ ਜਿਹੜਾ 10000 ਆ, ਜਿਹੜਾ ਪਿੱਛੇ ਜ਼ੀਰੋ ਵੱਖਰੀਆਂ ਕਰ ਲਈਆਂ, 10000 ਇਹਦਾ ਵਰਗਮੂਲ 100 ਹੁੰਦਾ, ਇਹਨੂੰ ਮੈਂ ਵੱਖਰਾ ਕਰ ਲਿਆ। ਹੁਣ ਸਾਡੇ ਕੋਲ ਆ ਬਚਿਆ, ਅਤੇ ਇਹਨਾਂ ਦੇ ਜਦੋਂ ਅਸੀਂ ਗੁਣਨਖੰਡ ਬਣਾਈਏ, ਮੈਂ ਤੁਹਾਨੂੰ ਇੱਥੇ ਸੌਖਾ ਕਰਕੇ ਦੱਸ ਦਿੰਦਾ, ਮੈਂ ਸਿੱਧਾ ਇਹਨਾਂ ਨੂੰ, ਜੇ ਇਹਨੂੰ ਅਸੀਂ ਗੁਣਨਖੰਡ ਬਣਾਈਏ ਤਾਂ ਇੱਧਰ 64 ਆ ਜਾਂਦਾ ਜੇ, ਅਤੇ 61 ਜਿਹੜਾ ਬਚਦਾ ਵਾ ਉੱਧਰ ਜਿਹਦੇ ਗੁਣਨਖੰਡ ਨਹੀਂ ਹੁੰਦੇ। 64 ਦਾ ਵਰਗਮੂਲ 8, ਤੁਸੀਂ ਇਹਨੂੰ ਕਰਕੇ ਦੇਖ ਲਿਓ। ਮੈਂ ਜੇ ਇਹਦੇ ਗੁਣਨਖੰਡ ਬਣਾਵਾਂਗਾ ਤਾਂ ਫਿਰ ਵੀਡੀਓ ਕਾਫੀ ਲੰਬੀ ਹੋ ਜਾਣੀ ਆ। ਮੈਂ ਤੁਹਾਨੂੰ ਸਿੱਧਾ ਦੱਸਦਾ, ਤੁਸੀਂ ਇਹਨੂੰ ਕੈਲਕੂਲੇਟ ਕਰਕੇ ਦੇਖ ਸਕਦੇ ਹੋ। 64 ਦਾ ਵਰਗਮੂਲ 8, 10000 ਦਾ ਵਰਗਮੂਲ 100, 61 ਦਾ ਵਰਗਮੂਲ ਨਹੀਂ ਨਿਕਲਣਾ, ਇਹ ਇਸ ਤਰ੍ਹਾਂ ਹੀ ਰਹੇਗਾ। ਅਤੇ ਇਹ ਕਿੰਨਾ ਆ ਗਿਆ ਸਾਡੇ ਕੋਲ, 800 ਵਰਗਮੂਲ 61। ਇਹ ਕੀ ਆ ਗਈ, ਦੂਰੀ, ਇੰਨੇ ਕਿਲੋਮੀਟਰ ਦੀ ਦੂਰੀ 'ਤੇ ਨੇ ਇਹ ਦੋਨੋਂ ਜਹਾਜ਼ ਇੱਕ ਦੂਸਰੇ ਤੋਂ। ਆਹ ਦੇਖੋ ਮੈਂ ਉੱਪਰ ਤੁਹਾਨੂੰ ਦੱਸ ਦਿੰਦਾ ਡਾਇਗਰਾਮ 'ਚ, ਜਿਹੜਾ ਸਾਡਾ ਆਹ ਮੁੱਲ ਆਇਆ BC ਦਾ, ਯਾਨੀ ਕਿ 800 ਵਰਗਮੂਲ 61 ਕਿਲੋਮੀਟਰ, ਇਹ ਦੋਨਾਂ ਜਹਾਜ਼ਾਂ ਦੀ ਦੂਰੀ ਜੇ। ਬੱਚੋ ਇਹ ਸੀਗਾ ਸਾਡਾ ਕੁਐਸਚਨ ਨੰਬਰ 14ਵਾਂ ਅਤੇ ਲਾਸਟ ਕੁਐਸਚਨ ਵਰਕਸ਼ੀਟ ਨੰਬਰ 6 ਦਾ। ਇਸ ਤੋਂ ਬਾਅਦ ਮੈਂ ਅਗਲੀਆਂ ਵਰਕਸ਼ੀਟਸ ਦਾ ਸੋਲੂਸ਼ਨ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗਾ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਬਿਲਕੁਲ ਫ੍ਰੀ ਜੇ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।